ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਪਿਛਲੇ 24 ਘੰਟਿਆਂ 'ਚ ਜਿਹੜੀ ਗੱਲ ਵੀ ਹੋਈ ਵਾਪਰੀ, ਜਾਂ ਕੁਝ ਗੱਲਾਂ ਤਾਂ ਐਸੀਆਂ ਵੀ ਹੋ ਗਈਆਂ ਜਿਨ੍ਹਾਂ ਦੇ ਕੱਲ੍ਹ ਸ਼ੰਕੇ ਜ਼ਾਹਰ ਕੀਤੇ ਸੀ ਤੇ ਉਹ ਵਾਕਿਆ ਹੀ ਉੱਦਾਂ ਵਾਪਰ ਵੀ ਗਈਆਂ। ਅੱਜ ਕਿਉਂਕਿ ਸ਼ਨੀਵਾਰ ਦਾ ਦਿਨ ਹੈ, ਵੈਸੇ ਮੋਸਟਲੀ ਆਪਣੇ ਨਾਲ ਇਸ ਦਿਨ ਜਤਿੰਦਰ ਪੰਨੂ ਜੀ ਹੁੰਦੇ ਆ, ਪਰ ਕਿਉਂਕਿ ਉਹ ਇੱਕ ਦਿਨ ਪਹਿਲਾਂ ਹਫ਼ਤੇ ਦੇ ਵਿੱਚ ਹਾਜ਼ਰੀ ਲਵਾ ਚੁੱਕੇ ਨੇ ਆਪ ਸਭ ਦੇ ਨਾਲ, ਤੇ ਅੱਜ ਫਿਰ ਤੋਂ ਸਰਦਾਰ ਪਰਮਵੀਰ ਸਿੰਘ ਬਾਰ ਸਾਹਿਬ ਆਪਣੇ ਨਾਲ ਨੇ। ਹੋਰ ਬਾਰ ਸਾਹਿਬ ਸਿਹਤਾਂ ਕਾਇਮ ਹੈ ਜੀ, ਚੜ੍ਹਦੀ ਕਲਾ। ਪੂਰੀ ਗੱਲ ਹੈ ਜੀ। ਟਾਈ ਅੱਜ ਬੜੀ ਲਕੋਈ ਵਿੱਚ ਕੀ ਗੱਲ? ਮੈਂ ਇਸ ਕਰਕੇ ਟਾਈ ਅੱਜ ਵਿੱਚ ਲਕੋਲੀ ਸੀ ਕਿਉਂਕਿ ਅੱਜ ਨਾ ਮੈਂ ਸਵੇਰ ਦਾ ਹੀ ਦਾਣਾ ਫੱਕਾ ਸਾਂਭਦਾ ਸੀ। ਉਹ ਜਿਹੜੀ ਪੁਰਾਣੀ ਕਣਕ ਸੀ ਕੱਢ ਕੇ ਦਾਣਾ ਫੱਕਾ ਟਾਈ ਲਾ ਕੇ ਸਾਹਮਣੇ ਮੈਂ ਦੱਸਿਆ ਨਾ ਕਿ ਟਾਈ ਦੇ ਉੱਪਰ ਦੀ ਫਿਰ ਇੱਕ ਮੈਂ ਝੱਗਾ ਜਿਹਾ ਵਿਸ਼ੇਸ਼ ਤੌਰ ਤੇ ਰੱਖਿਆ, ਤਿਆਰ ਹੋ ਕੇ ਕੰਮ ਕਰ ਸਾਰੇ ਕਰਨੇ ਆ ਕਿ ਟੀਵੀ ਦਾ ਪ੍ਰੋਗਰਾਮ ਲੇਟ ਨਾ ਹੋਵੇ। ਦੇਖੋ ਪਹਿਲਾਂ ਪੁਰਾਣੇ ਦਾਣੇ ਬਾਹਰ ਕੱਢੇ। ਨਹੀਂ, ਵਧੀਆ ਕੀਤਾ ਤੁਸੀਂ। ਮੈਨੂੰ ਥੋੜਾ ਜਿਹਾ ਇਹੀ ਡਰ ਸੀ, ਜਾਂ ਤੁਸੀਂ ਵਧੀਆ ਗੱਲ ਸਮਝਾਤੀ ਕਿ ਟਾਈ ਮੈਂ ਸੰਕੋਚ ਲਈ, ਪਤਾ ਲੱਗੇ ਵੀ ਡਰਮ ਭਰਨ ਤੋਂ ਬਾਅਦ ਐ ਨੀਵਾਂ ਹੋ ਕੇ ਬੰਦਾ ਡਰਮ ਦਾ ਢੱਕਣ ਲਾਉਣ ਲੱਗੇ ਤੇ ਵਿੱਚੇ ਟਾਈ ਵਿੱਚੇ ਆ ਜਾਵੇ। ਇਹਨਾਂ ਦੇ ਗਾ ਕੱਢਣ ਗਿਆ ਭਰਾਵਾ, ਮਹਾਂ ਬਚਿਆ ਲੀੜੇ ਜ਼ਰੂਰ ਲਾ ਲਏ ਉਹਨਾਂ ਨੇ ਉੱਥੇ। ਸੰਧਾਲੀਆ ਸਾਹਿਬ ਦੇਖੋ, ਮੈਨੂੰ ਕੋਈ ਕਾਲੀ ਨਹੀਂ ਸੀ, ਦਾਣਾ ਫੱਕਾ ਮੈਂ ਕੱਲ ਨੂੰ ਵੀ ਸਾਂਭ ਸਕਦਾ ਸੀ, ਪਰ ਮੈਨੂੰ ਤੁਹਾਡੀ ਨਾ ਬਚਪਨ ਵਾਲੀ ਆਦਤ ਦਾ ਪਤਾ। ਕਿਹੜੀ? ਉਹ ਹੁੰਦਾ ਸੀ ਕਿ ਜਦੋਂ ਘਰਦਿਆਂ ਨੇ ਦਾਣਾ ਫੱਕਾ ਲੈ ਕੇ ਆਉਣਾ ਤਾਂ ਤੁਸੀਂ ਇਹ ਦੇਖਣਾ ਕਿ ਜਦੋਂ ਸਾਰੇ ਘਰ ਦੇ ਚੁੱਲ੍ਹੇ ਚੌਂਕੇ ਵੱਲ ਹੋ ਪਿਆ ਤਾਂ ਤੁਸੀਂ 2 ਕਿਲੋ ਦਾਣੇ ਕੱਢ ਕੇ ਸਿੱਧਾ ਕੁਲਫੀਆਂ ਵਾਲੇ ਕੋਲ, ਭਾਈ ਕੁਲਫੀ ਦੇ ਦੇ। ਹੁਣ ਤਾਂ ਖੈਰ ਆਉਂਦੇ ਹੀ ਨਹੀਂ ਯਾਰ ਕੁਲਫੀਆਂ ਵਾਲੇ। ਵੈਸੇ ਆਉਂਦੇ ਵੀ ਆ ਤਾਂ ਉਹ ਦਾਣਿਆਂ ਦੇ ਵੱਟੇ ਦਿੰਦੇ ਨਹੀਂ। ਉਹ ਜਿਹੜਾ ਵੱਖਰਾ ਹੀ ਆਨੰਦ ਸੀ ਨਾ ਜਦੋਂ, ਕਿਉਂਕਿ ਪੈਸੇ ਧੇਲੇ ਤੋਂ ਉਦੋਂ ਘੱਟ ਹੀ ਹੁੰਦੇ ਸੀ ਆਪਣੇ ਬਚਪਨ ਦੇ ਵਿੱਚ ਨਾ, ਉਦੋਂ ਇਹੀ ਹੁੰਦਾ ਸੀ ਕਿ 2-3 ਦਿਨ ਨਾ ਦਾਣੇ ਹੁਣ ਘਰ ਦੇ ਕਿਤੇ ਡਰਮ 'ਚ ਨਾ ਪਾ ਦੇਣ, ਕਿਉਂਕਿ ਉਨੀ ਦੇਰ ਜੋ ਮੱਗਾ ਕੋਲੇ ਆਉਣਾ ਉਧਰੋਂ ਕੁਲਫੀ ਵਾਲੇ ਭਾਈ ਨੇ ਪਾਂ ਪੂੰ ਬਾਅਦ 'ਚ ਕਰਨਾ ਤੇ ਆਪਾਂ ਦਾਣੇ ਫੱਕੇ ਲੈ ਕੇ ਪਹਿਲਾਂ ਭੱਜਣ। ਉਹ ਵੱਖਰੀ ਗੱਲ ਆ, ਘਰ ਦੇ ਮਗਰ ਭਾਵੇਂ ਡੰਡੇ ਲੈ ਕੇ ਭੱਜੇ ਰਹਿਣ। ਕੁਲਫੀਆਂ ਵੀ, ਈਵਨ ਖਰਬੂਜੇ ਮੈਨੂੰ ਯਾਦ ਆ ਗਿਆ, ਉਹ ਰੇੜੇ ਦੇ ਖਰਬੂਜੇ ਲੈ ਕੇ ਆਉਣਾ, ਉਹਦੇ ਬਾਹਰ ਕਿਤੇ ਉਦੋਂ ਮਸ਼ੀਨ ਚੱਲਦੀ ਹੋਣੀ ਨਾ, ਤੇ ਉੱਥੋਂ ਭਰ ਕੇ 2 ਝੋਲੀਆਂ ਤੋਂ ਉਹਨੂੰ ਪਾਣੇ ਨਾਲੇ ਖਰਬੂਜੇ, ਤੇ ਆੜ ਚ ਪਾਣੀ ਥੋੜਾ ਜਿਹਾ ਛੱਡ ਕੇ ਤੇ ਉਹਦੇ 'ਚ ਹੀ ਸੁੱਟ ਲੈਣੇ ਤੇ ਦਾਤੀ ਨਾਲ ਵੜ ਖਾਈ ਜਾਣੇ। ਮਤਲਬ ਉਹ ਜਿਹੜਾ ਨਜ਼ਾਰਾ ਜੀ ਉਹ ਤੁਸੀਂ ਇਮੈਜਿਨ ਹੀ ਕਰ ਸਕਦੇ। ਹੁਣ ਮਿਲਣਾ ਤਾਂ ਉਦੋਂ ਦੇਖੋ, ਹਾਲਾਂਕਿ ਬਹੁਤੀ ਸਫਾਈ ਨਹੀਂ ਸੀ ਹੁੰਦੀ, ਲਿਬੜੇ ਤੇ ਬੜੇ ਹੱਥਾਂ ਨਾਲ ਹੀ ਖਾਈ ਪਈ ਜਾਣਾ। ਕੁਲਫੀ ਨਾਲ ਮੂੰਹ ਵੀ ਲਿਬੜ ਜਾਣੇ, ਖਰਬੂਜੇ ਨਾਲ ਵੀ ਲਿਬੜ ਜਾਣੇ, ਪਰ ਉਦੋਂ ਥੋੜੀ ਜਿਹੀ ਸਾਦਗੀ ਹੁੰਦੀ ਸੀ। ਹੁਣ ਅਸੀਂ ਪਤਾ ਨਹੀਂ ਤੁਸੀਂ ਕੀ ਸੋਫਿਸਟੀਕੇਟਡ, ਪਤਾ ਨਹੀਂ ਕੀ ਸ਼ਬਦ ਇਦਾਂ ਦਾ ਵਰਤਦੇ ਹੁੰਦੇ ਆ, ਸੰਕੋਚ ਜਿਹਾ। ਨਹੀਂ, ਉਹੀ ਮੈਂ ਹੈਰਾਨ ਆ ਕਿ ਉਹੀ ਖਰਬੂਜਾ ਤੇ ਉਹੀ ਹਦਵਾਣਾ ਜਿਹੜਾ ਉਦੋਂ ਦਾਦਲ ਫਾਦਲ ਜਿਹਾ ਕਰਕੇ ਦਾਤੀ ਨਾਲ ਖਾ ਲੈਣਾ, ਜਾਂ ਕਈ ਵਾਰ ਜੇ ਸਿੱਧਾ ਵੀ ਉਹ ਖਾਣਾ ਸ਼ੁਰੂ ਕਰਨਾ ਤੇ ਕੰਨਾਂ ਤੱਕ ਮਿੱਠਾ ਲੱਗ ਜਾਣਾ। ਤੇ ਹੁਣ ਆਪਾਂ ਤੰਗਲੀਆਂ ਦੇ ਨਾਲ ਹੌਲੀ ਹੌਲੀ ਉਹ ਵੀ ਐ ਮੂੰਹ ਦੇ ਨਾਲ ਖੋਲੇ ਜੇ ਕੋਈ ਸਾਹਮਣੇ ਆਇਆ ਹੋਵੇ ਤਾਂ ਮੂੰਹ ਵੀ ਪਤਾ ਨਹੀਂ ਕਿਹੜੇ ਕੋਨ ਤੇ ਜਾ ਕੇ ਖੋਲਦੇ ਵੀ ਐਂ ਹੀ ਕਰਦਾ ਮੂੰਹ। ਸਵਾਦ ਕਾਹਦਾ ਹੋਣਾ ਜਦੋਂ ਮੱਛੀ ਨਹੀਂ ਐਂ ਕਰਦੀ। ਚਲੋ ਖੈਰ, ਇਹ ਗੱਲਾਂ ਨੇ ਜੀ, ਇਹ ਸਾਰੀਆਂ ਹੁਣ ਤਾਂ ਪਿੱਛੇ ਰਹਿ ਗਈਆਂ, ਪਰ ਜਿਹੜੀਆਂ ਹੁਣ ਚੱਲਦੀਆਂ ਨੇ ਆਪਾਂ ਨੂੰ ਉਹ ਵੀ ਕਰਨੀਆਂ ਪੈਣੀਆਂ। ਅੱਜ ਕੁਛ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ। ਇੱਕ ਤਾਂ ਕੈਪਟਨ ਸਾਹਿਬ ਨੂੰ ਦੁਬਾਰਾ ਧੀਆਂ ਪੁੱਤਾਂ ਦਾ ਚੇਤਾ ਆਇਆ ਜੀ, ਕਹਿੰਦੇ ਬਹੁਤ ਫਿਕਰ ਆ। ਕੀ ਆ ਫਿਕਰ ਦੱਸਾਂਗੇ। ਦੂਸਰਾ, ਆਪਣੇ ਕੋਲੋਂ ਇੱਕ ਉਧਾਰਾ ਬੰਦਾ, ਕਿਉਂਕਿ ਸਨੀ ਦਿਓਲ ਜੇ ਹੁਣ ਪੰਜਾਬ ਨੂੰ ਦਿੱਤਾ ਤੇ ਪੰਜਾਬ ਤੋਂ ਵੀ ਬੰਦਾ ਚਾਹੀਦਾ ਸੀ, ਇਸ ਕਰਕੇ ਦਿੱਲੀ ਇੱਕ ਭਾਈ ਸਾਹਿਬ ਖੜੇ ਨੇ। ਵੈਸੇ ਤਾਂ ਉਹ ਪੰਜਾਬ ਦੇ ਰਾਜਗਾਇਕ ਨੇ, ਪਰ ਉੱਥੇ ਜਾ ਕੇ ਪੰਗਾ ਇੱਕ ਹੋਰ ਪਾ ਲਿਆ ਉਹਨਾਂ ਨੇ, ਉਹ ਵੀ ਜ਼ਿਕਰ ਕਰਾਂਗੇ ਆਪ ਜੀ ਦੇ ਨਾਲ। ਕੱਲ੍ਹ ਜਿਹੜੀ ਆਪਾਂ ਗੱਲ ਕਰਦੇ ਸੀ ਬਾਠ ਸਾਹਿਬ ਕਿ ਸ਼ੱਕ ਜਿਹਾ ਜ਼ਾਹਰ ਕਰਦੇ ਨੇ ਉਹ, ਤੇ ਮੈਨੂੰ ਲੱਗਦਾ ਵੀ ਉਹ ਇੱਕ ਪਾਸਿਓਂ ਨਹੀਂ ਵਾਢਾ ਧਰ ਲਿਆ ਉਹਨਾਂ ਨੇ, ਤੇ ਹੁਣ ਜੇ ਵਾਢਾ ਧਰਿਆ ਗਿਆ ਤੇ ਅਗਲਿਆਂ ਕੋਲ 67-68 ਨੇ, ਵੇਖੋ ਕਦੋਂ ਜਾ ਕੇ ਮੁੱਕਦੇ। ਨਹੀਂ, ਤੁਹਾਡੇ ਕਹਿਣ ਦਾ ਭਾਵ ਕਿ ਅਗਲੇ ਨੇ ਵੱਟ ਲੈ 10 ਕਰੋੜ ਰੁਪਈਆ ਵੱਟਿਆ ਗਿਆ ਉਹ, ਤਾਂ ਹੀ ਅਗਲਾ ਗਿਆ। ਹੁਣ ਮੈਨੂੰ ਕਿਸੇ ਨੇ ਗੁੜ ਥੋੜ੍ਹਾ ਦਿੱਤਾ ਵੀ ਮੈਂ ਭਾਜਪਾ 'ਚ ਜਾਵਾਂ। ਮੰਨ ਲਓ ਮੈਂ ਸਿਟਿੰਗ MLA ਆ, ਸਰਕਾਰ ਮੇਰੀ ਹੈਗੀ ਆ 2020 'ਚ ਜੇ ਵੋਟਾਂ ਪੈਣੀਆਂ, ਤੇ ਮੈਂ ਹੁਣ ਕਿਉਂ ਪੰਗਾ ਲਵਾਂ ਅਚਾਨਕ ਤੋਂ? ਗੱਲ ਤਾਂ ਤੁਹਾਡੀ ਠੀਕ ਹੈ। ਦੇਖੋ, ਜੋ ਸੰਧਾਲੀਆ ਤਾਂ ਤੁਸੀਂ ਕਹਿ ਰਹੇ ਹੋ ਨਾ, ਆਪਾਂ ਦਰਸ਼ਕਾਂ ਨੂੰ ਗੱਲ ਜਿਹੜਾ ਖੋਲ ਕੇ ਦੱਸ ਦਿੰਦੇ ਹਾਂ, ਕਿਉਂਕਿ ਜਦੋਂ ਮਨੀਸ਼ ਸਿਸੋਦੀਆ ਸਾਹਿਬ ਨੇ ਦਿੱਲੀ 'ਚ ਕੀਤੀ ਪ੍ਰੈਸ ਕਾਨਫਰੰਸ ਕਿ ਸਾਡੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 10 ਕਰੋੜ ਦੀਆਂ ਥੈਲੀਆਂ ਦੇ ਕੇ ਬੀਜੇਪੀ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਾਡਾ ਨਹੀਂ ਜੇ ਕੋਈ ਬੰਦਾ ਹਿੱਲਿਆ, ਸਾਡਾ ਝਾੜੂ ਉਦਾਂ ਹੀ ਜਿਹੜੀ ਟੱਲੀ ਨਾਲ ਅਸੀਂ ਕੱਸ ਕੇ ਬੰਨਿਆ ਉਦਾਂ ਹੀ ਬੰਨਿਆ, 30 ਲਿਕ ਨਹੀਂ ਇੱਧਰ ਉੱਧਰ ਗਈ। ਪਰ ਕੱਲ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਸੁੱਤਿਆਂ ਉਹਦੇ ਵਿੱਚੋਂ ਇੱਕ ਤੀਲ ਕੱਢ ਲਈ। ਇੱਕ ਤੀਲ ਕੱਢਣ ਦਾ ਭਾਵ ਹੈ ਕਿ ਮਸਲਾ ਇੱਕ ਤੀਲ ਨਹੀਂ ਕੱਟੀ, ਝਾੜੂ ਢਿੱਲਾ ਹੋ ਗਿਆ। ਹੁਣ ਚਾਹੇ ਆਮ ਆਦਮੀ ਪਾਰਟੀ ਵਾਲੇ ਝਾੜੂ ਫੇਰਨ ਤੇ ਚਾਹੇ ਕੋਈ ਹੋਰ ਚੱਕ ਕੇ ਭੱਜਣ ਲੱਗੇ, ਹੁਣ ਝਾੜੂ ਦੇ ਖਿਲਰਨ ਦੇ ਅਸਾਰ ਵਧੇ ਨੇ। ਨਾਮ ਬੰਦੇ ਦਾ ਅਨਿਲ ਵਾਜਪਾਈ ਆਮ ਆਦਮੀ ਪਾਰਟੀ ਦੀ ਟਿਕਟ ਤੇ MLA ਬਣਿਆ, ਤੇ ਕੱਲ ਵਿਜੇ ਗੋਇਲ ਜਿਹੜੇ ਕਿ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਨੇ, ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ, ਉਹਨਾਂ ਦੇ ਨਾਲ ਉਹ ਬੰਦਾ ਪ੍ਰੈਸ ਕਾਨਫਰੰਸ 'ਚ ਬੈਠਾ ਸੀ। ਤੇ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਪਤਾ ਕੀ, ਮੈਨੂੰ ਜੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ, ਲੋਕਾਂ ਨੇ ਵੋਟਾਂ ਪਾਈਆਂ, ਮੇਰੇ ਕੰਮਾਂ ਕਰਕੇ ਪਾਈਆਂ, ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਨੇ ਕਹਿੰਦੇ 1-2 ਵਾਰੀ ਨਾ ਮੇਰੀ ਬੇਇੱਜ਼ਤੀ ਕਰ ਦਿੱਤੀ ਭਰੀ ਮਹਿਫਲ ਦੇ ਵਿੱਚ, ਤੇ ਮੈਨੂੰ ਹੁਣ ਬਹੁਤਾ ਕੰਮ ਕਰ ਵੀ ਨਹੀਂ ਸੀ ਕਰਨ ਦਿੰਦੇ, ਇਸ ਕਰਕੇ ਮੈਨੂੰ ਲੱਗਾ ਕਿ ਬੀਜੇਪੀ ਵਧੀਆ ਪਾਰਟੀ ਹੈ, ਉਹਦੇ ਵਿੱਚ ਮੈਂ ਚੰਗੇ ਤਰੀਕੇ ਆਪਣਾ ਵੀ ਭਲਾ ਕਰ ਸਕਦਾ ਤੇ ਆਪਣੇ ਹਲਕੇ ਦੇ ਲੋਕਾਂ ਦਾ ਵੀ, ਇਸ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਦੂਸਰੀ ਗੱਲ, ਨਹੀਂ, ਪਹਿਲੀ ਗੱਲ ਜਿਹੜਾ ਭਲਾ ਕਰਨ ਵਾਲੀ ਉਹ ਨਹੀਂ ਸਮਝ ਆਈ ਵੀ ਜਦੋਂ ਸਰਕਾਰ ਹੈ ਜੇ ਆਮ ਆਦਮੀ ਪਾਰਟੀ ਦੀ ਹੈ,
ਬੀਜੇਪੀ ਦੀ ਅਜੇ ਕਿਤੇ ਸਰਕਾਰ ਨਹੀਂ ਹੈਗੀ, ਵੋਟਾਂ 2019 ਲਈ ਪੈ ਰਹੀਆਂ ਜਿਹੜੀਆਂ ਉਹ ਸੈਂਟਰ ਵਾਲੀ ਸਰਕਾਰ ਲਈ ਹੈ, 2020 ਤੱਕ ਉਹਨਾਂ ਦੀ ਸਰਕਾਰ, ਤੇ ਫਿਰ ਬੀਜੇਪੀ ਦੇ ਥਰੂ ਕੰਮ ਕਿਵੇਂ ਕਰਾ ਲੈਣਗੇ ਉਹ? ਦੇਖੋ, ਜਦੋਂ ਨਾ ਸਵਾਣੀਆਂ ਕਿਤੇ ਵਿਆਹ ਦੇ ਵਿੱਚ ਜਾਂਦੀਆਂ ਤਾਂ ਉਦੋਂ ਇਹ ਤਾਂ ਦੱਸਦੀਆਂ ਸੂਟ 5000 ਦਾ, ਪਰ ਇਹ ਨਹੀਂ ਦੱਸਦੀਆਂ ਕਿ 5000 ਦੇ ਵਿੱਚ ਉਹਨੇ ਆਪਣੀ ਕਾਟ ਕਿੰਨੀ ਲਾਈ ਆ। ਇਹ ਬਿਲਕੁਲ ਨਹੀਂ ਦੱਸਣਾ ਹੁੰਦਾ ਕਿ ਕਿਹੜੇ ਦਰਜੀ ਤੋਂ ਸਵਾਇਆ। ਇਸ ਕਰਕੇ ਅਸੀਂ ਅੰਦਰਲੀਆਂ ਸਾਰੀਆਂ ਗੱਲਾਂ ਨਹੀਂ ਦੱਸਣੀਆਂ, ਚਲੋ, ਕਿਉਂਕਿ ਉਹਨਾਂ ਨੇ ਲੋਕਾਂ ਦੇ ਭਲੇ ਦੀ ਵੀ ਗੱਲ ਕੀਤੀ ਤੇ ਆਪਦੇ ਭਲੇ ਦੀ ਵੀ ਗੱਲ ਕੀਤੀ ਹੈ। ਮੈਂ ਕੁੱਲ ਮਿਲਾ ਕੇ ਉਹਨਾਂ ਨੇ ਕੁਛ ਤਾਂ ਕਾਰਨ ਦੱਸਣਾ ਸੀਗਾ, ਜਿੱਦਾਂ ਮਤਲਬ ਮਨਸ਼ਾਹੀਆ ਸਾਹਿਬ ਨੇ ਦੱਸਿਆ ਸੀ ਕਿ ਮੈਂ ਆਪਣੇ ਨੇੜਲੇ ਲੋਕਾਂ ਨਾਲ ਸਲਾਹ ਕੀਤੀ ਜੀ, ਉਹਨਾਂ ਨੇ ਕਿਹਾ ਕਿ ਚਲੇ ਜਾਓ, ਤੇ ਫਿਰ ਮੈਂ ਚਲਾ ਗਿਆ, ਫਿਰ ਮੈਂ ਮੋੜਿਆ ਥੋੜੇ ਜਾ ਸਕਦਾ, ਕਹਿਣਾ ਨਹੀਂ ਨਾ ਮੋੜਦੇ, ਬਿਲਕੁਲ ਆਖਾ ਨਹੀਂ। ਹੁਣ ਇਦਾਂ ਹੀ ਜਿਹੜੇ ਵਿਜੇ ਗੋਇਲ ਸਾਹਿਬ ਨੇ, ਕੇਂਦਰ ਸਰਕਾਰ ਦੇ ਮੰਤਰੀ ਨੇ, ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਹੋਇਆ, ਪੱਤਰਕਾਰਾਂ ਨੇ ਸਵਾਲ ਕਰ ਲਿਆ ਕਿ ਗੋਇਲ ਸਾਹਿਬ ਤੁਹਾਡੇ ਤੇ ਤਾਂ ਦੋਸ਼ ਬੜੇ ਲੱਗਦੇ ਆ। ਕੱਲ ਜੀ ਆਮ ਆਦਮੀ ਪਾਰਟੀ ਦਾ ਉਪ ਮੁੱਖ ਮੰਤਰੀ ਕਹਿ ਕੇ ਗਿਆ ਕਿ ਤੁਸੀਂ ਉਹਨਾਂ ਦੇ 7 MLAs ਦੇ ਸੰਪਰਕ 'ਚੋਂ ਤਾਂ 10-10 ਕਰੋੜ ਦਿੰਦੇ ਆ। ਉਹ ਕਹਿੰਦੇ 10 ਕਰੋੜ ਤਾਂ ਅਸੀਂ ਕਿਸੇ ਨੂੰ ਨਹੀਂ ਦਿੰਦੇ, ਪਰ ਉਹਨਾਂ ਨੂੰ ਭੁਲੇਖਾ ਕਿ 7 MLA ਸਾਡੇ ਸੰਪਰਕ 'ਚ ਆ। ਕਹਿੰਦੇ 7 ਨਹੀਂ 14 ਸਾਡੇ ਸੰਪਰਕ 'ਚ ਆ। ਅੱਛਾ, ਤੇ ਇੱਕ ਆ ਗਿਆ ਤੇ 13 ਬੰਦੇ ਅਸੀਂ ਕਹਿੰਦੇ ਹੌਲੀ ਹੌਲੀ ਕਰਕੇ ਲੈ ਆਉਣੇ ਆ। ਇਹਦਾ ਮਤਲਬ ਹੈ ਕਿ ਦਿੱਲੀ ਦੇ ਵਿੱਚ ਲੋਕ ਸਭਾ ਦੀਆਂ 7 ਸੀਟਾਂ ਦੇ ਲਈ ਜਿਹੜੀ ਜੰਗ ਹੈ ਉਹ ਬੜੀ ਤੇਜ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਠਿੱਬੀ ਕੱਲੀ ਇੱਕ MLA ਅਨਿਲ ਵਾਜਪਾਈ ਦੇ ਰੂਪ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਨਹੀਂ ਲਾਈ, ਨਾਲ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ 3 ਕੌਂਸਲਰ ਵੀ ਉਹ ਭਾਰਤੀ ਜਨਤਾ ਪਾਰਟੀ ਦੇ ਖੇਮੇ 'ਚ ਆ ਗਏ ਆ। ਦੇਖੋ, ਇਧਰੋਂ ਨਾਜਰ ਸੂ ਮਾਨਸ਼ਾਹੀਆ ਕਾਂਗਰਸ ਚਲੇ ਗਏ, ਉਧਰੋਂ ਅਨਿਲ ਵਾਜਪਾਈ ਭਾਰਤੀ ਜਨਤਾ ਪਾਰਟੀ ਚਲੇ ਗਏ। ਦੋ ਹੀ ਤਾਂ ਸੂਬੇ ਨੇ ਜਿਨ੍ਹਾਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਪ੍ਰਤੀਨਿਧ ਜਿੱਤ ਕੇ ਵਿਧਾਨ ਸਭਾਵਾਂ ਦੇ ਵਿੱਚ ਪਹੁੰਚਿਆ, ਤੇ ਜੇ ਹੁਣ ਉਹ ਵੀ ਇੱਕ ਇੱਕ ਕਰਕੇ ਖਿਲਰਨ ਲੱਗ ਪਏ ਤਾਂ ਕੇਜਰੀਵਾਲ ਸਾਹਿਬ ਨੂੰ ਆਪਣੀ ਰਿਆਸਤ ਚੰਗੇ ਤਰੀਕੇ ਸਾਂਭਣੀ ਚਾਹੀਦੀ ਹੈ, ਕਿਉਂਕਿ ਜੇ ਝਾੜੂ ਸਾਰਾ ਖਿਲਰ ਗਿਆ ਨਾ, ਫਿਰ ਉਹਨੂੰ ਚੰਗੇ ਤਰੀਕੇ ਇਕਮੁੱਠ ਕਰਕੇ ਦੁਬਾਰਾ ਟੱਲੀ 'ਚ ਬਣਨਾ ਔਖਾ ਹੋ ਜੂ। ਵੈਸੇ ਬਾਟ ਸਾਹਿਬ, ਮੈਨੂੰ ਇਹ ਲੱਗਦੀ ਹੈ ਗੱਲ ਕਿ ਵੀ ਇਹ ਜਾਂ ਤਾਂ ਕੋਈ ਨਾ ਕੋਈ ਸਟ੍ਰੈਟਜੀ ਹੈ, ਕਿਉਂਕਿ ਇਹ ਤਾਂ ਹੈ ਨਹੀਂ ਗਾ ਵੀ ਹੁਣ ਕੋਈ ਜੇ ਕਾਂਗਰਸ ਦਾ ਦਾ ਲੱਗਦਾ ਉਹ ਬੰਦਾ ਟੇਰ ਲੈਂਦੇ ਨੇ, ਅਕਾਲੀਆਂ ਦਾ ਲੱਗਦਾ ਉਹ ਟੇਰ ਲੈਂਦੇ ਨੇ, ਜੇ ਹੁਣ ਭਾਜਪਾ ਦਾ ਲੱਗਦਾ ਉਹ ਟੇਰ ਲੈਂਦੇ ਨੇ, ਤੇ ਬੰਦਾ ਟੇਰਿਆ ਵੀ ਜਾਂਦਾ ਉਸ ਪਾਸੇ ਨੂੰ। ਹੁਣ ਸਵਾਲ ਇਹ ਹੈ ਕਿ ਵੀ ਜਾਂ ਤਾਂ 2014 ਜਦੋਂ ਪਤਾ ਨਹੀਂ ਸੀ, ਕਿਸੇ ਨੇ ਮੰਨਿਆ ਨਹੀਂ ਸੀ ਵੀ 2014 'ਚ ਆਮ ਆਦਮੀ ਪਾਰਟੀ ਕੀ ਕਰੂਗੀ, ਉਦੋਂ 4 MP ਜਿੱਤ ਗਏ, ਉਸ ਤੋਂ ਬਾਅਦ ਸਰਕਾਰ ਵੀ ਬਣ ਗਈ ਦਿੱਲੀ 'ਚ, ਪੰਜਾਬ ਦੇ ਵਿੱਚ ਅਗਲੇ ਵਿਰੋਧੀ ਧਿਰ 'ਚ ਬੈਠੇ ਨੇ। ਹੁਣ ਕਿਤੇ ਇਹ ਤਾਂ ਨਹੀਂ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਯਾਰ ਜੇ ਇੱਦਾਂ ਹੀ ਐਗਜ਼ਿਸਟ ਕਰਦੇ ਰਹੇ ਤੇ ਸਾਡਾ ਕੰਮ ਔਖਾ, ਇਸ ਕਰਕੇ ਟੇਰੋ। ਕਿਉਂਕਿ ਮੇਰਾ ਖਿਆਲ ਤੁਸੀਂ ਅੱਜ ਹੀ ਫੋਟੋਆਂ ਲੱਗੀਆਂ ਨਾ ਜੇ ਖਡੂਰ ਸਾਹਿਬ ਹਲਕੇ 'ਚ ਵੀ ਤਾਂ ਜਿਹੜੇ ਉਦੋਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਭੁਪਿੰਦਰ ਬਿੱਟੂ ਹੋਰੀ, ਉਹ ਦੁਬਾਰਾ ਮਾਂ ਪਾਰਟੀ ਕਾਂਗਰਸ ਚਲੇ ਗਏ। ਦੇਖੋ, ਉਹ ਇਕੱਲੇ ਉਮੀਦਵਾਰ ਨਹੀਂ ਸੀ, ਉਹ ਜ਼ਿਲ੍ਹਾ ਪ੍ਰਧਾਨ ਵੀ ਸੀ। ਹੁਣ ਜੇ ਕਿਸੇ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਚਲੇ ਜਾਏ ਤਾਂ ਜਿਹੜੀ ਪਾਰਟੀ ਨੂੰ ਛੱਡ ਕੇ ਗਿਆ ਉਹਦੇ ਲਈ ਕਿੱਡਾ ਵੱਡਾ ਨੁਕਸਾਨ ਹੈ। ਹੁਣ ਖਡੂਰ ਸਾਹਿਬ ਦੇ ਵਿੱਚ ਜਾਂ ਤਰਨਤਾਰਨ ਦੇ ਵਿੱਚ ਦੇਖੋ ਨੁਕਸਾਨ ਕਿੱਡਾ। ਭਾਈ ਬਲਦੀਪ ਸਿੰਘ ਨੂੰ ਟਿਕਟ ਦਿੱਤੀ ਸੀ 2014 'ਚ, ਉਹਨਾਂ ਨੇ 1.25 ਲੱਖ ਵੋਟਾਂ ਲਈਆਂ, ਪਾਰਟੀ ਛੱਡ ਗਏ। ਉਹਦੇ ਤੋਂ ਬਾਅਦ ਭੁਪਿੰਦਰ ਬਿੱਟੂ ਆਏ, ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ, ਉਹ ਪਾਰਟੀ ਛੱਡ ਗਏ। ਹੁਣ ਜਦੋਂ ਇਦਾਂ ਦੇ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਪਾਰਟੀ ਛੱਡੀ ਜਾਣਗੇ, ਸੋਚਣਾ ਵਿਚਾਰਨਾ ਤਾਂ ਬਣਦਾ। 2 ਕਾਰਨ ਨੇ ਸੰਧਾਲੀਆ ਸਾਹਿਬ ਵੱਡੇ। ਇੱਕ ਕਾਰਨ ਤੁਸੀਂ ਬਿਲਕੁਲ ਚੰਗੇ ਤਰੀਕੇ ਦੱਸ ਦਿੱਤਾ ਕਿ ਵਿਰੋਧੀ ਪਾਰਟੀਆਂ ਨੂੰ ਲੱਗਦਾ ਕਿ ਜੇ ਕੋਈ ਤੀਸਰੀ ਪਾਰਟੀ ਤਾਕਤਵਰ ਹੋਈ ਤਾਂ ਸਾਡੇ ਦਾਣੇ ਫੱਕੇ ਕਿਸੇ ਹੋਰ ਨੇ ਲੈ ਜਾਣੇ ਆ। ਪਰ ਦੂਸਰੇ ਪਾਸੇ ਵੀ ਹੈ, ਆਮ ਆਦਮੀ ਪਾਰਟੀ ਦੇ ਭਾਵੇਂ ਵਿਧਾਇਕ ਪੰਜਾਬ ਦੇ ਨੇ ਤੇ ਭਾਵੇਂ ਦਿੱਲੀ ਦੇ, ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਭਾਈ ਜੇ ਅਗਲੀ ਵਾਰੀ ਚੋਣ ਜਿੱਤਣੀ ਆ ਤਾਂ ਲੋਕਾਂ ਦੇ ਕੰਮ ਕਰਨੇ ਪੈਣਗੇ। ਕੰਮ ਪੰਜਾਬ 'ਚ ਇਸ ਕਰਕੇ ਨਹੀਂ ਹੁੰਦੇ ਕਿ ਕੋਈ ਸਰਕਾਰ ਹੈ ਨਹੀਂ ਆਪਣੀ, ਦਿੱਲੀ 'ਚ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਸਰਕਾਰ ਨੂੰ ਉਪ ਰਾਜਪਾਲ ਨਹੀਂ ਟਿਕਣ ਦਿੰਦਾ। ਇਸ ਕਰਕੇ ਉਹ ਸੋਚਦੇ ਆ ਕਿ ਭਾਈ ਕਿਤੇ ਉਹੀ ਗੱਲ ਨਾ ਹੋਵੇ, ਨਾ ਸੁੱਤੀ ਨਾ ਕੱਤਿਆ, ਨਾ 4 ਪੈਸੇ ਬਣਾਈਏ, ਨਾ ਲੋਕਾਂ ਦੇ ਕੰਮ ਕਰਾ ਕੇ ਅਗਲੀ ਵਾਰੀ ਜਿੱਤਣ ਜੋਗੇ ਹੋਈਏ। ਇਹਦੇ ਨਾਲੋਂ ਚੰਗਾ ਕਿ ਕਿਸੇ ਸੱਤਾਧਾਰੀ ਧਿਰ ਦੇ ਵੱਡੇ ਲੀਡਰ ਨੂੰ ਸਲੂਟ ਮਾਰ ਕੇ ਆਪਾਂ ਉਹਨਾਂ ਦੀ ਜ਼ਿੰਮੇਵਾਰੀ ਬਹਿ ਚੱਲਦੇ। ਨਾਲੇ ਉਹ ਕਹਿੰਦੇ ਨੇ ਵੀ ਮਤਲਬ ਆਮ ਆਦਮੀ ਪਾਰਟੀ ਦੇ MLA ਬਣਨ ਨਾਲੋਂ ਵਿਰੋਧੀ ਪਾਰਟੀਆਂ ਦੇ ਮੈਂਬਰ ਹੋਣ 'ਚ ਜ਼ਿਆਦਾ ਫਾਇਦਾ। ਹਲਕਾ ਇੰਚਾਰਜ ਹੀ ਬਣ ਜਾਈਏ ਭਾਵੇਂ। ਚਲੋ ਖੈਰ, ਇਹ ਤਾਂ ਹੁਣ ਇਸ ਹਿਸਾਬ ਨਾਲ ਚੱਲੀ ਜਾਂਦਾ। ਪਰ ਕੱਲ ਇੱਕ ਚੀਜ਼ ਹੋਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਅਮਨਾ ਅਰੋੜਾ ਹੋਰਾਂ ਦੀ ਆਪਾਂ ਗੱਲ ਕਰ ਲਈ, ਕਿਉਂਕਿ ਉਹ ਵੀ ਅਫਵਾਹ ਬਹੁਤ ਫੈਲੀ ਸੀ ਵੀ ਇੱਕ ਪਾਸੇ ਜੀ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਐਤਕੀ ਕੁਛ ਕਰ ਵਿਖਾਉਣਾ, ਤੇ ਦੂਜੇ ਪਾਸੇ ਜਿਸ ਬੰਦੇ ਦੇ ਹੱਥ ਦੇ ਵਿੱਚ ਪੂਰੇ ਪ੍ਰਚਾਰ ਦੀ ਕਮਾਨ ਹੈ ਉਹੀ ਬੰਦਾ ਸ਼ਾਇਦ ਪਲਾਕੀ ਮਾਰਨ ਨੂੰ ਫਿਰਦਾ। ਪਰ ਅਮਨਾ ਅਰੋੜਾ ਹੋਰਾਂ ਨੇ ਕੱਲ ਆਪਣੇ ਘਰ 'ਚ ਹੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਨਹੀਂ ਮਹਾਰਾਜ, ਇੱਦਾਂ ਦੀ ਗੱਲ ਕੋਈ ਨਹੀਂ, ਅਫਵਾਹਾਂ ਉਡਾ ਰਹੇ ਨੇ। ਦੇਖੋ ਸੰਧਾਲੀਆ ਸਾਹਿਬ, ਜਿੱਦਣ ਨਾਜਰ ਸਿੰਘ ਮਨਸ਼ਾਹੀਆ ਸਾਹਿਬ ਗਏ ਆ ਨਾ ਕਾਂਗਰਸ ਪਾਰਟੀ 'ਚ, ਉਹਦੇ ਤੋਂ ਬਾਅਦ ਸਭ ਤੋਂ ਪਹਿਲਾਂ ਰੌਲਾ ਪਿਆ ਅਮਰਜੀਤ ਸੰਦੋਏ ਦਾ ਕਿ ਹੁਣ ਰੋਪੜ ਵਾਲਾ ਆਮ ਆਦਮੀ ਪਾਰਟੀ ਦਾ MLA ਕਾਂਗਰਸ ਪਾਰਟੀ ਦੇ ਗੱਡੇ ਤੇ ਬੈਠੂਗਾ। ਪਰ ਉਸ ਬੰਦੇ ਨੇ ਦੂਜੇ ਦਿਨ ਹੀ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਭਾਈ ਇਦਾਂ ਦੀ ਕੋਈ ਗੱਲ ਨਹੀਂ, ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ, 59,000 ਲੋਕਾਂ ਨੇ ਵੋਟਾਂ ਪਾਈਆਂ, ਮੈਂ ਛੱਡ ਕੇ ਕਿਵੇਂ ਚੱਲ ਜੂ, ਮੈਂ ਵਿਸ਼ਵਾਸਘਾਤ ਨਹੀਂ ਕਰਨਾ। ਚਲੋ ਇਹ ਵੀ ਗੱਲ ਠੀਕ ਹੈ। ਉਹਦੇ ਤੋਂ ਬਾਅਦ 4 ਦਿਨ ਲਗਾਤਾਰ ਇਹ ਚਰਚਾ ਚੱਲੀ ਕਿ ਹੁਣ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਸੁਨਾਮ ਤੋਂ MLA ਅਮਨ ਅਰੋੜਾ ਉਹ ਬੰਦੇ ਜਿਨ੍ਹਾਂ ਦੀ ਭਗਵੰਤ ਮਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ 'ਚ ਸਭ ਤੋਂ ਵੱਧ ਪੁੱਛਗਿੱਛ ਹੈ, ਤੇ ਉਹ ਬੰਦਾ ਕਾਂਗਰਸ ਪਾਰਟੀ ਜਾਣ ਨੂੰ ਫਿਰਦਾ।
ਰੌਲਾ ਇਹ ਵੀ ਪੈ ਗਿਆ ਕਿ ਉਹਨਾਂ ਨੇ ਸੁਨਾਮ ਦੇ ਆਪਣੇ ਪੱਕੇ ਵਰਕਰਾਂ ਨੂੰ ਕਹਿਤਾ ਕਿ ਕਾਂਗਰਸ ਦੇ ਹੱਕ 'ਚ ਕੰਮ ਕਰੋ। ਚਰਚਾ ਇਹ ਵੀ ਚੱਲ ਪਈ ਕਿ ਉਹਨਾਂ ਨੇ ਆਪਣੇ ਘਰ ਤੋਂ ਆਮ ਆਦਮੀ ਪਾਰਟੀ ਦਾ ਝੰਡਾ ਵੀ ਲਾਤਾ ਤੇ ਫਲੈਕਸਾਂ ਵੀ ਲਾਤੀਆਂ। ਜਦੋਂ ਇੰਨੀ ਵੱਡੀ ਪੱਧਰ ਤੇ ਰੌਲਾ ਪਿਆ ਤਾਂ ਫਿਰ ਰੌਲਾ ਤਾਂ ਪੈਣਾ ਹੀ ਸੀ। ਹੁਣ ਜਿਵੇਂ ਤੁਸੀਂ ਦੱਸਿਆ, ਇੱਕ ਬੰਦਾ ਸੂਬੇ ਦੀ ਪ੍ਰਚਾਰ ਕਮੇਟੀ ਦਾ ਮੁਖੀ ਹੋਵੇ, ਜੇ ਪ੍ਰਚਾਰ ਕਮੇਟੀ ਦਾ ਮੁਖੀ ਹੁਣ ਪੋਸਟਰਾਂ ਵਾਲੀ ਪੇਟੀ ਚੱਕ ਕੇ ਭਾਜਾ ਦਾ ਪ੍ਰਚਾਰ ਕਰੂਗਾ ਕੌਣ? ਪਰ ਅਮਨ ਅਰੋੜਾ ਸਾਹਿਬ ਨੇ ਸੱਚੀ ਪ੍ਰੈਸ ਕਾਨਫਰੰਸ ਕੀਤੀ ਘਰੇ ਤੇ ਕਾਲੀ 'ਚ। ਉਹ ਕਹਿੰਦੇ ਪਹਿਲੀ ਗੱਲ ਇਹ ਕਿ ਮੇਰੇ ਪਰਿਵਾਰ ਦੇ ਇੱਕ ਮੈਂਬਰ ਦੀ ਪਿਛਲੇ ਦਿਨੀ ਹੋ ਗਈ ਸੀ ਮੌਤ, ਇਸ ਕਰਕੇ ਜਿਹੜੇ ਅਸੀਂ ਆਪਣੇ ਘਰ ਦੇ ਬਾਹਰ ਵਧਾਈ ਦੇ ਪੋਸਟਰ ਫਲੈਕਸ ਲਾਏ ਸੀ ਉਹ ਲਾਹੇ ਆ, ਹੋਰ ਨਹੀਂ ਕੋਈ ਲਾਇਆ, ਤੇ ਉਹ ਲਾਏ ਵੀ ਚਿਰਾਂਦੇ ਆ। ਦੂਸਰੀ ਗੱਲ ਉਹ ਕਹਿੰਦੇ ਝੰਡਾ ਤਾਂ ਪਹਿਲਾਂ ਵੀ ਲੱਗਾ ਸੀ ਘਰ ਦੇ ਉੱਪਰ, ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਝੰਡਾ ਅੱਜ ਵੀ ਲੱਗਾ। ਤੀਸਰੀ ਗੱਲ ਉਹ ਕਹਿੰਦੇ ਕਿ ਮੈਂ ਮੀਡੀਆ ਦੀ ਬੜੀ ਰਿਸਪੈਕਟ ਕਰਦਾ, ਪਰ ਮੈਂ ਬੇਨਤੀ ਵੀ ਇਹ ਕਰ ਦਿੰਨਾ ਕਿ ਕੋਈ ਵੀ ਮੀਡੀਆ ਕਰਮੀ ਜਾਂ ਅਦਾਰਾ ਕੇਵਲ ਨਿਰੋਲ ਅਫਵਾਹਾਂ ਫੜਾਉਣ ਦੇ ਲਈ ਇਦਾਂ ਦਾ ਕੰਮ ਨਾ ਕਰੇ, ਕਿਉਂਕਿ ਅਸੀਂ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਾ, ਤੇ ਜਦੋਂ ਇਦਾਂ ਦੀਆਂ ਬੇਸਿਰ ਪੈਰ ਅਫਵਾਹਾਂ ਫੈਲਦੀਆਂ ਤੇ ਉਦੋਂ ਸਾਡੀ ਪਾਰਟੀ ਦਾ ਨੁਕਸਾਨ ਹੁੰਦਾ। ਹੁਣ ਸੰਧਾਲੀਆ ਸਾਹਿਬ, ਅਮਨ ਅਰੋੜਾ ਸਾਹਿਬ ਜਿਹੜੇ ਆ ਪੁਰਾਣੇ ਕਾਂਗਰਸੀ ਨੇ, ਬਹੁਤੇ ਪੁਰਾਣੇ ਕਾਂਗਰਸੀ ਨੇ। ਉਹਨਾਂ ਦੇ ਬਾਪੂ ਜੀ ਭਗਵਾਨ ਦਾਸ ਅਰੋੜਾ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੇ ਸੁਨਾਮ ਤੋਂ ਕਈ ਵਾਰ ਚੋਣ ਲੜੇ। ਅਮਨ ਅਰੋੜਾ ਸਾਹਿਬ ਵੀ ਕਾਂਗਰਸੀ ਰਹੇ। ਹੁਣ ਉਹਨਾਂ ਨੇ ਆਪ ਮੰਨਿਆ ਪ੍ਰੈਸ ਕਾਨਫਰੰਸ ਦੇ ਵਿੱਚ, ਕਹਿੰਦੇ ਮੇਰੇ ਬੜੇ ਕਾਂਗਰਸੀਆਂ ਨਾਲ ਲਿੰਕ ਆ, ਉਹਨਾਂ ਦੇ ਸੱਦੇ ਮੈਨੂੰ ਆਉਂਦੇ ਰਹਿੰਦੇ ਆ, ਪਰ ਮੈਂ ਜਾਣਾ ਨਹੀਂ। ਹੁਣ ਦੇਖਦੇ ਆ ਕਿ ਅਮਨ ਅਰੋੜਾ ਸਾਹਿਬ ਦਾ ਇਹ ਬਿਆਨ ਕਿ ਮੈਂ ਜਾਣਾ ਨਹੀਂ, ਕਿੰਨੀ ਕੁ ਦੇਰ ਉਹ ਟਿਕੇ ਰਹਿੰਦੇ ਆ ਤੇ ਕਿੰਨੀ ਕੁ ਦੇਰ ਨਹੀਂ। ਪਰ ਜਿਸ ਤਰੀਕੇ ਦੇ ਨਾਲ ਸੰਗਰੂਰ ਲੋਕ ਸਭਾ ਹਲਕੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਬਾਕੀ 12 ਲੋਕ ਸਭਾ ਹਲਕਿਆਂ 'ਚ ਸਥਿਤੀ ਹੈ, ਲੱਗਦਾ ਕਿ 23 ਮਈ ਤੋਂ ਬਾਅਦ ਭੱਜ ਟੁੱਟ ਵਾਹਵਾ ਹੋਣੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਬਾਕੀ ਆਪਾਂ ਇਹ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਵੀ ਕਹਾਣੀ ਇਹ ਕਿੱਧਰ ਨੂੰ ਜਾਂਦੀ ਹੈ, ਪਰ ਇੱਕ ਗੱਲ ਤਾਂ ਪੱਕੀ ਹੈ ਵੀ ਇਸ ਵਕਤ ਹੱਥ ਧੋ ਕੇ ਬਾਕੀ ਪਾਰਟੀਆਂ ਮਗਰ ਪੈ ਗਈਆਂ ਨੇ, ਕਿਉਂਕਿ ਇਸ ਚੀਜ਼ ਦਾ ਇੱਕ ਸੰਦੇਸ਼ ਜਿਹਾ ਚਲੇ ਜਾਂਦਾ ਨਾ, ਜਿੱਦਾਂ ਨਾ ਵੀ ਮਤਲਬ ਫੁਹਾਰਾ ਜਿਹਾ ਹੀ ਉੱਡ ਜਾਂਦਾ ਵੀ ਉਹ ਭਾਈ ਸਾਹਿਬ ਆਪ ਵਾਲਿਆਂ ਦਾ ਕੁਛ ਨਹੀਂ, ਭਰਾਵਾ ਉਹਨਾਂ ਦੇ ਬੰਦੇ ਛੱਡ ਭੱਜੇ ਜਾਂਦੇ। ਹੁਣ ਉਹਦੇ ਨਾਲ ਪ੍ਰਭਾਵ ਤਾਂ ਪੈਂਦੇ ਡੈਫੀਨਿਟਲੀ ਵੋਟਾਂ 'ਤੇ। ਹੁਣ ਜਿਹੜੀਆਂ ਸਿਆਸੀ ਪਾਰਟੀਆਂ ਜਿਹਨਾਂ ਨੇ ਉਮਰਾਂ ਕੱਢ ਦਿੱਤੀਆਂ ਨੇ, ਉਹਨਾਂ ਨੂੰ ਪਤਾ ਵੀ ਕਿਹੜਾ ਟੈਕਟ ਕਦੋਂ ਕਿੱਥੇ ਕਿਵੇਂ ਵਰਤਣਾ। ਬਾਕੀ ਇਹ ਵੀ ਗੱਲ ਹੋ ਸਕਦੀ ਨਾ ਵੀ ਜਿਵੇਂ ਵਾਰ-ਵਾਰ ਕਿਸੇ ਦਾ ਨਾਂ ਲੈਂਦੇ ਆ, ਤੇ ਇਹ ਨਹੀਂ ਜਿੱਦਾਂ ਬੁਖਾਰ ਜਿਹਾ ਚੈੱਕ ਕਰੀਦੇ ਭਲਾ ਕਰੰਟ ਮਾਰਦਾ ਕਿ ਨਹੀਂ ਮਾਰਦਾ, ਇਹਦਾ ਨਾਂ ਲੈ ਕੇ ਦੇਖੋ, ਹੈ ਨਾ, ਇਹਦਾ ਨਾਂ ਲੈ ਕੇ ਦੇਖੋ, ਇਹਦਾ ਲੈ ਕੇ ਦੇਖੋ, ਸ਼ਾਇਦ ਚੈੱਕ ਕਰਦੇ ਆ ਕਿਹੜਾ ਕੰਮਾਂ 'ਚੋਂ ਕੰਮ ਹੈ, ਕੋਈ 10-12 ਬੰਦੇ ਹੀ ਚੈੱਕ ਕਰਨੇ। ਪਰ ਵੈਸੇ ਇੱਕ ਗੱਲ ਹੈ, ਕੱਲ੍ਹ ਦਾ ਇੱਕ ਬਿਆਨ ਹੋਰ ਵੀ ਬੜਾ ਵਾਇਰਲ ਆ, ਦੂਲੋ ਸਾਹਿਬ ਦਾ, ਪੜ੍ਹਿਆ ਨਹੀਂ ਉਹ? ਦੂਲੋ ਸਾਹਿਬ ਦਾ ਤੱਕ ਉਹਨਾਂ ਦਾ ਬਿਆਨ, ਉਹਨਾਂ ਨੇ ਕਿਹਾ ਕਿ ਵੀ ਮੇਰੇ ਆਪਣੀ ਵਾਈਫ ਨਾਲ 15-20 ਸਾਲ ਹੋ ਗਏ, ਸੰਬੰਧ ਨਹੀਂ ਵਧੀਆ ਹੈਗੇ। ਨਹੀਂ ਦੇਖੋ ਉਹ ਬਿਆਨ ਜਿਹੜਾ ਨਾ, ਉਹ ਸਿੱਧੇ ਤੌਰ ਦੇ ਉੱਤੇ ਇਹ ਦੱਸਦਾ ਕਿ ਦੂਲੋ ਸਾਹਿਬ ਨੇ ਸ਼ਾਇਦ ਸੱਚ ਕਬੂਲਿਆ। ਪਰ ਇਹ ਵੀ ਗੱਲ ਹੈ ਨਾ, ਦੇਖੋ ਕਿਆ ਬਾਤਾਂ, ਟੇਬਲ ਇੱਕੋ ਹੀ, ਘਰ ਇੱਕੋ ਹੀ, ਰਸੋਈ ਇੱਕੋ ਹੀ, ਆਟੇ ਦਾ ਬੂਰਾ ਇੱਕੋ ਹੀ, ਕਣਕ ਦੇ ਦਾਣਿਆਂ ਦਾ ਡਰਮ ਇੱਕੋ ਹੀ, ਪਰਿਵਾਰ ਦਾ ਰਾਸ਼ਨ ਕਾਰਡ ਸਾਂਝਾ, ਕਿਉਂਕਿ ਹੋਰ ਆਟਾ ਦਾਲ ਸਕੀਮ ਤਾਂ ਉਹਨਾਂ ਨੇ ਲੈਣੀ ਨਹੀਂ, ਵੱਡੇ ਬੰਦੇ ਆ। ਹੁਣ ਦੂਲੋ ਸਾਹਿਬ ਨੇ ਇਹ ਗੱਲ ਕਹਿ ਕੇ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਸਾਖ ਬਚਾਉਣ ਦਾ ਯਤਨ ਕੀਤਾ, ਕਿਉਂਕਿ ਪਤਾ ਇਹ ਵੀ ਲੱਗਿਆ ਸੀ ਕਿ ਜਿਹੜੀ ਸਟਾਰ ਪ੍ਰਚਾਰਕਾਂ ਦੀ ਲਿਸਟ ਹੈ ਨਾ ਪੰਜਾਬ ਦੀ, ਜਿਹਦੇ ਵਿੱਚ ਦੂਲੋ ਸਾਹਿਬ ਦਾ ਨਾਂ ਆ, ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੇ ਕਈ ਲੀਡਰਾਂ ਨੇ ਦਿੱਲੀ ਨੂੰ ਤਾਰਾਂ ਪਾਉਣੀਆਂ ਸ਼ੁਰੂ ਕਰਤੀਆਂ ਸੀ ਕਿ ਭਾਈ ਇਸ ਬੰਦੇ ਦਾ ਪਹਿਲਾਂ ਨਾਂ ਕੱਟੋ, ਇਹਦਾ ਸਾਰਾ ਹੀ ਟੱਬਰ ਆਮ ਆਦਮੀ ਪਾਰਟੀ ਚਲੇ ਗਿਆ, ਇਹ ਤਾਂ ਰਾਜ ਸਭਾ ਦੀ ਮੈਂਬਰੀ ਨੂੰ ਚੁੰਬੜ ਕੇ ਬੈਠਾ। ਨਹੀਂ, ਇਹ ਉਦਾਂ ਹੀ ਦਿੱਤਾ ਬਿਆਨ, ਮੇਰਾ ਖਿਆਲ ਲੱਗਦਾ ਜਿੱਦਾਂ ਉਹ ਕਹਿੰਦੇ ਵੀ ਮੈਂ ਉਹਨੂੰ ਨਹੀਂ ਜਾਣਦਾ ਜਾਂ ਮੈਂ ਇਸ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰਦਾ। ਉਹ ਕਹਿੰਦੇ ਹੁਣ ਬਿਆਨ ਤਾਂ ਹੈ ਨਹੀਂ ਤੇ ਨਾ ਆਪਾਂ ਜਾਣਨ ਦੀ ਗੱਲ ਕਰ ਸਕਦੇ, ਇਸ ਕਰਕੇ ਬਿਆਨ ਇਹ ਦੇ ਦਿਓ ਵੀ ਸਾਡੇ ਤਾਂ ਸੰਬੰਧ ਹੀ ਵਧੀਆ ਨਹੀਂ ਹੈਗੇ ਮਹਾਰਾਜ। ਇਹ ਇਕੱਲਾ ਲੀਡਰ ਨਹੀਂ, ਪਾਰਟੀਆਂ ਵੀ ਕਰਦੀਆਂ ਹੁੰਦੀਆਂ। ਜਿੰਨੀ ਦੇਰ ਤੱਕ ਕਿਸੇ ਲੀਡਰ ਦੇ ਬਿਆਨਾਂ ਦਾ ਪਾਰਟੀ ਨੂੰ ਲਾਭ ਹੋਵੇ, ਉਨੀ ਦੇਰ ਇਹ ਲੀਡਰ ਸਾਡਾ, ਤੇ ਜਦੋਂ ਕਿਸੇ ਲੀਡਰ ਦੇ ਬਿਆਨ ਤੇ ਪੰਗਾ ਪੈ ਜਾਏ, ਇਹ ਉਹਦਾ ਨਿੱਜੀ ਬਿਆਨ ਹੋ ਸਕਦਾ, ਇਹਦਾ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ। ਵੱਲ ਉਹੀ ਬੰਦਾ 6 ਸਾਲ ਬੁਲਾਰਾ ਰਹੀ ਜਾਂਦਾ ਰਹਿੰਦਾ, ਤੇ ਜਿੱਦਣ ਉਹਦੇ ਬੋਲ ਕਬੋਲ ਜਿਹੜੇ ਉਹ ਪਾਰਟੀ ਨੂੰ ਤੰਗ ਕਰਨ, ਉਦੋਂ ਕਹਿੰਦੇ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਹੈ। ਮੈਂ ਇੱਕ ਹੋਰ ਗੱਲ ਦੱਸ ਦਿੰਦਾ, ਇੱਕ ਬੰਦੇ ਬਹੁਤ ਵੱਡੇ ਸੀ, ਉਹ ਅਨੰਦਪੁਰ ਸਾਹਿਬ ਤੋਂ ਟਿਕਟ ਮੰਗਦੇ ਸੀ। ਅਨੰਦਪੁਰ ਸਾਹਿਬ ਤੋਂ ਟਿਕਟ ਜਿਹੜੀ ਆ ਮਨੀਸ਼ ਤਿਵਾੜੀ ਨੂੰ ਦੇਤੀ, ਕਾਂਗਰਸ ਪਾਰਟੀ ਦੇ ਬੰਦੇ ਸੀ, ਉਹ ਅਕਾਲੀ ਦਲ ਚ ਆ ਗਏ। ਇਹ 10 ਦਿਨ ਪਹਿਲਾਂ ਦੀ ਗੱਲ ਹੈ, ਤੇ ਕੱਲ ਅਕਾਲੀ ਦਲ ਤੋਂ ਵੀ ਅਸਤੀਫਾ ਦੇ ਦਿੱਤਾ। ਕਿਆ ਬਾਤ। ਕਹਿੰਦੇ ਜੀ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਣ ਦਾ ਮੌਕਾ ਨਹੀਂ ਦਿੱਤਾ, ਕੈਪਟਨ ਅਮਰਿੰਦਰ ਸਿੰਘ ਬਹੁਤ ਮਾੜੇ ਰਾਜੇ ਨੇ। 10 ਦਿਨ ਪਹਿਲਾਂ ਤੱਕ ਤੁਸੀਂ ਉਹਨਾਂ ਦੀ ਪਾਰਟੀ 'ਚ ਸੀ, 10 ਦਿਨ ਪਹਿਲਾਂ ਤੱਕ ਤੁਸੀਂ ਉਹਨਾਂ ਦੀ ਪਾਰਟੀ ਦੇ ਬੁਲਾਰੇ ਸੀ, 10 ਦਿਨ ਪਹਿਲਾਂ ਤੱਕ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਤਾਂ ਕਰਦੇ ਸੀ, ਤੇ ਅਕਾਲੀ ਦਲ ਇਹ ਕਹਿ ਕੇ ਛੱਡ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਇੰਨਾ ਮਾੜਾ ਬੰਦਾ, ਤੇ ਅਕਾਲੀ ਦਲ ਉਹਨਾਂ ਦੇ ਨਾਲ ਰਲਿਆ ਤੇ ਮੈਨੂੰ ਉਹਨਾਂ ਦੇ ਖਿਲਾਫ ਬੋਲਣ ਦਾ ਮੌਕਾ ਨਹੀਂ ਦਿੱਤਾ। ਇੱਥੇ ਪਾਰਟੀਆਂ ਕੱਲੀਆਂ ਦਾ ਕਸੂਰ ਨਹੀਂ, ਲੀਡਰ ਵੀ ਜਿੱਦਾਂ ਥਾਲ ਦੇ ਵਿੱਚ ਲੱਡੂ ਰੁੜਦੇ ਫਿਰਦੇ ਹੁੰਦੇ ਆ ਨਾ, ਅੱਜ ਕੱਲ੍ਹ ਇੱਦਾਂ ਹੀ ਰੁੜਦੇ ਆ। ਉਹ ਕਹਿੰਦੇ ਤੂੰ ਕਿਸੇ ਥਾਲੀ ਦਾ ਬੈਂਗਣ ਨਹੀਂ ਹੈਗਾ, ਮੈਨੂੰ ਲੱਗਦਾ ਵੀ ਸੱਚੀਓ ਬੈਂਗਣ ਨਹੀਂ ਹੈਗਾ ਨਾ। ਅਗਲਾ ਕਹਿੰਦਾ ਭਾਈ ਸਾਹਿਬ ਆਪਾਂ ਆਪਣਾ ਹਿਸਾਬ ਕਿਤਾਬ ਲਾਉਣਾ, ਕਿਉਂਕਿ ਲੋਕ ਭਾਵੇਂ ਸਮਝਣ ਨਾ ਸਮਝਣ ਕਿ ਵੀ ਇਲੈਕਸ਼ਨਾਂ 5 ਸਾਲ ਬਾਅਦ ਆਉਣੀਆਂ ਨੇ ਤੇ ਮੁੱਲ 5 ਸਾਲ ਬਾਅਦ ਹੀ ਪੈਣਾ, ਪਰ ਲੀਡਰ ਭਰੀ ਭਾਂ ਜਾਣਦੇ ਨੇ ਵੀ 5 ਸਾਲ ਬਾਅਦ ਜਦੋਂ ਵੋਟਾਂ ਦਾ ਰੌਲਾ ਜਾ, ਉਦੋਂ ਕਿਹਦੀ ਕਿੱਥੋਂ ਕਿਵੇਂ ਕਿੱਦਾਂ ਦੀ ਸੈਟਿੰਗ ਹੁੰਦੀ ਹੈ। ਹੁਣ ਸੈਟਿੰਗ ਹੋਈ, ਆਪਾਂ ਹੰਸਰਾਜ ਹੰਸੁਰ ਨਾਲ ਚੱਲੀਏ, ਬਾਕੀ ਗੱਲਾਂ ਫਿਰ ਕਰਦੇ ਹਾਂ, ਬੜਾ ਜ਼ਰੂਰੀ ਆ ਉਹ। ਅੱਛਾ, ਗੱਲਾਂ ਕਰਨੀਆਂ ਕਿ ਸੁਣਨਾ ਹੈ, ਗੀਤ ਗਾਉਣਾ? ਨਹੀਂ,
ਗੀਤ ਤਾਂ ਉਹਨਾਂ ਦੇ ਮੁੱਕ ਗਏ ਨੇ। ਓਕੇ, ਗੀਤ ਤਾਂ ਕੱਲ ਵਾਲੀ ਵੀਡੀਓ ਤੋਂ ਬਾਅਦ ਜਮਾਂ ਹੀ ਮੁੱਕ ਗਏ, ਬ੍ਰੇਕਾਂ ਹੀ ਲੱਗ ਗਈਆਂ। ਹੁਣ ਗੱਲ ਆ ਵੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਕਦੀ ਕਿਸੇ ਨੂੰ ਕਿਹਾ ਮੇਰੇ ਸਿਆਸੀ ਗੁਰੂ, ਕਦੀ ਕਿਸੇ ਨੂੰ ਕਿਹਾ ਮੇਰੇ ਸਿਆਸੀ ਗੁਰੂ, ਹੈ ਨਾ। ਫਿਰ ਗੱਲ ਬਣੀ ਨਹੀਂ ਕਿਸੇ ਪਾਸੇ। ਅਖੀਰ ਉਹਨਾਂ ਨੇ ਮੁੰਡੇ ਸੈੱਟ ਕਰ ਲਏ, ਮੁੰਡੇ ਹੁਣ ਵਿਆਹ ਵੀ ਦਿੱਤੇ। ਉਹ ਕਹਿੰਦੇ ਵੀ ਮੈਂ ਹੁਣ ਵਿਹਲਾ, ਉਹ ਕਹਿੰਦੇ ਵਿਹਲੇ ਤੇ ਆਓ ਫਿਰ ਦਿੱਲੀ ਟਿਕਟ ਦਈਏ ਤੁਹਾਨੂੰ। ਅਗਲੇ ਹੁਣ ਦਿੱਲੀੋਂ ਟਿਕਟ ਦੇਤੀ। ਹੁਣ ਜਦੋਂ ਮਤਲਬ ਕੈਂਡੀਡੇਟ ਹੋਵੇ ਤੇ ਫਿਰ ਭਾਈ ਸਾਹਿਬ ਅਗਲੇ ਟੀਵੀ ਵਾਲੇ ਵੀ ਸਾਦੇ ਨੇ, ਗੱਲਾਂ ਬਾਤਾਂ ਵੀ ਹੁੰਦੀਆਂ। ਕੱਲ੍ਹ ਦੀ ਇੱਕ ਵੀਡੀਓ ਵਾਇਰਲ ਆ ਜਿਹਦੇ ਵਿੱਚ ਇੱਕ ਬੀਬੀ ਜਿਹੜੀ ਹੈ ਉਹ ਟੀਵੀ ਦੇ ਉੱਪਰ ਹੰਸਰਾਜ ਹੰਸਰਾਜ ਨੂੰ ਸਵਾਲ ਕਰ ਰਹੀ ਹੈ, ਤੇ ਗੱਲ ਜਿਹੜੀ ਮੋਟੀ ਸਮਝ ਆਉਂਦੀ ਉਹ ਆਉਂਦੀ ਆ ਜਿਹੜਾ ਪਿਛਲੇ ਦਿਨ ਹੀ ਪੁਲਵਾਮਾ ਵਾਲਾ ਅਟੈਕ ਨਹੀਂ ਹੋਇਆ ਸੀਗਾ, ਜਿਹੜੀ ਉਹ ਉਸ ਤੋਂ ਬਾਅਦ ਤੇ ਇਸ ਤੋਂ ਇਲਾਵਾ ਜਿਹੜਾ ਸਰਜੀਕਲ ਸਟ੍ਰਾਈਕ ਵਾਲਾ ਗੱਲ ਸੀ, ਉਹਦੇ ਤੇ ਪਿੱਠ ਥਾਪੜ ਰਹੇ ਨੇ ਕਿ ਬੀਜੇਪੀ ਨੇ ਕੀਤਾ ਤੇ ਸਰਕਾਰ ਦੇ ਮੁਖੀ ਨੇ ਕਰਵਾਇਆ। ਤੇ ਉਹ ਬੀਬੀ ਉਹਨਾਂ ਨੂੰ ਕਹੀ ਜਾਂਦੀ ਵੀ ਇਹਦਾ ਮਤਲਬ ਇਸ ਤੋਂ ਪਹਿਲਾਂ ਕਦੀ ਹੋਇਆ ਨਹੀਂ। 1971 ਵਾਲੀ ਜੰਗ ਤੁਹਾਨੂੰ ਚੇਤੇ ਭੁੱਲ, ਜਦੋਂ ਪਾਕਿਸਤਾਨ ਦੇ 2 ਟੁਕੜੇ ਹੋਏ ਸੀ। ਕਹਿੰਦੇ ਹੈ ਪਾਕਿਸਤਾਨ ਦੇ 2 ਟੁਕੜੇ ਹੋਏ ਸੀ, ਤੁਹਾਨੂੰ ਪਤਾ ਨਹੀਂ ਜੰਗ ਵੀ ਹੋਈ ਸੀ 1971 'ਚ? ਕਹਿੰਦੇ ਨਹੀਂ ਮੈਂ ਉਦੋਂ ਛੋਟਾ ਸੀ, ਮੈਨੂੰ ਨਹੀਂ ਪਤਾ। ਫਿਰ ਹੁਣ ਉਹ ਵੀਡੀਓ ਬੜੀ ਵਾਇਰਲ ਹੈ। ਹੁਣ ਬੰਦਾ ਪੁੱਛੇ ਜੇ 71 ਦੇ ਨਾ ਤੁਸੀਂ ਨਾ ਮੈਂ, ਜੇ ਹੰਸੁਰੀ ਉਦੋਂ ਛੋਟੇ ਸੀ, ਉਹਨਾਂ ਨੂੰ 71 ਦੀ ਜੰਗ ਦਾ ਨਹੀਂ ਪਤਾ, ਤੇ ਫਿਰ ਆਪਾਂ ਤਾਂ ਜੰਮੇ ਵੀ ਨਹੀਂ ਸੀ, ਆਪਾਂ ਨੂੰ ਕਿੱਦਾਂ ਪਤਾ ਹੋਣਾ ਚਾਹੀਦਾ? ਨਹੀਂ, ਮੈਨੂੰ ਤਾਂ ਇਹ ਲੱਗਦਾ ਉਹ ਬੁੱਲੇ ਸ਼ਾਹ ਨੂੰ ਵੀ ਗਾਉਂਦੇ ਹੁੰਦੇ ਆ। ਹੁਣ ਬੁੱਲੇ ਸ਼ਾਹ ਕਿਹੜਾ ਇਹਨਾਂ ਦੇ ਨਾਲ ਖੇਡਦਾ ਰਿਹਾ? ਦੇਖੋ ਬਹੁਤ ਵੱਡੇ ਬੰਦੇ ਨੇ, ਸਾਨੂੰ ਸ਼ਬਦ ਬੜੇ ਸੋਚ ਕੇ ਵਰਤਣੇ ਚਾਹੀਦੇ ਆ। ਪਰ ਜੇ ਤੁਸੀਂ ਬਹੁਤ ਪੁਰਾਣੇ ਜਿਹੜੇ ਲੇਖਕ ਨੇ, ਜਿਨ੍ਹਾਂ ਨੇ ਲੋਕ ਤੱਥ ਲਿਖੇ ਨੇ, ਜਿਨ੍ਹਾਂ ਨੇ ਬਹੁਤ ਅੱਛੀਆਂ ਕਾਫੀਆਂ ਲਿਖੀਆਂ ਨੇ, ਉਹ ਜੇ ਉਹਨਾਂ ਸਾਰਿਆਂ ਦੀਆਂ ਚੀਜ਼ਾਂ ਨੂੰ ਤੁਸੀਂ ਗਾ ਸਕਦੇ ਹੋ, ਤੁਸੀਂ ਕਹਿੰਦੇ ਹੋ ਕਿ 150 ਸਾਲ ਪਹਿਲਾਂ ਹੋਏ ਸੀ, 200 ਸਾਲ ਪਹਿਲਾਂ ਹੋਏ ਸੀ, 250 ਸਾਲ ਪਹਿਲਾਂ ਹੋਏ ਸੀ, ਤੇ ਆਹ ਦੇਖੋ ਜੀ ਉਹਨਾਂ ਨੇ ਕਿੰਨਾ ਰਾਗ ਕਿੰਨਾ ਵਧੀਆ ਸੀ, ਉਹ ਸਾਰੀਆਂ ਚੀਜ਼ਾਂ ਤਾਂ ਤੁਹਾਨੂੰ ਪਤਾ ਹੈ। ਮੈਨੂੰ ਕੱਲ ਹੰਸਰਾਜ ਹੰਸ ਦੀ ਜਦੋਂ ਮੈਂ ਵੀਡੀਓ ਵੇਖੀ ਨਾ, ਮੈਨੂੰ ਉਹਨਾਂ ਦੀ ਸਥਿਤੀ ਬਿਲਕੁਲ ਉਸ ਪੇਪਰ ਦਿੰਦੇ ਵਿਦਿਆਰਥੀ ਵਰਗੀ ਲੱਗੀ ਜਿਹਨੇ ਸਾਰਾ ਸਾਲ ਕਿਤਾਬ ਖੋਲ ਕੇ ਨਹੀਂ ਵੇਖੀ ਹੁੰਦੀ, ਤੇ ਜਦੋਂ ਕੁਐਸਚਨ ਪੇਪਰ ਦੇ ਵਿੱਚੋਂ 10 ਦੇ ਵਿੱਚੋਂ 9 ਸਵਾਲ ਉਹਨੂੰ ਆਉਂਦੇ ਨਹੀਂ ਹੁੰਦੇ, ਤੇ ਉਦੋਂ ਕਹਿੰਦਾ ਜੀ ਪੇਪਰ ਸਿਲੇਬਸ ਤੋਂ ਬਾਹਰੋਂ ਆ ਗਿਆ। ਹੁਣ ਇੱਕ ਹੋਰ ਗੱਲ ਦੇਖੋ, ਜਾਂ ਨਾਲ ਦੇ ਨੂੰ ਆਖੀ ਜਾਣਾ ਹੁੰਦਾ ਯਾਰ ਆ ਜਿਹੜੀ ਆ ਪਾਣੀਪਤ ਵਾਲੀ ਲੜਾਈ, ਇਹ ਪਾਣੀਪਤ 'ਚ ਕਦੋਂ ਲੜਾਈ ਹੋਈ ਯਾਰ? ਮੇਰੇ ਤਾਂ ਕਦੀ ਸੁਣ 'ਚ ਨਹੀਂ ਆਈ। ਮੈਂ ਤਾਂ ਕਈ ਵਾਰ ਉੱਥੋਂ ਦੀ ਬੱਸ ਦੇ ਵਿੱਚ ਦੀ ਲੰਘਿਆ, ਮੈਂ ਤਾਂ ਕਦੇ ਉੱਥੇ ਫੌਜਾਂ ਖੜੀਆਂ ਨਹੀਂ ਦੇਖੀਆਂ। ਦੇਖੋ ਹੰਸਰਾਜ ਹੰਸ ਉਹਨਾਂ ਦੀ ਕਮਾਲ ਦੀ ਗੱਲ, ਉਹਨਾਂ ਨੂੰ ਜਦੋਂ ਪੁੱਛਿਆ ਨਾ ਕਿ ਪਾਕਿਸਤਾਨ ਦੇ 2 ਟੁਕੜੇ ਹੋਏ, ਕਹਿੰਦੇ ਅੱਛਾ 2 ਟੁਕੜੇ ਹੋਏ। ਉਹਨਾਂ ਨੂੰ ਐਂਕਰ ਬੀਬੀ ਨੇ ਵੀ ਪੁੱਛਿਆ ਤੁਹਾਨੂੰ ਪਤਾ ਹੈ ਕਿ ਤੁਸੀਂ ਮੋਦੀ ਸਾਹਿਬ ਦੀਆਂ ਸਿਫਤਾਂ ਕਰੀ ਜਾਂਦੇ ਹੋ ਕਿ ਉਹਨਾਂ ਨੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ 에ਅਰ ਸਟ੍ਰਾਈਕ ਜਾਂ ਸਰਜੀਕਲ ਸਟ੍ਰਾਈਕ ਕੀਤੀ, ਤਾਂ ਪੁਰਾਣੇ ਜਿਹੜੇ 1971 ਦੇ ਵਿੱਚ ਜਦੋਂ ਪਾਕਿਸਤਾਨ ਦੇ ਅਸੀਂ 2 ਟੁਕੜੇ ਹੀ ਕਰ ਦਿੱਤੇ ਸੀ, ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਾਂ ਕੀ ਸੀ? ਕਹਿੰਦੇ ਮੈਨੂੰ ਉਹ ਨਹੀਂ ਪਤਾ। ਹੁਣ ਇਹਦੇ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਭਾਈ ਜ਼ਰੂਰੀ ਨਹੀਂ ਕਿ ਤੁਹਾਨੂੰ ਜੇ ਰਾਗ ਆਉਂਦੇ ਆ, ਜ਼ਰੂਰੀ ਨਹੀਂ ਜੇ ਤੁਹਾਨੂੰ ਸੜਕਾਂ ਦੇ ਉੱਤੇ ਅੱਗ ਤੋਰਨੀ ਆਉਂਦੀ ਹੈ, ਜ਼ਰੂਰੀ ਨਹੀਂ ਕਿ ਜੇ ਸਿੱਲੀ ਹਵਾ ਦਾ ਬੁੱਲਾ ਤੁਹਾਨੂੰ ਆਉਂਦਾ ਤਾਂ ਉਹ ਤੁਹਾਨੂੰ ਸਿਆਸਤ ਵੀ ਸਿਖਾਏ। ਘੱਟੋ ਘੱਟ ਜੇ ਤੁਸੀਂ ਮੈਂਬਰ ਪਾਰਲੀਮੈਂਟ ਦੀ ਕੁਰਸੀ ਤੇ ਬੈਠਣਾ, ਜੇ ਤੁਸੀਂ MP ਦੀ ਇਲੈਕਸ਼ਨ ਲੜਨੀ ਹੈ, ਤੁਸੀਂ ਆਜ਼ਾਦੀ ਤੋਂ ਬਾਅਦ ਦਾ ਭਾਰਤ ਦਾ ਇਤਿਹਾਸ ਤਾਂ ਪੜ੍ਹੋ। ਜੇ ਤੁਸੀਂ ਅਜੇ ਤੱਕ ਤੁਹਾਨੂੰ ਭਾਰਤ ਦੇ ਪ੍ਰਧਾਨ ਮੰਤਰੀਆਂ ਦਾ ਨਹੀਂ ਪਤਾ ਕਿ ਕਿਹੜੇ ਵੇਲੇ ਕਿਹੜੇ ਪ੍ਰਧਾਨ ਮੰਤਰੀ ਦੇ ਵੇਲੇ ਕੀ ਹੋਇਆ ਸੀ, ਜੇ ਭਾਰਤ ਦੁਆਰਾ ਲੜੀਆਂ ਗਈਆਂ ਤੁਹਾਨੂੰ 4 ਜੰਗਾਂ ਦਾ ਹੀ ਨਹੀਂ ਪਤਾ, ਇਹਦਾ ਮਤਲਬ ਹੈ ਕਿ ਜੋ ਕੁਝ ਤੁਹਾਨੂੰ ਪਾਰਟੀਆਂ ਡਿਕਟੇਟ ਕਰਦੀਆਂ ਕਿ ਭਾਈ ਤੁਸੀਂ ਇਹ ਗੱਲ ਨਹੀਂ ਕਰਨੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਕਿਉਂ ਨਹੀਂ ਲਾਗੂ ਹੋਈਆਂ, ਤੁਸੀਂ ਇਹ ਗੱਲ ਨਹੀਂ ਕਰਨੀ ਕਿ 15-15 ਲੱਖ ਕਿਉਂ ਨਹੀਂ ਆਇਆ, ਤੁਸੀਂ ਇਹ ਗੱਲ ਨਹੀਂ ਕਰਨੀ ਕਿ ਸਵੱਛ ਭਾਰਤ ਮੁਹਿੰਮ ਚੱਲਣ ਦੇ ਬਾਵਜੂਦ ਵੀ ਕੂੜੇ ਕਰਕਟ ਦੇ ਢੇਰ ਕਿਉਂ ਆ, ਤੁਸੀਂ ਬਸ ਇੱਕੋ ਹੀ ਗੱਲ ਬਾਰ-ਬਾਰ ਕਰੀ ਜਾਣੀ ਹੈ। ਦੇਖਿਆ ਅਸੀਂ ਦੁਸ਼ਮਣ ਨੂੰ ਮੂੰਹ ਤੋੜਮਾ ਜਵਾਬ ਦਿੱਤਾ, ਦੇਖਿਆ ਅਸੀਂ ਸਰਜੀਕਲ ਤੇ 에ਅਰ ਸਟ੍ਰਾਈਕ ਕੀਤੀ ਹੈ। ਵੈਸੇ ਇੱਕ ਗੱਲ ਹੈ WhatsApp ਮੈਨੂੰ ਲੱਗਦਾ ਹੋਣਾ ਵੀ ਉਹ ਜਿੰਨੀਆਂ ਗੱਲਾਂ ਹੰਸਰਾਜ ਹੰਸਰਾਜ ਨੂੰ ਸਿਖਾਈਆਂ ਹੋਣੀਆਂ ਨਾ, ਉਹ ਕਹਿੰਦੇ ਨੇ ਯਾਰ ਆਹ ਗੱਲ ਮਾੜੀ ਹੈ, ਮੈਂ ਤੇ ਪਹਿਲਾਂ ਹੀ ਕਿਹਾ ਸੀ ਗੁਰੂ ਕੇ ਵੀ ਆਹ ਗੀਤ ਗਾਉਣਾ ਹੈ, ਉਹਨਾਂ ਨੇ ਗੀਤ ਹੀ ਦੂਸਰਾ ਗਾਉਣ ਦੇ ਲਈ ਕਹਿ ਦਿੱਤਾ, ਮੈਂ ਕਿਹਾ ਉਹ ਰਾਗ ਮੈਨੂੰ ਆਉਂਦਾ ਨਹੀਂ। ਨਹੀਂ, ਉਹ ਇਹ ਵੀ ਕਹਿ ਸਕਦੇ ਆ ਸਾਊਂਡ ਅੱਛੀ ਕੁਆਲਿਟੀ ਦਾ ਨਹੀਂ ਸੀ, ਉਹ ਇਹ ਵੀ ਕਹਿ ਸਕਦੇ ਆ ਮੇਰੇ ਸਜਿੰਦੇ ਮੇਰੇ ਨਾਲ ਤਿਆਰ ਨਹੀਂ ਸੀ। ਮੈਂ ਤਾਂ ਹਮੇਸ਼ਾ ਸਜਿੰਦਿਆਂ ਦੇ ਨਾਲ ਜਿਹੜਾ ਉਹਨਾਂ ਦੇ ਸਾਜ਼ਾਂ ਨੂੰ ਪਹਿਲਾਂ ਦੋਵੇਂ ਪਾਸੇ ਹੱਥ ਲਾ ਕੇ ਫਿਰ ਕਰਦਾ, ਉਹਨਾਂ ਨੇ ਤਾਂ ਮੇਰੇ ਕੋਲ ਸਿੱਧੇ ਹੀ ਸਵਾਲ ਪੁੱਛਣੇ ਸ਼ੁਰੂ ਕਰਤੇ। ਚਲੋ ਦੇਖੋ ਇਹ ਵੀ ਵਧੀਆ, ਦੇਸ਼ ਦੀ ਰਾਜਧਾਨੀ ਨੂੰ ਕਿੰਨਾ ਵਧੀਆ ਮੈਂਬਰ ਪਾਰਲੀਮੈਂਟ ਮਿਲਣ ਲੱਗਾ ਨਾ, ਗਿਆਨ ਕਿੰਨਾ, ਹਿਸਟਰੀ ਦੇ ਉੱਤੇ ਪਕੜ ਕਿੰਨੀ ਆ, ਰਾਗ ਵੀ ਆਉਂਦੇ, ਇਤਿਹਾਸ ਦਾ ਵੀ ਪਤਾ, ਤੇ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਉੱਤੇ PhD ਵੀ ਉਹਨਾਂ ਦੀ ਸਾਨੂੰ ਪਤਾ ਲੱਗ ਗਈ। ਮੈਨੂੰ ਲੱਗਦਾ ਵੀ ਜਿਹੜਾ ਹੁਣ ਪੰਜਾਬ ਵਾਲਿਆਂ ਨੇ ਰਾਜ ਗਾਇਕ ਦਾ ਦਰਜਾ ਦਿੱਤਾ ਹੋਇਆ, ਉਹ ਵੀ ਇੱਕ ਵਾਰ ਅਫਸਰ ਤਾਂ ਫਰੋਲਣ ਲੱਗ ਪਏ ਹੋਣੇ ਡਾਇਰੀਆਂ ਜੀਆਂ ਵੀ ਯਾਰ ਅੱਛਾ ਉਦੋਂ ਆਹ ਗੱਲਾਂ ਨਹੀਂ ਪਤਾ ਹੋਈ। ਦੇਖੋ ਇੱਕ ਗੱਲ ਉਹਨਾਂ ਨੂੰ ਹੰਸਰਾਜ ਹੰਸਰਾਜ ਨੂੰ ਇਹ ਵੀ ਪਤਾ ਲੱਗੀ ਹੋਣੀ ਆ ਕਿ ਮਾਲਕੋ ਕਹਿ ਕੇ ਸਾਰੇ ਐਂਕਰ ਮੰਨਦੇ ਨਹੀਂ ਹੁੰਦੇ ਕਿ ਤੁਸੀਂ ਹੋ ਸਾਡੇ। ਆਹੋ ਬੀਬੀ ਨੇ ਵਾਹਵਾ ਉਹਦੇ ਨਾਲ ਮਤਲਬ ਕੀਤੀ। ਜੇ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਦੇਖਣੀ ਜ਼ਰੂਰ ਹੈ, ਮਜ਼ੇਦਾਰ ਹੈ। ਪਰ ਇੱਕ ਗੱਲ ਹੈਗੀ ਵੀ ਭਾਜਪਾ ਵਾਲੇ ਜ਼ਰੂਰ ਸੋਚਦੇ ਨੇ ਉਹ ਭਰਾਵਾ ਯਾਰ ਇਦਾਂ ਨਾ ਕਰਿਆ ਕਰੋ, ਜੇ ਤੁਹਾਨੂੰ ਪਤਾ ਵੀ ਬੰਦਾ ਸਿਰਫ ਗਾ ਹੀ ਸਕਦਾ ਤੇ ਉਹਨੂੰ ਤਾਂ ਗੱਲਾਂ ਵਾਲਾ ਕੰਮ ਨਾ ਕਰਿਆ ਕਰੋ। ਨਹੀਂ, ਸਟਾਰ ਪ੍ਰਚਾਰਕ ਰੱਖ ਲਓ। ਤੇ ਹੰਸਰਾਜ ਹੰਸਰਾਜ ਇਹ ਵੀ ਕਹਿੰਦੇ ਜਦੋਂ ਕੁਝ ਨਹੀਂ ਹੁੰਦਾ ਗੁੱਡ ਅੱਛਾ ਜੀ, ਬਹੁਤ ਵਧੀਆ ਗੱਲ ਹੈ, 2 ਟੁਕੜੇ ਕਰਾਤੇ। ਅੱਛਾ, ਹੰਸਰਾਜ ਹੰਸਰਾਜ ਦੀ ਇੱਕ ਹੋਰ ਗੱਲ ਵੀ ਹੋਈ ਹੈ, ਜਿਹੜਾ ਉਹ ਕਹਿੰਦੇ ਕੇਜਰੀਵਾਲ ਹੋਰਾਂ ਦੇ ਉੱਪਰ ਮੈਂ ਕੇਸ ਦਰਜ ਕਰਨਾ।
ਦੇਖੋ ਮੈਂ ਉਹਨਾਂ ਨੇ ਉਲਾਂਭਾ ਦਿੱਤਾ ਨਾ ਵੀ ਮਤਲਬ ਹੰਸੂਰੀ ਜਿਸ ਸੀਟ ਤੋਂ ਲੜ ਰਹੇ ਨੇ ਉਹ ਰਿਜ਼ਰਵ ਹੈ ਤੇ ਹੰਸੂਰੀ ਉਹਦੇ ਉਸ ਚੱਕਰ 'ਚ ਫਿੱਟ ਨਹੀਂ ਬੈਠਦੇ ਤੇ ਉਸ ਚੱਕਰ ਦੇ ਵਿੱਚ ਉਹ ਕਹਿੰਦੇ ਵੀ ਭਾਈ ਸਾਹਿਬ ਮੈਂ ਤਾਂ ਹੁਣ ਉਹਨਾਂ ਦੇ ਉੱਪਰ ਕੇਸ ਕਰਨਾ। ਮੈਂ ਨਾ ਤੁਹਾਡੀ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਦੂਜੀ ਗੱਲ ਤੇ ਫੇਰ ਜਾਣਾ। ਮੈਂ ਇੱਕ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੈਂ ਪੜ੍ਹਾਈ ਦੁਬਾਰਾ ਸ਼ੁਰੂ ਕਰਨੀ ਆ ਤੇ ਜਦੋਂ ਮੈਂ ਪੇਪਰ ਦੇਣ ਜਾਣਾ ਜੇ ਮੇਰੇ ਤੋਂ ਕੋਈ ਇਤਿਹਾਸ ਦਾ ਪੇਪਰ ਪੁੱਛਿਆ ਤੇ ਮੈਂ ਕਹਿਣਾ ਕਿ ਭਾਈ ਮੈਂ ਉਦੋਂ ਛੋਟਾ ਸੀ, ਮੈਂ ਤਾਂ ਉਦੋਂ ਜੰਮਿਆ ਹੀ ਨਹੀਂ ਸੀ, ਇਹ ਤਾਂ ਮੇਰੇ ਜਨਮ ਤੋਂ 20 ਸਾਲ ਪਹਿਲਾਂ ਦੀਆਂ ਗੱਲਾਂ। ਤੇ ਨਾਲ ਇਹ ਵੀ ਲਿਖ ਦੇਣਾ ਕਿ ਮੈਂ ਕੱਲਾ ਨਹੀਂ ਕਹਿੰਦਾ, ਸਾਡੇ ਰਾਜ ਗਾਇਕ ਹੰਸਰਾਜ ਹੰਸੂਰੀ ਵੀ ਕਹਿੰਦੇ ਤੁਸੀਂ ਮੇਰੇ ਇਸ ਆਨਸਰ ਨੂੰ ਝੁਠਲਾ ਨਹੀਂ ਸਕਦੇ। ਮਤਲਬ ਜੇ ਉਹ ਕੱਲ ਨੂੰ MP ਬਣ ਗਏ ਫਿਰ ਆਪਾਂ ਇਹ ਵੀ ਕਹਿਣਾ ਰਾਜ ਗਾਇਕ ਤੇ ਸਾਡੇ ਨਹੀਂ ਪੰਜਾਬ ਦੀ ਰਾਜ ਗਾਇਕ ਤੇ ਦਿੱਲੀ ਤੋਂ MP। ਤੇ ਇਹ ਵੀ ਹੋ ਸਕਦਾ ਕਿ ਭਲਕ ਨੂੰ ਕਿਸੇ ਬੰਦੇ ਤੋਂ ਬੈਂਕ ਵਾਲੇ ਕਰਜ਼ਾ ਮੰਗਣਾ ਕਿ ਭਾਈ ਪਾਪਾ ਜੀ ਨੇ ਕਰਜ਼ਾ ਲਿਆ ਸੀ ਤੇ ਜ਼ਮੀਨ ਹੁਣ ਤੁਹਾਡੇ ਨਾਲ ਆਇਆ ਤੇ ਅਗਲੇ ਕਿ ਮੈਂ ਤਾਂ ਉਦੋਂ ਛੋਟਾ ਸੀ, ਨਹੀਂ ਮੈਂ ਤਾਂ ਜੰਮੇ ਨਹੀਂ ਸੀ ਤੇ ਪਾਪਾ ਜੀ ਨੂੰ ਤੁਸੀਂ ਪੁੱਛੋ, ਜੇ ਪਾਪਾ ਜੀ ਤੱਕ ਪਹੁੰਚ ਨਹੀਂ ਹੋ ਸਕਦੇ ਤੁਸੀਂ ਵੀ ਕਿਸੇ ਨਾ ਕਿਸੇ ਦਿਨ ਉੱਥੇ ਚਲੇ ਹੀ ਜਾਣਾ, ਉਦੋਂ ਪੁੱਛ ਲਿਓ। ਵੈਸੇ ਅਗਲਾ ਜਾ ਕੇ ਪਾਪਾ ਜੀ ਨੂੰ ਤਾਂ ਗੁਜ਼ਰੇ ਨੇ ਹੁਣ 10 ਸਾਲ ਹੋ ਗਏ, ਅੱਛਾ ਪਾਪਾ ਜੀ ਗੁਜ਼ਰ ਗਏ, ਬਹੁਤ ਮਾੜੀ ਗੱਲ ਹੋਈ। ਕਹਿੰਦੇ ਕਰਜ਼ਾ ਤਾਂ ਹੁਣ ਤੁਸੀਂ ਉਹਨਾਂ ਨੂੰ ਪੁੱਛਣਾ ਨਹੀਂ ਪਤਾ ਸੀ। ਹੁਣ ਇਹ ਵੀ ਦੇਖੋ ਮੈਂ ਕਹਿੰਦਾ ਕਿ ਭਾਰਤ ਦੇ ਸੱਚੀ ਮੁੱਚੀ ਅੱਛੇ ਦਿਨ ਆਉਣ ਵਾਲੇ ਆ, ਸੱਚੀ ਮੁੱਚੀ ਇੰਡੀਆ ਡਿਜੀਟਲ ਬਣਨ ਵਾਲਾ, ਸੱਚੀ ਮੁੱਚੀ ਅਸੀਂ ਮਹਾਸ਼ਕਤੀ ਬਣ ਜਾਣਾ ਜਦੋਂ ਅਸੀਂ ਇਦਾਂ ਦੇ ਮੈਂਬਰ ਪਾਰਲੀਮੈਂਟ ਬਣਾਉਣੇ ਆ। ਇੱਕ ਪਾਸੇ ਕੋ ਪਾਵਾ ਲਈ ਫਿਰਦਾ, ਦੂਜੇ ਪਾਸੇ ਕੋ ਨਲਕਾ ਚੁੱਕੀ ਫਿਰਦਾ, ਤੀਸਰੇ ਪਾਸੇ ਇਧਰਲੇ ਪਾਸੇ ਕੰਮ ਤੁਰੀ ਫਿਰਦਾ, ਚੌਥੇ ਪਾਸੇ ਇੱਕ ਸਾਡੇ ਕੋਲ ਕਾਂਗਰਸ ਦੇ ਉਮੀਦਵਾਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੂੰ ਉਦੋਂ ਦੀ ਆਪਣੇ ਘਰ ਦੀ ਰੋਟੀ ਨਹੀਂ ਸਵਾਦ ਲੱਗਦੀ। ਉਹ ਕਹਿੰਦੇ ਕਦੇ ਮੈਂ ਚੌਂਕੀਦਾਰ ਦੇ ਘਰੇ ਰੋਟੀ ਖਾਣੀ ਆ, ਕਦੇ ਮੈਂ ਕਿਸੇ ਹੋਰ ਦੇ ਘਰੇ ਖਾਣੀ ਆ, ਉਹ ਛੋਟੇ ਘਰਾਂ ਦੀ ਰੋਟੀ ਕਹਿੰਦੇ ਬਹੁਤ ਵਧੀਆ। ਚਲੋ ਹੁਣ ਆਪਾਂ ਕੇਜਰੀਵਾਲ ਸਾਹਿਬ 4 ਦਿਨ ਡਰਾਮਾ ਤਾਂ ਕਰਨਾ ਹੀ ਹੈ। ਕੱਲ ਦੀ ਇੱਕ ਫੋਟੋ ਹੋਰ ਬੜੀ ਵਾਇਰਲ ਆ ਨਾ, ਝੋਨਾ ਲਾਉਣ ਡਿਆ ਟਰਾਲੀ ਚੋਂ, ਕਹਿੰਦੇ ਆਏ ਹਾਏ ਰਾਜਾ ਦਿਲ ਦਾ ਰਾਜਾ, ਕਹਿੰਦਾ ਜਦੋਂ ਕਿਸਾਨਾਂ ਦਾ ਝੋਨਾ ਨਹੀਂ ਸੀ ਲੱਗਦਾ ਨਾ ਉਦੋਂ SDM ਦੇ ਦਫ਼ਤਰ ਮੂਹਰੇ ਝੋਨਾ ਲਾਇਆ। ਹੁਣ ਮੈਨੂੰ ਸਮਝ ਨਹੀਂ ਆਇਆ ਵੀ ਇਹ SDM ਦੇ ਦਫ਼ਤਰ ਮੂਹਰੇ ਝੋਨਾ ਲਾਇਆ, ਪਾ ਲਓ ਪਿਛਲੇ ਸਾਲ ਦੀ ਆਪਾਂ ਗੱਲ ਕਰ ਲਈਏ ਤੇ ਪਿਛਲੇ ਸਾਲ ਸਰਕਾਰ ਕਿਹਦੀ ਪੰਜਾਬ 'ਚ ਰਾਜਾ ਵੜਿੰਗ ਕਿਹੜਾ ਮੰਤਰੀ ਬਣਾਏ ਸੀ। ਨਹੀਂ ਮੈਂ ਉਹੀ ਕਹਿ ਰਿਹਾ ਵੀ ਜਾਂ ਤਾਂ ਜਿਹੜੇ ਥੱਲੇ ਵਿਚਾਰਾ IT ਵਿੰਗ ਵਾਲੇ ਤੁਹਾਡੇ ਮੇਰੇ ਅੱਗੇ ਵਿਚਾਰੇ ਬਿਠਾਏ ਆ, ਉਹੀ ਫਟਾਫਟ ਫੋਟੋ ਚਾੜ ਦਿੰਦੇ, ਹਿਸਾਬ ਕੋਈ ਲਾਉਂਦਾ ਨਹੀਂ ਵੀ ਕਿਹੜੀ ਗੱਲ ਕਿੱਥੋਂ ਜਾ ਕੇ ਘੁੰਮ ਕੇ। ਅੱਛਾ ਆਪਾਂ ਹੰਸਰਾਜ ਹੰਸੂਰਾ ਦੀ ਗੱਲ ਕਰਦੇ। ਦੇਖੋ ਹੰਸਰਾਜ ਹੰਸੂਰਾ ਨੂੰ ਨਾ ਦਿੱਲੀ ਦੇ ਜਿਹੜੇ ਹਲਕੇ ਤੋਂ ਟਿਕਟ ਦਿੱਤੀ ਉਹ ਰਾਖਵਾਂ ਹਲਕਾ, ਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਖੁਦ ਤੇ ਉਹਨਾਂ ਦੀ ਪਾਰਟੀ ਦੇ ਬੰਦਿਆਂ ਨੇ ਦੋਸ਼ ਲਾਤਾ। ਦੋਸ਼ ਕੀ ਲਾਇਆ? ਕਹਿੰਦੇ 5 ਸਾਲ ਪਹਿਲਾਂ 2014 ਚ ਹੰਸਰਾਜ ਹੰਸ ਨੇ ਇਸਲਾਮ ਕਬੂਲ ਕਰ ਲਿਆ ਸੀ ਤੇ ਇਸਲਾਮ ਦੇ ਵਿੱਚ ਕਹਿੰਦੇ ਜਾਤੀ ਜੂਤੀ ਨਹੀਂ ਹੁੰਦੀ, ਇਸ ਕਰਕੇ ਹੰਸਰਾਜ ਹੰਸ ਜੇ ਇਸਲਾਮ ਕਬੂਲ ਕਰ ਚੁੱਕੇ ਤੇ ਇਸ ਹਲਕੇ ਤੋਂ ਚੋਣ ਲੜ ਹੀ ਨਹੀਂ ਸਕਦੇ। ਅਸੀਂ ਸ਼ਿਕਾਇਤ ਕਰਾਂਗੇ, ਅਸੀਂ ਉਹਨਾਂ ਦੀ ਉਮੀਦਵਾਰੀ ਜਿਹੜੀ ਆ ਖਾਰਜ ਕਰਾਵਾਂਗੇ, ਅਸੀਂ ਰੱਦ ਕਰਾਵਾਂਗੇ। ਹੰਸਰਾਜ ਹੰਸੂਰੀ ਕਹਿੰਦੇ ਬਹੁਤ ਮਾੜੀ ਗੱਲ ਹੈ, ਇਹ ਮੇਰੇ ਤੇ ਨਿੱਜੀ ਤੌਰ ਤੇ ਚਿੱਕੜ ਸੁੱਟਿਆ। ਆਪਾਂ ਕਿਸੇ ਜਾਤ ਬਰਾਦਰੀ ਦਾ ਨਾਂ ਨਹੀਂ ਲੈਣਾ ਕਿਉਂਕਿ ਆਪਾਂ ਉਦਾਂ ਦੀਆਂ ਗੱਲ ਨਹੀਂ ਕਰਦੇ। ਉਹ ਕਹਿੰਦੇ ਮੈਂ ਫਲਾਨੀ ਜਾਤੀ ਦਾ ਬੰਦਾ, ਮੇਰੀ ਮਾਤਾ ਬਹੁਤ ਕੱਟੜ ਹੈ, ਉਹ ਫਲਾਨੇ ਭਗਤ ਜੀ ਦੀ ਸੰਤ ਜੀ ਦੀ ਪੂਜਾ ਕਰਦੀ ਹੈ, ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਮੈਂ ਇਦਾਂ ਦੀ ਕੋਈ ਗੱਲ ਕੀਤੀ ਉਹਨਾਂ ਤਾਂ ਮੈਨੂੰ ਜਾਨੋਂ ਮਾਰ ਦੇਣਾ ਸੀ। ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਹਿਤਾ ਕਿ ਮੈਂ ਬੜੀ ਛੇਤੀ ਮਾਣਹਾਨੀ ਦਾ ਕੇਸ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਦੇ ਉਹਨਾਂ ਸਾਰੇ ਲੀਡਰਾਂ ਦੇ ਉੱਤੇ ਕਰਨਾ ਜਿਨ੍ਹਾਂ ਨੇ ਇਸ ਆਧਾਰ ਦੇ ਉੱਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਪਤਾ ਹੀ ਗੱਲ ਹੈ ਕੋਈ ਫਾਇਦਾ ਨਹੀਂ, ਐਵੇਂ ਵਕੀਲ ਨੂੰ ਪੈਸੇ ਦੇਣਗੇ, ਉੱਥੇ ਜਾ ਕੇ ਮਤਲਬ ਕਿ ਕੋਰਟ 'ਚ ਕੇਸ ਲੱਗੂਗਾ, ਫਿਰ 1-2 ਤਰੀਕਾਂ ਪੈਣੀਆਂ। ਆਮ ਆਦਮੀ ਪਾਰਟੀ ਵਾਲਿਆਂ ਕੋਲ ਤੇ ਹੱਲ ਹੈਗਾ, ਉਹਨਾਂ ਨੇ ਬਸ ਪਰਚਾ ਛਪਿਆ, ਉੱਤੇ ਸਾਰਾ ਕੁਝ ਲਿਖਿਆ, ਥੱਲੇ ਬਸ ਮਾਫੀ ਵਰਡ ਹੀ ਲਿਖਣਾ। ਨਹੀਂ ਤੁਹਾਡੇ ਕਹਿਣ ਦਾ ਭਾਵ ਹੈ ਕਿ ਜਦੋਂ ਇੱਕ ਸਫੇ ਦਾ ਨੋਟਿਸ ਇਹ ਭੇਜਣ ਤੇ ਨਾਲ ਇੱਕ ਪੇਪਰ ਖਾਲੀ ਵੀ ਭੇਜ ਦੇਣ ਕਿ ਭਾਈ ਮਾਫੀਨਾਮਾ ਇਹ ਤੇ ਲਿਖ ਕੇ ਭੇਜ ਦਿਓ। ਨਹੀਂ ਮਾਫੀ ਵੱਲੋਂ ਲਿਖਾ ਕੇ ਭੇਜ ਦੇਣ, ਮਾਰਾ ਬਸ ਸਾਈਨ ਕਰਕੇ ਭੇਜ ਕੇ ਤਜਰਬਾ ਤਾਂ ਹੈਗਾ ਹੀ ਉਹਨਾਂ ਕੋਲ। ਅੱਛਾ ਆਪਾਂ ਮੁੜ ਕੇ ਦੁਬਾਰਾ ਇੱਕ ਵਾਰ ਪੰਜਾਬ ਵਾਲੇ ਪਾਸੇ ਵੀ ਆਉਣਾ ਕਿਉਂਕਿ ਪੰਜਾਬ ਦੇ ਅਕੋਰਡਿੰਗ ਟੂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੰਜਾਬ ਦੇ ਵਿੱਚ ਇਸ ਵਕਤ ਇਨਵਿਜ਼ੀਬਲ ਮੰਨਦੇ ਹੋ, ਇੱਕ ਮਿਸਟਰ ਇੰਡੀਆ ਫਿਲਮ ਨਹੀਂ ਆਈ ਸੀ ਚੈਨਲ ਕਪੂਰ ਹੋਣੀ ਮਤਲਬ ਦਿਸਣੋਂ ਹਟ ਜਾਂਦੇ ਸੀ, ਉਹ ਕਹਿੰਦੇ ਉਸ ਤਰ੍ਹਾਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ, ਤੇ ਉਹ ਪੰਜਾਬ ਦਾ ਕੁਝ ਵੀ ਕਹਿ ਲਓ ਕਿ ਵੀ ਭਲਾ ਨਹੀਂ ਸੋਚ ਰਹੇ। ਪਰ ਹੁਣ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚੇਤਾ ਆਇਆ ਵੀ ਯਾਰ ਕਰੀਏ ਕੀ, ਕੁਛ ਤੇ ਬਿਆਨ ਦਈਏ। ਤੇ ਬਿਆਨ ਕੱਲ ਦਾ ਵੈਸੇ ਤਾਂ ਲੋਕਾਂ ਨੇ ਇਹ ਬਣਾ ਲਿਆ, ਕਹਿੰਦੇ ਸਮਾਰਟਫੋਨਾਂ ਦੇ ਨਾਲ ਵੋਟਾਂ ਤੋਂ ਬਾਅਦ ਅਸੀਂ ਪਾਵਰ ਬੈਂਕ ਵੀ ਦੇਣੇ ਆ, ਪਰ ਅਸਲ 'ਚ ਉਹਨਾਂ ਨੇ ਕਿਹਾ ਵੀ ਤਿਆਰੀ ਸਾਡੀ ਪੂਰੀ ਹੈ ਸਮਾਰਟਫੋਨਾਂ ਦੀ, ਤੇ ਜਿਵੇਂ ਵੋਟਾਂ ਮੁੱਕਦੀਆਂ ਨੇ ਨਾਲ ਦੀ ਨਾਲ ਮਤਲਬ ਮੁੰਡਿਆਂ ਨੂੰ ਕੁੜੀਆਂ ਨੂੰ, ਯਾਨੀ ਕਹਿੰਦੇ ਕਿ ਮੇਰੇ ਪੁੱਤਾਂ ਧੀਆਂ ਨੇ ਤੇ ਉਹਨਾਂ ਨੂੰ ਮਾੜੇ ਫੋਨ ਨਹੀਂ ਦੇਣੇ, ਇਸ ਕਰਕੇ ਵਧੀਆ ਸਮਾਰਟਫੋਨਾਂ ਦਾ ਆਰਡਰ ਦਿੱਤਾ ਤੇ ਵੋਟਾਂ ਪੈਣ ਤੋਂ ਬਾਅਦ ਆਪਾਂ ਦੇ ਦੇਣੇ। ਮੈਂ ਨਾ ਕੱਲ ਦਾ ਫੇਰ ਇੱਕ ਵਾਰੀ ਸਰਾਣੇ ਥੱਲੇ ਬਾਂਹ ਦੇ ਕੇ ਸੁੱਤਾ, ਜਿੱਦਣ ਦਾ ਆਸਟ੍ਰੇਲੀਆ ਹੋਇਆ ਸੀ ਨੀਂਦ ਹੀ ਨਹੀਂ ਹਿਸਾਬ ਕਿਤਾਬ ਚਾਹੁੰਦੀ ਸੀ। ਕੱਲ ਨਿਸ਼ਾ ਹੋ ਗਈ। ਹੋਇਆ ਕੀ ਹੁਣ ਮੈਨੂੰ ਐ ਪਹਿਲਾਂ ਫਿਕਰ ਬੜਾ ਹੁੰਦਾ ਸੀ ਜੀ, ਖਹਿਰਾ ਸਾਹਿਬ ਕਹਿੰਦੇ 40-45 ਲੱਖ ਨੌਜਵਾਨ ਬੇਰੁਜ਼ਗਾਰ ਹੈ, ਭਗਵੰਤ ਮਾਨ ਸਾਹਿਬ ਕਹਿੰਦੇ 50-55 ਲੱਖ ਬੇਰੁਜ਼ਗਾਰ ਹੈ। ਹੁਣ ਕੱਲ ਤੋਂ ਜਦੋਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਸਮਾਰਟਫੋਨ ਅਸੀਂ ਬਿਲਕੁਲ ਮੁਫਤ ਨੌਜਵਾਨਾਂ ਨੂੰ ਦੇਣ ਲੱਗੇ ਹਾਂ, ਉਦੋਂ ਹੁਣ ਮੈਨੂੰ ਲੱਗਦਾ ਕਿ ਕਹਾਣੀ ਕੋਈ ਨਹੀਂ, ਹੁਣ ਸਾਨੂੰ ਬਿਲਕੁਲ ਨੌਕਰੀ ਨਹੀਂ ਚਾਹੀਦੀ ਕਿਉਂਕਿ ਨੌਜਵਾਨ ਗੱਭਰੂ ਨੇ ਮੁਟਿਆਰ ਨੇ ਸਵੇਰੇ ਉੱਠਣਾ, ਸਵੇਰੇ ਉੱਠ ਕੇ ਮੋਬਾਈਲ ਫੋਨ ਔਨ ਕਰਨਾ ਕਿਉਂਕਿ ਚਾਰਜ ਤਾਂ ਕੀਤਾ ਹੋਣਾ, ਤੇ ਕਹਿਣਾ ਅੱਛਾ ਮੈਂ ਹੁਣ ਮੂੰਹ ਧੋਣਾ, ਮੋਬਾਈਲ ਫੋਨ 'ਚ ਮੇਰਾ ਮੂੰਹ ਧੋ ਦਿਓ। ਫਿਰ ਕਹਿਣਾ ਕਿ ਹੁਣ ਮੈਂ ਨਾਸ਼ਤਾ ਕਰਨਾ, ਬ੍ਰੇਕਫਾਸਟ ਕਰਨਾ, ਉਹ ਥਾਲੀ ਉੱਥੇ ਆ ਜਾਣੀ ਹੈ।
ਫਿਰ ਉਧਰੋਂ ਬਾਪੂ ਨੇ ਕਹਿਣਾ ਕਿ ਪੁੱਤ ਮੈਨੂੰ ਨਾ ਖੰਘ ਜੀ ਹੋਈ ਆ, ਦਵਾਈ ਲੈਣ ਜਾਣਾ। ਫਿਰ ਮੋਬਾਈਲ ਫੋਨ ਤੇ ਗੱਲ ਕਰਨੀ ਆ, ਬਾਪੂ ਜੀ ਦੀ ਖੰਘ ਦੀ ਦਵਾਈ ਆ ਜਾਵੇ, ਕਿਉਂਕਿ ਨਾ ਕੰਮ ਦੀ ਲੋੜ ਹੈ ਨਾ ਪੈਸਿਆਂ ਦੀ ਲੋੜ ਹੈ। ਉਸ ਇੱਕ ਮੋਬਾਈਲ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਇੰਨਾ ਕੁਝ ਫਿੱਟ ਕਰ ਦੇਣਾ ਕਿ ਤੁਸੀਂ ਬਸ ਕੁਰਸੀ ਤੇ ਮੰਜਾ ਨਹੀਂ ਛੱਡਣਾ, ਨਾਲ ਡੱਬੀਆਂ ਵਾਲੀ ਖੇਸੀ ਨਹੀਂ ਛੱਡਣੀ, ਬਾਕੀ ਸਾਰਾ ਕੁਝ ਤੁਹਾਡੇ ਕੋਲ ਅਲਾਦੀਨ ਦੇ ਚਿਰਾਗ ਵਾਂਗੂ ਉੱਥੇ ਹੀ ਪਹੁੰਚੂ। ਨਹੀਂ, ਮੈਨੂੰ ਤਾਂ ਐਵੇਂ ਲੱਗਦਾ ਵੀ ਸਮਾਰਟਫੋਨ ਕਿਤੇ ਇਹ ਤਾਂ ਨਹੀਂ ਮਤਲਬ ਜਿਹੜੀ ਬੋਤਲ ਸਵੇਰੇ ਖੜ ਕੇ ਕਰਾਂ ਖੇਤਾਂ ਨੂੰ ਜਾਣਾ ਹੁੰਦਾ ਉਹ ਵੀ ਸਮਾਰਟਫੋਨ ਹੀ ਚੱਲ ਜਾ ਕਰੇ। ਕਿਆ ਬਾਤਾਂ, ਆਹ ਤਾਂ ਤੁਸੀਂ ਬਹੁਤ ਵਧੀਆ ਕੀਤੀ। ਐਵੇਂ ਹਾਈ ਟੈਕ ਹੀ ਹੈ ਕੰਮ, ਉਹ ਕਦੇ ਮਾੜਾ ਨਹੀਂ ਦੇਣਾ ਫੋਨ ਨਾ। ਨਹੀਂ, ਇਹ ਦੇਖੋ ਸਾਰੀਆਂ ਲੋੜਾਂ ਹੁਣ ਪੂਰੀਆਂ ਕਰਨੀਆਂ। ਮੈਨੂੰ ਐ ਲੱਗਦਾ ਕਿ ਜਦੋਂ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗਾ ਕਿ ਭਾਈ ਗੁਰਦਾਸਪੁਰੋਂ ਸਨੀ ਦਿਓਲ ਨੇ ਜਾਖੜ ਘੇਰ ਲਿਆ, ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੋਂ ਘਬਾਇਆ ਸਾਹਿਬ ਘੇਰ ਲਿਆ, ਉਧਰਲੇ ਪਾਸੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜੀ ਟੱਕਰ ਦੇਣੀ ਸ਼ੁਰੂ ਕਰਤੀ ਹੈ, ਕੈਪਟਨ ਸਾਹਿਬ ਨੂੰ ਥੋੜੀ ਜਿਹੀ ਚਿੰਤਾ ਹੋਈ ਕਿ ਕਿਤੇ 2-3 ਸੀਟਾਂ ਹੱਥੋਂ ਨਿਕਲ ਨਾ ਜਾਣ। ਉਹਨਾਂ ਨੇ ਫਿਰ ਨਾ ਪ੍ਰਸ਼ਾਂਤ ਕਿਸ਼ੋਰ ਦਾ ਇੱਕੋ ਡੱਬਾ ਲੱਭਿਆ, ਕਿਉਂਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ ਉਦੋਂ ਵੀ 3 ਪਾਸੇ ਲੋਕ ਬੈਠੇ ਹੁੰਦੇ ਸੀ, ਕਪਤਾਨ ਸਾਹਿਬ ਨੂੰ ਇਕੱਲੇ ਸਟੇਜ ਤੇ ਬਿਠਾ ਦਿੰਦੇ ਸੀ ਪ੍ਰਸ਼ਾਂਤ ਕਿਸ਼ੋਰ, ਤੇ ਲਾਗੇ ਇੱਕ ਡੱਬਾ ਰੱਖਿਆ ਹੁੰਦਾ ਸੀ ਜਿਹਦੇ ਵਿੱਚ ਲੋਕਾਂ ਦੇ ਸਵਾਲਾਂ ਦੀਆਂ ਪਰਚੀਆਂ ਹੁੰਦੀਆਂ ਸੀ। ਹੁਣ ਕਪਤਾਨ ਸਾਹਿਬ ਨੇ ਉਹ ਡੱਬਾ ਫਿਰ ਲਵਾਇਆ ਮੋਤੀ ਮਹਿਲ ਦੇ ਵਿੱਚੋਂ ਕਿ ਡੱਬਾ ਲੱਭੋ ਭਾਈ, ਤੇ ਹੁਣ ਜਿੱਥੇ ਵੀ ਕੈਪਟਨ ਅਮਰਿੰਦਰ ਸਿੰਘ ਜਾਂਦੇ ਆ ਉਹ ਡੱਬਾ ਕੋਲ ਰੱਖ ਲੈਂਦੇ ਆ, ਲੋਕਾਂ ਨੂੰ ਕਹਿੰਦੇ ਆ ਕਿ ਆਪਣੇ ਸਵਾਲ ਪਰਚੀਆਂ ਤੇ ਲਿਖ ਕੇ ਪਰਚੀ 'ਚ ਪਾ ਦਿਓ। ਤੇ ਫਿਰ ਜਿਹੜੀ ਪਹਿਲੀ ਪਰਚੀ ਕੱਢੀ ਉਹ ਸਮਾਰਟਫੋਨ ਦੀ ਸੀ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ, ਉਹ ਕਹਿੰਦੇ ਵਿਰੋਧੀ ਦੋਸ਼ ਲਾਉਂਦੇ ਆ ਕਿ ਕਪਤਾਨ ਮੁੱਕਰ ਗਿਆ, ਇਹਨੇ ਸਮਾਰਟਫੋਨ ਨਹੀਂ ਦੇਣੇ, ਕਹਿੰਦੇ ਬਿਲਕੁਲ ਦੇਣੇ ਆ। ਤੁਸੀਂ ਧੀਆਂ ਪੁੱਤਾਂ ਦੀ ਗੱਲ ਕੀਤੀ, ਬਹੁਤ ਚੰਗਾ। ਹੁਣ ਦੇਖੋ ਉਹਨਾਂ ਨੇ ਕਿਹਾ ਕੀ ਹੈ, ਉਹ ਕਹਿੰਦੇ ਕਿ ਅਸੀਂ ਪਹਿਲਾਂ ਸੋਚਿਆ ਸੀ ਸਮਾਰਟਫੋਨ ਦੇ ਦਈਏ, ਪਰ ਉਹਦੇ ਵਿੱਚ ਫੀਚਰ ਪੂਰੇ ਨਹੀਂ ਸੀ। ਅਸੀਂ ਨਹੀਂ ਚਾਹੁੰਦੇ ਕਿ ਮੁੰਡੇ ਕੁੜੀਆਂ ਕੇਵਲ ਮੋਬਾਈਲ ਫੋਨ ਦੇ ਉੱਤੇ ਗੱਲਾਂ ਹੀ ਕਰਨ, ਅਸੀਂ ਚਾਹੁੰਦੇ ਹਾਂ ਕਿ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਪੂਰੀ ਤਕਨੀਕ ਦਾ ਲਾਭ ਲੈਣ। ਅਸੀਂ ਵਧੀਆ ਸਮਾਰਟਫੋਨਾਂ ਦਾ ਠੇਕਾ ਦੇ ਦਿੱਤਾ। ਆ 23 ਤਰੀਕ ਨੂੰ ਵੋਟਾਂ ਪੈਣੀਆਂ, ਕੋਡ ਆਫ ਕੰਡਕਟ ਹਟ ਜਾਣਾ, ਤੁਹਾਡੇ ਹੱਥਾਂ ਦੇ ਵਿੱਚ ਸਮਾਰਟਫੋਨ ਹੋਏਗਾ। ਹੁਣ ਦੋ ਗੱਲਾਂ ਇੱਥੇ ਬਹੁਤ ਵਿਚਾਰਨ ਵਾਲੀਆਂ। ਕੈਪਟਨ ਸਾਹਿਬ ਜੀ, ਜੇ ਇਹ ਤੁਹਾਡੇ ਧੀਆਂ ਪੁੱਤ ਨੇ ਜਿਨ੍ਹਾਂ ਨੂੰ ਤੁਸੀਂ ਤਰੱਕੀ ਕਰਦਿਆਂ ਵੇਖਣਾ ਚਾਹੁੰਦੇ ਹੋ, ਇਹ ਧੀਆਂ ਪੁੱਤ ਵੱਡੇ ਹੋਏ ਆ ਪੰਜਾਬ ਦੇ ਸਕੂਲਾਂ 'ਚ ਪੜ੍ਹ ਕੇ, ਪੰਜਾਬ ਦੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰਨੀ ਤੁਹਾਡੇ ਲਈ ਜ਼ਰੂਰੀ ਹੈ ਕਿ ਇਹਨਾਂ ਦੇ ਹੱਥ ਦੇ ਵਿੱਚ ਸਮਾਰਟਫੋਨ ਦੇਣਾ ਜ਼ਰੂਰੀ ਹੈ? ਦੂਸਰੀ ਗੱਲ, ਇਹਨਾਂ ਧੀਆਂ ਪੁੱਤਾਂ ਨੂੰ ਜਿੱਦਾਂ ਦੀ ਖਾਣ ਪੀਣ ਮਿਲ ਰਿਹਾ, ਜਿੱਦਾਂ ਦੀ ਕਣਕ ਮਿਲ ਰਹੀ, ਜਿੱਦਾਂ ਦਾ ਜ਼ਹਿਰੀਲਾ ਦੁੱਧ ਮਿਲ ਰਿਹਾ, ਤੀਜੇ ਦਿਨ ਮੁੰਡੇ ਕੁੜੀਆਂ ਬਿਮਾਰ ਰਹਿੰਦੇ ਆ। ਉਹ ਹਸਪਤਾਲ ਜਾਂਦੇ ਨੇ, ਉੱਥੇ ਡਾਕਟਰ ਕੋਈ ਨਹੀਂ ਹੁੰਦਾ, ਤੁਸੀਂ ਡਾਕਟਰ ਪਹਿਲਾਂ ਲੈ ਕੇ ਉੱਥੇ ਆਉਣਾ ਕਿ ਇਹਨਾਂ ਦੇ ਹੱਥ ਦੇ ਵਿੱਚ ਸਮਾਰਟਫੋਨ ਦੇਣੇ ਆ। ਚੱਕਰ ਪਤਾ ਕੀ ਹੈ, ਤੁਹਾਡੇ ਵੱਲ ਵੇਖ ਕੇ ਨਾ ਜਦੋਂ ਗੱਲਾਂ ਹੀ ਕਰਨ ਦੇ, ਉਹ ਆ ਯਾਰ ਬੰਦਾ ਬਹੁਤ ਤੰਗ ਕਰਦਾ ਯਾਰ ਭਰਾਵਾ, ਸਮਾਰਟਫੋਨ ਤਾਂ ਦੇ ਲੈਣ ਦੇ। ਨਾਲੇ ਮੁੰਡਿਆਂ ਕੁੜੀਆਂ ਨੂੰ ਤਾਂ ਪੁੱਛ ਲਓ ਵੀ ਉਹਨਾਂ ਨੂੰ ਡਾਕਟਰ ਚਾਹੀਦਾ, ਸਕੂਲ 'ਚ ਟੀਚਰ ਚਾਹੀਦਾ ਕਿ ਸਮਾਰਟਫੋਨ ਚਾਹੀਦਾ। ਤੁਸੀਂ ਇਹ ਦੇਖੋ ਕਿ ਜਦੋਂ ਫੇਸਬੁੱਕ ਤੇ ਫੋਟੋ ਪਾਈ ਹੁੰਦੀ ਨਾ ਇੱਕ ਰਾਤਰੀ ਜੀ ਕਰਕੇ, ਤੇ ਰਾਤ ਸਾਰੀ ਸੁਪਨੇ ਆਉਂਦੇ ਨੇ ਵੀ ਸਵੇਰ ਨੂੰ ਕਿੰਨੇ ਲਾਈਕ ਹੋਣਗੇ, ਕਿੰਨੇ ਕਮੈਂਟ ਹੋਣਗੇ, ਕਿੰਨਿਆਂ ਨੇ ਦਿਲ ਜਿਹਾ ਭੇਜਿਆ ਹੋਊਗਾ, ਕਿੰਨਿਆਂ ਨੇ ਥੱਲੇ ਉਹ ਕੋਈ ਨਾ ਕੋਈ ਜਿਫ ਜੀ ਜਿਹੜੀ ਹੁੰਦੀ ਆ ਹੈ ਨਾ, ਉਹ ਕੁਝ ਬਣਾ ਕੇ ਫਾਈਲ ਜੀ ਪਾਈ ਹੋਊਗੀ, ਕਿੰਨਿਆਂ ਨੇ ਅੱਤ ਲਿਖਿਆ ਹੋਊਗਾ, ਗਾਡਰ ਲਿਖਿਆ ਹੋਊਗਾ। ਉਹ ਜਦੋਂ ਸਵੇਰੇ ਉੱਠਦੇ ਆ ਸਾਰੇ ਮੂੰਹ ਹਨੇਰੇ, ਮਤਲਬ ਜੇ ਜਿਹੜੀ ਗਿੱਡ ਹੈ ਉਹ ਅਜੇ ਕੋਇਆਂ 'ਚ ਹੀ ਹੁੰਦੀ ਆ ਅੱਖਾਂ 'ਚ, ਤੇ ਉਦੋਂ ਬੰਦਾ ਆ ਚੁੰਨੀਆਂ ਆਈਆਂ ਅੱਖਾਂ ਨਾਲ ਜਿਹੜਾ ਫੋਨ ਤੇ ਵੇਖਣ ਦਾ ਨਜ਼ਾਰਾ, ਉਸ ਮਜ਼ੇ ਨੂੰ ਤੁਸੀਂ ਮਹਿਸੂਸ ਕਰੋ ਨਾ। ਤੁਸੀਂ ਮਾਸਟਰ ਤੋਂ ਕੀ ਲੈਣਾ, ਡਾਕਟਰ ਤੋਂ ਕੀ ਲੈਣਾ? ਨਹੀਂ, ਸੰਧਾਲੀਆ ਸਾਹਿਬ ਦੇਖੋ, ਅਸੀਂ ਕਿਉਂ ਨਹੀਂ ਲੈਣਾ, ਕਿਉਂਕਿ ਮਾਸਟਰਾਂ ਦੇ ਉੱਤੇ ਵੀ ਤਾਂ ਪਾਬੰਦੀ ਲਾਤੀ ਹੈ ਕਿ ਤੁਸੀਂ ਜਮਾਤ ਦੇ ਵਿੱਚ ਜਾ ਕੇ ਫੋਨ ਆਪਣਾ ਨਹੀਂ ਵਰਤਣਾ, ਤੁਸੀਂ ਉੱਥੇ ਜਾ ਕੇ ਫੇਸਬੁੱਕ ਤੇ YouTube ਜਿਹੜੀ ਆ ਉਹ ਨਹੀਂ ਚਲਾਉਣੀ। ਜੇ ਤੁਸੀਂ ਚਲਾਈ ਤਾਂ ਫਿਰ ਦੇਖਿਓ ਤੁਹਾਨੂੰ ਨੌਕਰੀਆਂ ਬਾਹਰ ਕੱਢ ਦਿਆਂਗੇ। ਪਰ ਕੁੱਲ ਮਿਲਾ ਕੇ ਕੱਲ ਕਪਤਾਨ ਸਾਹਿਬ ਨੇ ਨਾ ਸੱਚੀ ਮੁੱਚੀ ਸਹੀ ਕਰ ਦਿੱਤਾ ਕੰਮ ਕਿ ਭਾਈ ਹੁਣ ਸਾਨੂੰ ਪਤਾ ਲੱਗ ਗਿਆ ਕਿ ਸਮਾਰਟਫੋਨ ਮਿਲ ਜਾਣੇ ਆ। ਹੁਣ ਅਸੀਂ ਕੀ ਲੈਣਾ ਜੇ ਬਿਆਸ ਦਰਿਆ ਦੇ ਵਿੱਚ ਕਿਸੇ ਖੰਡ ਮਿੱਲ ਦਾ ਸੀਰਾ ਆ ਕੇ ਮਿਲ ਜਾਏ? ਅਸੀਂ ਕੀ ਲੈਣਾ ਲੱਖਾਂ ਮੱਛੀਆਂ ਜਿਹੜੀਆਂ ਉਹ ਮਰ ਜਾਣ? ਅਸੀਂ ਲੈਣਾ ਕੀ ਆ ਜੇ ਬੁੱਢੇ ਨਾਲੇ ਦੇ ਵਿੱਚੋਂ ਪ੍ਰਦੂਸ਼ਿਤ ਪਾਣੀ ਪੰਜਾਬ ਦੇ ਅੱਧੇ ਲੋਕਾਂ ਨੂੰ ਬਿਮਾਰ ਕਰਦਾ? ਸਾਨੂੰ ਕੋਈ ਲੈਣਾ ਦੇਣਾ ਹੈਗਾ? ਸਾਨੂੰ ਸਮਾਰਟਫੋਨ ਮਿਲ ਗਿਆ, ਅਸੀਂ ਵਿੰਗੇ ਟਿੱਡ ਜਿਹਾ ਹੋ ਕੇ ਐ ਸੈਲਫੀ ਲੈਣੀ ਹੈ, ਫਿਰ ਐ ਸੈਲਫੀ ਲੈਣੀ ਹੈ, ਤੇ ਸੰਧਾਲੀਆ ਸਾਹਿਬ ਨੇ ਕਹਿਣਾ ਕਿ ਮੈਂ ਨਾ ਹੁਣ ਆ ਜਿਹੜਾ ਪਤਾ ਨਹੀਂ ਓਪਰਾ ਜਾਂ ਓਪੇਰਾ ਹਾਊਸ ਹੈ ਇਹਦੇ ਮੂਹਰੇ ਖੜਦਾ, ਤੂੰ ਬਾਹਰ ਮੇਰੀ ਫੋਟੋ ਖਿੱਚ। ਉਹ ਵੀ ਵੈਸੇ ਨਾ ਓਪਰਾ ਹਾਊਸ ਕੈਸੀ ਗੱਲ ਸੀਗੀ, ਚਲੋ ਗੱਲ ਅਸੀਂ ਵਧੀਆ ਚਲਾ ਲਈ, ਪਤਾ ਨਹੀਂ ਅਸੀਂ ਤਾਂ ਹੁਣ ਤੱਕ ਓਪੇਰਾ ਹਾਊਸ ਹੀ ਕਹਿੰਦੇ ਰਹੇ, ਉੱਥੇ ਜਾ ਕੇ ਕਹਿੰਦੇ ਨਹੀਂ ਜੀ ਓਪਰਾ ਹਾਊਸ ਆ। ਮੈਂ ਕਿਹਾ ਯਾਰ ਓਪਰਾ ਤਾਂ ਤੁਹਾਡਾ, ਸਾਨੂੰ ਤਾਂ ਆਪਣਾ ਹੀ ਲੱਗਦਾ ਹੈ ਨਾ। ਚਲੋ ਖੈਰ, ਉਹ ਵੀ ਗੱਲਾਂ ਨੇ, ਆਪਾਂ ਕਦੀ ਉਹ ਵੀ ਕਰਾਂਗੇ, ਕੁਛ ਵੀਡੀਓਜ਼ ਨੇ ਨਾਲ ਦੇ ਨਾਲ ਤੁਹਾਨੂੰ ਉਹ ਵੀ ਦਿਖਾਈ ਜਾਵਾਂਗੇ। ਪਰ ਸਰਦਾਰ ਸਾਹਿਬ, ਮੋੜਾ ਆਪਾਂ ਕੱਟੀਏ, ਮੋੜਾ ਕੱਟਣ ਵਾਲੀ ਗੱਲ ਜਿਹੜੀ ਹੈ ਨਾ, ਉਹ ਇਹ ਕਹਿੰਦੀ ਹੈ ਕਿ ਵੀ ਇਸ ਵਕਤ ਜਦੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦੇ ਲਈ ਜਿਹੜਾ ਬਰਗਾੜੀ ਵਾਲਾ ਮੋਰਚਾ ਸੀ ਜਾਂ ਜਿਹੜੀਆਂ ਹੋਰ ਸਿੱਖ ਜਥੇਬੰਦੀਆਂ ਨੇ, ਉਹਨਾਂ ਨੇ ਐਲਾਨ ਕਰ ਦਿੱਤਾ। ਉਹ ਕਹਿੰਦੇ ਕਿ ਬਠਿੰਡਾ ਤੇ ਫਿਰੋਜ਼ਪੁਰ 2 ਹਲਕੇ ਚੁਣੇ ਨੇ, ਤੇ ਦੋਵਾਂ ਦੇ ਵਿੱਚ ਅਸੀਂ ਮਾਰਚ ਕਰਨਾ। ਇੱਕ ਸ਼ਾਇਦ 8 ਤਰੀਕ ਦਾ ਚੁਣਿਆ ਤੇ ਇੱਕ ਉਸ ਤੋਂ ਬਾਅਦ ਵਾਲੀ ਤਰੀਕ ਦਾ ਚੁਣਿਆ। ਉਹ ਕਹਿੰਦੇ ਵੀ ਅਸੀਂ ਜਿਹੜੀ ਬੇਅਦਬੀ ਹੋਈ ਜਾਂ ਜੋ ਕੁਝ ਵੀ ਕੀਤਾ ਗਿਆ 10 ਸਾਲਾਂ ਦੇ ਵਿੱਚ, ਉਹ ਸਾਰੇ ਕੁਝ ਦਾ ਇਨਸਾਫ ਨਹੀਂ ਦਿੱਤਾ, ਤੇ ਜਿਹੜੇ ਲੋਕ ਦੋਸ਼ੀ ਸੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਕਰਾਇਆ, ਉਹਨਾਂ ਦੇ ਖਿਲਾਫ ਮੁਹਿੰਮ ਵਿੱਢਾਂਗੇ। ਇਹਨੂੰ ਕਿਵੇਂ ਦੇਖਦੇ? ਦੇਖੋ ਸੰਧਾਲੀਆ ਸਾਹਿਬ, ਇੱਥੇ ਬਿਲਕੁਲ ਵੀ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਇਹ ਦੋ ਤਾਕਤਾਂ ਨੇ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ, ਉਹਦੇ ਤੋਂ ਬਾਅਦ ਚੱਲੀ ਗੋਲੀ ਦੇ ਮੁੱਦੇ ਨੂੰ ਮੁੱਖ ਮੁੱਦਾ ਬਣਾ ਕੇ
ਅਕਾਲੀ ਦਲ ਬਾਦਲ ਦੇ ਉੱਤੇ ਸਭ ਤੋਂ ਵੱਧ ਨਿਸ਼ਾਨੇ ਲਾ ਰਹੀਆਂ। ਇੱਕ ਭਾਈ ਜਗਤਾਰ ਸਿੰਘ ਹਵਾਰਾ ਨੇ ਜਿਹੜੀ 21 ਮੈਂਬਰੀ ਕਮੇਟੀ ਬਣਾਈ ਹੈ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਲਗਾਤਾਰ 5-7 ਦਿਨ ਮੁਹਿੰਮ ਚਲਾਉਣੀ ਹੈ। ਚਲਾਉਣੀ ਫਿਰੋਜ਼ਪੁਰ ਤੇ ਬਠਿੰਡੇ ਦੇ ਵਿੱਚ ਹੈ। ਅਸੀਂ ਪੁਰਾਣੀ ਜਿਹੜੀ ਸਰਕਾਰ ਬਾਦਲਾਂ ਦੀ ਸੀ ਉਹਨਾਂ ਦੇ ਵੀ ਖਿਲਾਫ ਚੱਲਣਾ, ਤੇ ਕਪਤਾਨ ਦੀ ਸਰਕਾਰ ਨੇ ਵੀ ਕੱਖ ਨਹੀਂ ਕੀਤਾ, ਉਹਨਾਂ ਦੇ ਖਿਲਾਫ ਚੱਲਣਾ। ਦੂਸਰੀ ਜਿਹੜੀ ਧਿਰ ਜਿਨ੍ਹਾਂ ਨੇ ਪਿਛਲੀ ਵਾਰੀ ਬਰਗਾੜੀ ਵਾਲਾ ਮੋਰਚਾ ਲਾਇਆ ਸੀ ਤੇ ਖਖੜੀਆਂ ਕਰੇਲੇ ਹੋ ਗਈ, ਉਸ ਧਿਰ ਦੇ ਇੱਕ ਧੜੇ ਨੇ ਹੁਣ ਐਲਾਨ ਕਰ ਦਿੱਤਾ ਕਿ ਅਸੀਂ 8 ਤਰੀਕ ਨੂੰ ਬਰਗਾੜੀ ਤੋਂ ਇੱਕ ਮਾਰਚ ਸ਼ੁਰੂ ਕਰਨਾ, ਬਾਦਲ ਪਿੰਡ ਤੱਕ ਲੈ ਕੇ ਜਾਣਾ। ਅਸੀਂ ਲੋਕਾਂ ਨੂੰ ਇੱਕ ਵਾਰੀ ਫੇਰ ਚੇਤੇ ਕਰਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਲੋਕੋ ਵੋਟ ਪਾਉਣ ਤੋਂ ਪਹਿਲਾਂ ਚੇਤਾ ਨਾ ਭੁੱਲਿਓ। ਦੂਸਰੀ ਗੱਲ, ਉਹ ਕਹਿੰਦੇ ਦੂਸਰਾ ਮਾਰਚ ਜਿਹੜਾ ਉਹ ਅਸੀਂ ਕਰਨਾ ਜਲਾਲਾਬਾਦ ਤੱਕ 10 ਤਰੀਕ ਨੂੰ। ਜਲਾਲਾਬਾਦ ਕੀ ਹੈ? ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵਿਧਾਨ ਸਭਾ ਹਲਕਾ, ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਹਿੱਸਾ, ਜਿੱਥੋਂ ਸੁਖਬੀਰ ਸਿੰਘ ਬਾਦਲ ਖੜੇ ਨੇ। ਦੇਖੋ ਬਹੁਤਾ ਪ੍ਰਭਾਵ ਪਵੇ ਜਾਂ ਥੋੜਾ, ਕਿਉਂਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੜਾਈ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨਾਲ ਹੈ, ਆਮ ਆਦਮੀ ਪਾਰਟੀ ਨਾਲ ਹੈ ਤੇ ਕਾਂਗਰਸ ਦੇ ਨਾਲ ਹੈ। ਇਹ ਜਿਹੜੀਆਂ ਬਾਹਰਲੀਆਂ ਧਿਰਾਂ ਜਿਹੜੀਆਂ ਕਿ ਸਿੱਧੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਵੀ ਨਹੀਂ, ਜਦੋਂ ਆ ਕੇ ਸਪੈਸ਼ਲ ਤੌਰ ਤੇ ਸਪਸ਼ਟ ਤੌਰ ਤੇ ਅਕਾਲੀ ਦਲ ਬਾਦਲ ਦਾ ਵਿਰੋਧ ਕਰਨੀਆਂ ਤਾਂ ਨੁਕਸਾਨ ਕਿਤੇ ਨਾ ਕਿਤੇ ਹੋਊ। ਕਿਉਂਕਿ ਲੀਡਰਾਂ ਦਾ ਸਾਰਾ ਜ਼ੋਰ ਕਿੱਥੇ ਲੱਗਿਆ ਕਿ ਆਪਾਂ ਮੁੱਖ ਮੁੱਦਿਆਂ ਤੇ ਲੋਕਾਂ ਨੂੰ ਆਉਣ ਹੀ ਨਹੀਂ ਦੇਣਾ। ਭਾਵੇਂ ਕੋਈ ਪਾਰਟੀ ਹੈ, ਸਾਰੀਆਂ ਪਾਰਟੀਆਂ ਬਸ ਦੂਸ਼ਣਬਾਜ਼ੀ ਕਰਦੀਆਂ, ਜੀ ਇਹ ਮਹਿਲਾਂ ਵਾਲੇ ਬੰਦੇ ਐ, ਦੂਜੇ ਕਹਿੰਦੇ ਜੀ ਇਹਨੇ ਫਲਾਨਾ ਕੰਮ ਮਾੜਾ ਕੀਤਾ ਸੀ। ਪੰਜਾਬ ਦੇ ਲੋਕਾਂ ਦੇ ਮੁੱਦਿਆਂ ਤੇ ਤਾਂ ਕੋਈ ਆ ਹੀ ਨਹੀਂ ਰਿਹਾ। ਜੇ ਇਦਾਂ ਦੀਆਂ ਜਿਹੜੀਆਂ ਦਬਾਓ ਸਮੂਹ ਵਰਗੀਆਂ ਜਥੇਬੰਦੀਆਂ ਨੇ, ਪ੍ਰੈਸ਼ਰ ਗਰੁੱਪਸ ਜਿਹੜੇ ਨੇ, ਜੇ ਉਹ ਪੰਜਾਬ ਦੇ ਮੁੱਖ ਮੁੱਦਿਆਂ ਤੇ ਸੱਚੀ ਮੁੱਚੀ ਗੱਲ ਨੂੰ ਲੈ ਕੇ ਆਉਣ ਤਾਂ ਹੋ ਸਕਦਾ ਕਿ ਵੋਟਰ ਵੋਟ ਪਾਉਣ ਲੱਗੇ ਆਪਣਾ ਮਨ ਜਿਹੜਾ ਕੁਝ ਹੱਦ ਤੱਕ ਬਦਲੇ। ਹੁਣ ਦੇਖਦੇ ਆ ਕਿ ਕਿੰਨੇ ਕੁ ਲੋਕ 8 ਨੂੰ ਨਾਲ ਆਉਂਦੇ ਆ, ਕਿੰਨੇ ਕੁ ਲੋਕ 10 ਨੂੰ ਨਾਲ ਲਾਉਂਦੇ ਆ, ਤੇ ਜੇ ਇਹਨਾਂ ਦੇ ਨਾਲ ਕਾਫੀ ਗਿਣਤੀ 'ਚ ਸੰਗਤ ਆਈ, ਹੋ ਸਕਦਾ 2-4 ਦਿਨ ਦਾ ਪ੍ਰੋਗਰਾਮ ਹੋਰ ਵੀ ਵਧਾ ਲੈਣ। ਬਾਕੀ ਇਹਨਾਂ ਨੂੰ ਮਾਰਚ ਕਰਨੇ ਚਾਹੀਦੇ ਆ, ਕੋਈ ਰੌਲਾ ਨਹੀਂ, ਪਰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨ੍ਹ ਲੈਣ, ਨਹੀਂ ਤਾਂ ਸੰਗਤ ਦੀਆਂ ਭਾਵਨਾਵਾਂ ਨਾਲ ਵੀ ਅਕਸਰ ਖਿਲਵਾੜ ਹੋ ਜਾਂਦਾ। ਅੱਛਾ ਬਾਠ ਸਾਹਿਬ, ਇੱਥੇ ਇੱਕ ਗੱਲ ਇਹ ਵੀ ਵਿਚਾਰਨ ਵਾਲੀ, ਸੱਥਾਂ ਵਾਲੀ ਗੱਲ ਜਿਹੜਾ ਆਪਾਂ ਕਰਦੇ ਹਾਂ, ਸੱਥਾਂ ਵਾਲੀ ਗੱਲ ਇਹ ਵੀ ਚਰਚਾ ਚੱਲਦੀ ਹੈ ਵੀ ਉਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਇਲੈਕਸ਼ਨਾਂ ਤੋਂ ਪਹਿਲਾਂ ਇੰਨੀ ਬਿਆਨਬਾਜ਼ੀ ਹੁੰਦੀ ਸੀ, ਇੰਨੀ ਵਿਰੋਧਤਾ ਸੀ, ਕੋਈ ਪਿੰਡਾਂ 'ਚ ਨਹੀਂ ਵੜਦਾ ਸੀ, ਉਹ ਕਿੱਥੇ ਨਹੀਂ ਜਾਂਦਾ ਸੀ, ਪਰ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਾਂ ਉਹਨਾਂ ਦੀ ਪਾਰਟੀ ਦੀ ਜਿਹੜੀ ਦੂਸਰੀ ਲੀਡਰਸ਼ਿਪ ਵੱਲੋਂ ਅਲੱਗ-ਅਲੱਗ ਥਾਵਾਂ 'ਤੇ ਰੈਲੀਆਂ ਕੀਤੀਆਂ ਗਈਆਂ, ਪਾਰਟੀ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਜਦੋਂ ਆਪਾਂ ਟਸਲ ਦੀ ਗੱਲ ਕਰਦੇ ਹਾਂ, ਜਦੋਂ ਆਪਸੀ ਰੌਲੇ ਰੱਪੇ ਦੀ ਗੱਲ ਕਰਦੇ, ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਇੱਦਾਂ ਲੱਗਦਾ ਕਿ ਜਿੱਦਾਂ ਉਹ ਸੇਫ ਸਾਈਡ ਜੀ ਦੇ ਉੱਪਰ ਨਿਕਲ ਗਿਆ। ਤੁਸੀਂ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਿਲਾਫ ਕੋਈ ਵਿਰੋਧਤਾ ਨਹੀਂ, ਬੀਬੀ ਹਰਸਿਮਰਤ ਬਾਦਲ ਦੇ ਖਿਲਾਫ ਕੋਈ ਵਿਰੋਧਤਾ ਨਹੀਂ। ਰੌਲਾ ਜਿਹੜਾ ਉਹ ਸੁਖਪਾਲ ਖਹਿਰੇ ਤੇ ਬਲਜਿੰਦਰ ਕੌਰ ਦਾ ਪਈ ਜਾਂਦਾ ਬਠਿੰਡੇ 'ਚ, ਹੈਰਾਨੀ ਵਾਲੀ ਗੱਲ। ਸੰਗਰੂਰ ਜਿਹੜੀ ਇੱਕ ਹੌਟ ਸੀਟ ਆ ਜਿੱਥੋਂ ਇਹ ਡਿਸਾਈਡ ਨਹੀਂ ਹੋ ਪਾ ਰਿਹਾ ਸੀ ਵੀ ਪਰਮਿੰਦਰ ਢੀਂਡਸਾ ਨੇ ਇਲੈਕਸ਼ਨ ਲੜਨੀ ਕਿ ਨਹੀਂ ਲੜਨੀ। ਪਰਮਿੰਦਰ ਢੀਂਡਸਾ ਨੇ ਇਲੈਕਸ਼ਨ ਲੜਨੀ ਹੈ, ਉਹ ਇਸ ਵਕਤ ਕੈਂਡੀਡੇਟ ਨੇ, ਪਰ ਰੌਲਾ ਕੇਵਲ ਢਿੱਲੋਂ ਤੇ ਭਗਵੰਤ ਮਾਨ ਦਾ ਪਿਆ। ਇਹ ਸਮਝੋ ਬਾਹਰਲੀਆਂ ਗੱਲਾਂ ਨਹੀਂ ਹੋਈਆਂ ਪਈਆਂ ਵੀ ਅਚਾਨਕ ਤੋਂ ਮੋੜਾ ਕੱਟ ਕੇ ਉਹ ਜਿਹੜੇ ਸਿੰਘ ਨੇ ਉਹ ਹੋਰਨਾਂ ਦੇ ਕਿਉਂ ਆਪਸ ਦੇ ਵਿੱਚ ਫਸੇ ਪਏ ਆ। ਮਤਲਬ ਜਿਹੜੀ ਅਸਲ ਧਿਰ ਹੈ ਉਹ ਬਾਹਰ ਆ। ਹੁਣ ਜੇ ਦੇਖੋ ਖਡੂਰ ਸਾਹਿਬ ਦੀ ਆਪਾਂ ਗੱਲ ਕਰ ਲਈ, ਬੀਬੀ ਖਰੜਾ ਦਾ ਜਿਹੜਾ ਪਹਿਲਾਂ ਥੋੜਾ ਚਿਰ ਹੋਇਆ ਬੀਬੀ ਜਗੀਰ ਕੌਰ ਦੇ ਨਾਲ ਕੰਪੈਰੀਜ਼ਨ ਹੋਇਆ, ਬਾਅਦ ਜਦੋਂ ਕਾਂਗਰਸ ਦੀ ਗੱਲ ਚੱਲ ਪਈ ਜਸਬੀਰ ਡਿੰਪਾ ਦੇ ਆਉਣ ਤੋਂ ਬਾਅਦ, ਤੇ ਫਿਰ ਉਸ ਪਾਸੇ ਚੱਲਣ ਲੱਗ ਪਈ ਜੇ ਇਹੀ ਉਹ ਕਾਂਗਰਸ ਆ ਜਿਹਨੇ ਸਿੱਖਾਂ ਦੇ ਨਾਲ ਆ ਕੁਝ ਕੀਤਾ ਸੀਗਾ। ਇਹ ਅਕਾਲੀ ਦਲ ਅਚਾਨਕ ਤੋਂ ਪਾਸੇ ਸਾਈਡ ਤੇ ਸੇਫ ਕਿਵੇਂ ਹੋ ਗਿਆ? ਦੇਖੋ ਸਿਆਸੀ ਪਾਰਟੀਆਂ ਪੰਜਾਬ ਦੇ ਵੋਟਰ ਨੂੰ ਪਤਾ ਕੀ ਸਮਝਦੀਆਂ। ਛੋਟਾ ਬੱਚਾ ਹੁੰਦਾ, ਜੇ ਮੰਨ ਲਓ ਕੱਚ ਦਾ ਗਲਾਸ ਜਾਂ ਕੱਪ ਚੱਕ ਲਵੇ, ਪਤਾ ਹੁੰਦਾ ਇਹਨੇ ਤੋੜ ਦੇਣਾ, ਸਿੱਧਾ ਫੜੋ ਤਾਂ ਉਹ ਦਿੰਦਾ ਨਹੀਂ, ਉਹਨੂੰ ਨਾ ਕੋਈ ਹੋਰ ਚੀਜ਼ ਦਿਖਾਈ ਦੀ, ਆ ਲੈ ਆ ਲੈ ਆ ਲੈ, ਉਹਨੇ ਜਦੋਂ ਉਹ ਫੜ ਲਿਆ ਕੱਚ ਦੀ ਚੀਜ਼ ਖੋਲੋ, ਟੁੱਟਣੋਂ ਬਚਾ ਲਓ। ਇਸੇ ਤਰੀਕੇ ਸਿਆਸੀ ਪਾਰਟੀਆਂ ਨੂੰ ਲੱਗਦਾ ਕਿ ਭਾਈ ਐਤਕੀ ਆਹ ਮੁੱਦਾ ਸੂਤ ਬੈਠਦਾ ਸੀ, ਲੋਕਾਂ ਦੇ ਹੱਥ ਦੇ ਵਿੱਚ ਇਹ ਮੁੱਦਾ ਫੜਾ ਦਿਓ, ਤੇ ਦੂਜੀ ਵਾਰੀ ਉਹ ਸੂਤ ਨਹੀਂ ਬੈਠਦਾ, ਦੂਸਰਾ ਮੁੱਦਾ ਦਿਖਾ ਕੇ ਉਹ ਖੋਲੋ। ਹੁਣ ਦੇਖੋ ਕਿਆ ਬਾਤਾਂ। ਪਹਿਲੀ ਵਾਰੀ ਇਤਿਹਾਸਕ ਹਾਰ ਅਕਾਲੀ ਦਲ ਨੂੰ 2017 ਦੀ ਵਿਧਾਨ ਸਭਾ ਚੋਣ 'ਚ ਮਿਲੀ। ਜਦੋਂ ਉਹ ਹਾਰ ਮਿਲੀ ਉਦੋਂ ਸੀਟਾਂ ਰਹਿ ਗਈਆਂ 15, ਜਿਨ੍ਹਾਂ ਦੇ ਵਿੱਚੋਂ ਇੱਕ ਘਟ ਕੇ ਹੁਣ 14। ਕਦੇ ਵੀ ਅਕਾਲੀ ਦਲ ਤੀਸਰੇ ਨੰਬਰ ਤੇ ਨਹੀਂ ਸੀ ਆਇਆ। ਉਦੋਂ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕਿਹੜੇ ਮੁੱਦਿਆਂ ਤੇ ਹੋਇਆ ਸੀ? ਨਸ਼ੇ ਦੇ ਪ੍ਰਸਾਰ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ, ਇਹਦੇ ਤੋਂ ਇਲਾਵਾ ਕੇਬਲ ਮਾਫੀਆ ਦੇ ਮੁੱਦੇ ਤੇ, ਰੇਤਾ ਤੇ ਬਜਰੀ ਦੇ ਭਾਅ ਦੇ ਮੁੱਦੇ ਤੇ, ਅਕਾਲੀ ਦਲ ਦੇ ਕੁਝ ਇੱਕ ਲੀਡਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਵੱਧ ਗਈਆਂ ਉਹਦੇ ਮੁੱਦੇ ਤੇ, ਟੱਬਰਵਾਦ ਦੇ ਮੁੱਦੇ ਤੇ। ਹੁਣ ਜਿਨ੍ਹਾਂ ਮੁੱਦਿਆਂ ਤੇ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਹਰਾਇਆ ਗਿਆ ਤੇ ਇਤਿਹਾਸਕ ਤੌਰ ਤੇ ਤੀਸਰੇ ਥਾਂ ਤੇ ਪਹੁੰਚਾਇਆ ਗਿਆ, ਅੱਜ ਉਹਨਾਂ ਮੁੱਦਿਆਂ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ। ਤੁਸੀਂ ਦੇਖੋ ਜਿਹੜੇ ਦੋਸ਼ ਅਕਾਲੀ ਦਲ ਤੇ ਲਾਏ ਸੀ, ਇੱਕ ਵੀ ਦੋਸ਼ ਕੋਈ ਸਾਬਿਤ ਕਰ ਸਕਿਆ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣੇ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਆਮ ਆਦਮੀ ਪਾਰਟੀ ਵੀ ਉੱਥੇ ਹੀ ਖੜੀ ਹੈ, ਸੁਖਪਾਲ ਸਿੰਘ ਖਹਿਰਾ ਵੀ ਬਥੇਰਾ ਪ੍ਰਚਾਰ ਕਰਦੇ ਸੀ, ਸਾਰੇ ਬੰਦੇ ਉੱਥੇ ਆ। ਅੱਜ ਕੇਬਲ ਮਾਫੀਆ ਦਾ ਮੁੱਦਾ ਕਿਉਂ ਨਹੀਂ ਚੁੱਕਿਆ ਜਾ ਰਿਹਾ? ਅੱਜ ਪੰਜਾਬ ਦੇ ਵਿੱਚ ਫੈਲੇ ਨਸ਼ੇ ਤੇ ਨਸ਼ੇ ਦੇ ਕਰਕੇ ਪੰਜਾਬ ਦੇ ਸੈਂਕੜੇ ਗੱਭਰੂਆਂ ਦੀ ਹੋਈ ਮੌਤ ਦਾ ਮੁੱਦਾ ਕਿਉਂ ਨਹੀਂ ਚੱਕਿਆ ਜਾ ਰਿਹਾ? ਹੋਈ ਤੇ ਹੋ ਰਹੀ ਵੀ ਹੋ ਰਹੀ। ਹੁਣ ਉਹ ਸਾਰੀਆਂ ਗੱਲਾਂ ਨੂੰ ਸੱਜੇ ਖੱਬੇ ਕਰਕੇ ਲੜਾਈਆਂ ਹੋਰ ਪਾਸੇ। ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਅਕਾਲੀ ਦਲ ਚੁੱਪ ਚਪੀਤੇ
ਜਦੋਂ ਇੱਕੋ ਹੀ ਲੇਨ ਦੇ ਵਿੱਚ ਤਿੰਨ ਖਿਡਾਰੀ ਦੇ ਦੌੜਾ ਕੇ ਦੌੜਦੇ ਆ, ਇੱਕ ਦੂਜੇ 'ਚ ਫਸਣਗੇ, ਉਹ ਚੁੱਪ ਕਰਕੇ ਲਾਂਭੇ ਹੋ ਕੇ ਦੌੜਨ ਲੱਗ ਪਿਆ। ਉਹੀ ਮੈਨੂੰ ਲੱਗ ਰਿਹਾ, ਜੇ ਆਪਾਂ ਲੁਧਿਆਣੇ ਦੀ ਗੱਲ ਕਰੋ, ਰਵਨੀਤ ਬਿੱਟੂ ਤੇ ਬੈਂਸ ਦੀ ਚਰਚਾ ਆਪਸ 'ਚ ਚੱਲਦੀ ਹੈ, ਗਰੇਵਾਲ ਸਾਹਿਬ ਦੀ ਕੋਈ ਗੱਲ ਨਹੀਂ ਕਰ ਰਿਹਾ। ਜੇ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ, ਜਿੱਥੋਂ ਰੇੜਕਾ ਪੂਰਾ ਪਿਆ ਸੀ, ਉੱਥੋਂ ਵੀਰ ਦਵਿੰਦਰ ਸਿੰਘ ਤੇ ਨਰਿੰਦਰ ਸ਼ੇਰਗਿੱਲ ਦੇ ਨਾਲ ਤਿਵਾੜੀ ਹੋਰਾਂ ਦੀ ਗੱਲ ਚੱਲੀ ਜਾਂਦੀ ਹੈ, ਪਰ ਉੱਥੇ ਜਿਹੜੇ ਕਹਿ ਲਓ ਕਿ ਵੀ MP ਨੇ ਮੌਜੂਦਾ ਚੰਦੂ ਮਾਜਰਾ ਸਾਹਿਬ, ਉਹਨਾਂ ਦਾ ਨਾਂ ਨਹੀਂ ਲਿਆ ਜਾ ਰਿਹਾ, ਨਾ ਕੋਈ ਪੁੱਛ ਹੀ ਰਿਹਾ, ਨਾ ਕੋਈ ਪੁੱਛ ਰਿਹਾ। ਦੇਖੋ, ਕਾਂਗਰਸ ਪਾਰਟੀ ਨੇ ਵੀ ਨਾ ਕੁਝ ਹਲਕਿਆਂ ਦੇ ਵਿੱਚ ਅਕਾਲੀ ਦਲ ਨੂੰ ਬਿਲਕੁਲ ਅੱਖੋਂ ਪਰੋਖੇ ਕਰਨਾ ਸ਼ੁਰੂ ਕਰਤਾ। ਉਹਨਾਂ ਦੇ ਹਮਲਿਆਂ ਦੀ ਧਾਰ ਹੋਰ ਪਾਸੇ ਹੈ। ਜੇ ਪੁੱਛਣਾ ਕਿ ਤੁਹਾਡਾ ਮੁਕਾਬਲਾ ਕਿਹਨਾਂ, ਮੁਕਾਬਲਾ ਤਾਂ ਅਕਾਲੀਆਂ ਨਾਲ ਹੀ ਹੈ, ਪਰ ਆਮ ਆਦਮੀ ਪਾਰਟੀ ਦੇ ਪੱਲੇ ਕੱਖ ਨਹੀਂ। ਉਹ ਬੰਦਿਆਂ ਨੇ ਮਾੜਾ ਬਹੁਤ ਕੀਤਾ ਸੀ, ਲੋਕ ਉਹਨਾਂ ਦਾ ਸਾਥ ਛੱਡ ਗਏ। ਸਿਰਫ ਇੰਨਾ ਕਹਿ ਕੇ ਇੱਕ ਮੁਕਾਬਲਾ ਅਕਾਲੀਆਂ ਨਾਲ ਹੈ, ਬਾਕੀ ਸਾਰਾ ਤੋੜਾ ਬਾਕੀ ਪਾਰਟੀਆਂ ਦੇ ਉੱਤੇ ਝਾੜ ਦੇਣਾ। ਸੋ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਕਿ ਅਕਾਲੀ ਕਾਂਗਰਸ ਦੀ ਨਹੀਂ, ਸਾਰੀਆਂ ਹੀ ਪਾਰਟੀਆਂ ਜਿਹੜੀਆਂ ਜਿਵੇਂ ਗੋਟੀਆਂ ਜਿਹੀਆਂ ਫਿੱਟ ਕਰਕੇ ਪੰਜਾਬ ਦੇ ਵੋਟਰ ਨੂੰ ਮੂਰਖ ਬਣਾਉਂਦੀਆਂ। ਹੁਣ ਤੁਸੀਂ ਦੇਖੋ, ਸਾਹ ਦੀ ਕਿੱਡੀ ਵੱਡੀ ਸਮੱਸਿਆ ਪੰਜਾਬ 'ਚ, ਹਵਾ ਪ੍ਰਦੂਸ਼ਿਤ ਹੋ ਗਈ। ਕਿਸੇ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹਨੂੰ ਪਹਿਲੀ ਮੱਤ ਦੇ ਰੂਪ 'ਚ ਲਿਖਿਆ? ਕਿਸੇ ਨੇ ਲਿਖਿਆ, ਨਾ ਕਿਸੇ ਨੇ ਇਹ ਮੁੱਦਾ ਚੁੱਕਿਆ। ਬਸ ਇਹੀ ਗੱਲਾਂ ਕਰੀ ਜਾਂਦੇ ਆ, ਦੇਖੋ ਜੀ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਵਾਂਗੇ, ਦੇਖੋ ਜੀ ਅਸੀਂ ਪੰਜਾਬ ਦੇ ਕਈ ਸ਼ਹਿਰਾਂ ਨੂੰ ਪੈਰਿਸ ਬਣਾ ਦੇਵਾਂਗੇ, ਮਾਨਚੈਸਟਰ ਬਣਾ ਦੇਵਾਂਗੇ। ਬਣਾਉਣਾ ਕਿੱਦਾਂ ਆ ਕੁਝ ਨਹੀਂ ਪਤਾ, ਲੋਕਾਂ ਦੇ ਹੱਥ ਦੇ ਵਿੱਚ ਲੋਲੀਪੌਪ ਦੇਈ ਜਾਂਦੇ ਆ, ਤੇ ਅਸੀਂ ਵੀ ਕਮਾਲਦੇ ਆ। ਸਾਨੂੰ ਤਾਂ ਇੱਕੋ ਹੀ ਕੰਮ ਆਉਂਦਾ ਕਿ ਮੈਨੀਫੈਸਟੋ ਵਾਲਾ ਕਾਗਜ਼ ਫੜ ਲਓ, ਉਹਨੂੰ ਮਰੋੜ ਕੇ ਜੇਬ 'ਚ ਪਾ ਲਓ, ਸ਼ਾਮ ਨੂੰ ਉੱਤੇ ਭੁਜੀਆ ਪਾ ਲਓ। ਵੈਸੇ ਇੱਕ ਗੱਲ ਹੋ ਰਹੀ ਹੈ ਨਾ ਵੀ ਸਵਾਦ ਕਿਹੜੀ ਚੀਜ਼ ਤੋਂ ਆਉਂਦਾ, ਕੋਲ ਮਿਲਾ ਕੇ ਤਾਂ ਰੌਲਾ ਉਹ ਕਹਿੰਦਾ ਦੁਨੀਆ ਪੱਟੀ ਆ ਸਵਾਦ ਨੇ। ਅੱਛਾ, ਆਪਾਂ ਸਨੀ ਦਿਓਲ ਦੀ ਗੱਲ ਫੇਰ ਕਰ ਲਈ। ਕੱਲ ਆਪਾਂ ਨਲਕੇ ਦੀ ਗੱਲ ਕੀਤੀ ਸੀ, ਤੇ ਨਲਕੇ ਵਾਲੀ ਗੱਲ ਤਾਂ ਨਹੀਂ ਚੱਲੀ, ਪਰ ਜਿਹੜੀ ਟਰੱਕ ਵਾਲੀ ਗੱਲ ਹੈ ਉਹ ਚੱਲ ਪਈ, ਕਿਉਂਕਿ ਉਹਦੇ ਤੇ ਕਹਿੰਦੇ ਕਿ ਇੱਕ ਧਾਰਮਿਕ ਤਸਵੀਰ ਦਾ ਕਰਕੇ ਜਿੱਥੇ ਸਨੀ ਦਿਓਲ ਬੈਠੇ ਸੀ, ਕੁਝ ਭਾਈਚਾਰੇ ਨੇ ਇਤਰਾਜ਼ ਪ੍ਰਗਟ ਕੀਤਾ ਤੇ ਰੌਲਾ ਰੱਪਾ ਦਾ ਪਰਚੇ ਤੱਕ ਵੀ ਚਲਾ ਗਿਆ ਕਿ ਮਹਾਰਾਜ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹਨੂੰ ਕਿਵੇਂ ਦੇਖਦੇ? 5-7 ਜਗ੍ਹਾ ਤੇ ਸ਼ਿਕਾਇਤਾਂ ਹੋਈਆਂ। ਇੱਕ ਸ਼ਿਕਾਇਤ ਅਸ਼ਵਨੀ ਸੇਖੜੀ ਨੇ ਕੀਤੀ ਹੈ, ਜਿਹੜੇ ਬਟਾਲੇ ਤੋਂ ਕਾਂਗਰਸ ਪਾਰਟੀ ਦੇ ਲੀਡਰ ਨੇ। ਉਹਨਾਂ ਦਾ ਭਰਾ ਇੰਦਰ ਸੇਖੜੀ ਖਿਲਾਫ ਖੜ ਗਿਆ ਸੀ, 1000 ਕੁ ਵੋਟਾਂ ਉਹ ਲੈ ਕੇ ਗਿਆ, ਇੰਨੀਆਂ ਕੁ ਵੋਟਾਂ ਨੇ ਹਰੇ ਸੀ। ਉਹ ਅਸ਼ਵਨੀ ਸੇਖੜੀ ਸਾਹਿਬ ਨੇ ਇਤਰਾਜ਼ਗੀ ਪ੍ਰਗਟ ਕੀਤਾ, ਕਹਿੰਦੇ ਕਿ ਚੋਣ ਲੜਨਾ ਸਨੀ ਦਿਓਲ ਦਾ ਹੱਕ ਹੈ, ਲੜੇ। ਉਹਨੇ ਭਾਵੇਂ ਨਲਕਾ ਆਪਣੇ ਹੱਥ ਦੇ ਵਿੱਚ ਰੱਖਣਾ, ਸਮਰਸੀਬਲ ਮੋਟਰ ਰੱਖਣੀ, ਸਾਨੂੰ ਕੋਈ ਇਤਰਾਜ਼ ਨਹੀਂ, ਭਾਵੇਂ ਸਿਰ ਤੇ ਕੂਲਰ ਚੱਕ ਕੇ ਤੁਰਿਆ ਫਿਰੇ, ਅਸੀਂ ਕੁਝ ਨਹੀਂ ਕਹਿੰਦੇ, ਉਹਦਾ ਹੱਕ ਹੈ, ਪ੍ਰਚਾਰ ਕਰੇ। ਪਰ ਉਹ ਕਹਿੰਦੇ ਜਦੋਂ ਟਰੱਕ ਦੇ ਉੱਤੇ ਸਨੀ ਦਿਓਲ ਚੜਿਆ ਸੀ ਤਾਂ ਉੱਥੇ ਇੱਕ ਹਿੰਦੂ ਦੇਵਤੇ ਦੀ ਤਸਵੀਰ ਸੀ ਤੇ ਉਹਨੇ ਆਪਣਾ ਪੈਰ ਉਸ ਤਸਵੀਰ ਦੇ ਉੱਤੇ ਰੱਖਿਆ ਹੋਇਆ ਸੀ। ਇਹ ਅਸ਼ਵਨੀ ਸੇਖੜੀ ਸਾਹਿਬ ਦਾ ਕਹਿਣਾ। ਤੇ ਕਹਿੰਦੇ ਸਾਡੀਆਂ ਭਾਵਨਾਵਾਂ ਨੂੰ, ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪੁੱਜੀ ਹੈ ਠੇਸ, ਤੇ ਸਨੀ ਦਿਓਲ ਦੇ ਉੱਤੇ ਪਰਚਾ ਹੋਵੇ ਕਿ ਉਹਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹੋਰ ਵੀ ਕਈ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੁੱਦਾ ਚੁੱਕ ਲਿਆ। ਮਸਲਾ ਇੱਥੇ ਨਹੀਂ ਨਿਬੜਦਾ, ਇਹ ਤਾਂ ਚਲੋ ਪਹਿਲਾਂ ਥਾਣੇ 'ਚ ਜਾਊ, ਬਾਅਦ 'ਚ ਅਦਾਲਤਾਂ ਜਾਊ, ਉਦੋਂ ਤੱਕ ਵੋਟਾਂ ਵਾਟਾਂ ਪੈ ਜਾਣੀਆਂ। ਦੂਸਰੇ ਪਾਸੇ ਕੱਲ ਕਹਿੰਦੇ ਕੰਮ ਪੱਗੋ ਪੱਗੀ ਵੀ ਹੋ ਗਿਆ, ਕਿਉਂਕਿ ਸਨੀ ਦਿਓਲ ਦਾ ਰੋਡ ਸ਼ੋਅ ਸੀ, ਨਾਲ ਦੀ ਨਾਲ ਕੁਝ ਗੁਰੂ ਘਰਾਂ ਦੇ ਵਿੱਚ ਮੱਥਾ ਵੀ ਟੇਕਣਾ ਹੁੰਦਾ। ਇੱਕ ਦੋਸ਼ ਇਹ ਲੱਗਿਆ ਕਿ ਜਿਹੜੇ ਸਰੋਵਰ ਦੇ ਆਲੇ ਦੁਆਲੇ ਪ੍ਰਕਰਮਾਂ ਦੇ ਵਿੱਚ ਆਪਾਂ ਜੋੜੇ ਬਾਹਰ ਲਾ ਕੇ ਜਾਂਦੇ ਆ, ਕੁਝ ਜਿਹੜੇ ਨਾਲ ਤੁਰੇ ਫਿਰਦੇ, ਦੇਖੋ ਬੂਟ ਲਾਉਣ ਦਾ ਸਮਾਂ ਨਹੀਂ ਨਾ ਹੁੰਦਾ, ਫਿਰ ਸਨੀ ਦਿਓਲ ਅੱਗੇ ਨਿਕਲ ਜਾਊ, ਫੋਟੋ ਕਿੱਦਾਂ ਖਿੱਚਣੀ ਆ? ਬੂਟ ਦਾ ਕੀ, ਅਗਲੀ ਵਾਰੀ ਲਾ ਲਾਂਗੇ, ਭੁੱਲਾਂ ਚੁੱਕਾਂ ਬਖਸ਼ਾ ਲਾਂਗੇ। ਨਾਲੇ ਹੁਣ ਤਾਂ ਕੰਮ ਹੀ ਸਿੱਧਾ ਨਾ ਕਿ ਭਾਈ ਕੋਈ ਗੱਲ ਨਹੀਂ, ਜਾਣੇ ਅਣਜਾਣੇ 'ਚ ਜਿੰਨੀਆਂ ਵੀ ਭੁੱਲਾਂ ਚੁੱਕਾਂ ਹੋਈਆਂ ਸਭ ਦੀ ਇਕੱਠੀ ਮਾਫੀ ਹੁਣ ਮਿਲ ਜਾਂਦੀ, ਪੈਕੇਜ ਮਿਲਦਾ ਨਾ ਅੱਜ ਕੱਲ੍ਹ। ਦੂਸਰੇ ਪਾਸੇ ਉਹ ਵੀ 2-3 ਦਿਨ ਲਗਾਤਾਰ। ਹੁਣ ਦੇਖੋ ਅੱਗੇ ਕੀ ਹੈ। ਇੱਕ ਤਾਂ ਉੱਥੇ ਦੋ ਅਕਾਲੀਆਂ ਦੇ ਧੜੇ ਵੀ ਕਹਿੰਦੇ ਆਪਸ ਵਿੱਚ ਫਸ ਪਏ, ਹਾਲਾਂਕਿ ਬਹੁਤੀ ਗੱਲ ਸਾਹਮਣੇ ਨਹੀਂ ਆਉਣ ਦਿੱਤੀ। ਪਤਾ ਲੱਗਾ ਕਿ ਇੱਕ ਅੱਧੀ ਪੱਗ ਵੀ ਜਿਹਦਾ ਸਥਾਨ ਸਿਰ ਤੇ ਹੁੰਦਾ, ਸਿਰ ਤੋਂ ਕਿਤੇ ਹੋਰ ਹੋ ਗਿਆ ਸੀ। ਹੁਣ ਸਨੀ ਦਿਓਲ ਜੇ ਅਕਾਲੀਆਂ ਦੀ ਧੜੇਬੰਦੀ 'ਚ ਫਸ ਗਏ, ਜੇ ਇਸ ਤਰੀਕੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮੁੱਦਿਆਂ ਤੇ ਫਸ ਗਿਆ ਤਾਂ ਕੰਮ ਔਖਾ ਹੋਊ। ਪਰ ਬੀਤੇ ਕੱਲ ਦਾ ਜਿਹੜਾ ਲਗਾਤਾਰ ਦੂਸਰੇ ਦਿਨ ਸਨੀ ਦਿਓਲ ਦਾ ਰੋਡ ਸ਼ੋਅ ਸੀ, ਉਹ ਭਰਿਆ ਬਹੁਤ। ਨਹੀਂ, ਸਵਾਲ ਇੱਥੇ WhatsApp ਇੱਕ ਹੋਰ ਵੀ ਹੈ ਜੀ। ਜਦੋਂ ਸਨੀ ਦਿਓਲ ਨਹੀਂ ਸੀ ਆਇਆ ਤਾਂ ਸਨੀ ਦਿਓਲ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਭਾਜਪਾ ਦੀ ਸੁੱਖ ਨਾਲ ਲੀਡਰਸ਼ਿਪ ਸੀਗੀ। ਕੁੜਤੀਆਂ ਉਹ ਜਿੱਦਾਂ ਦੀਆਂ ਪਾਉਂਦੇ ਹੁੰਦੇ, ਔਰੇਂਜ ਜਿਹੇ ਕਲਰ ਦੀਆਂ, ਉਹ ਪਾ ਕੇ ਇੱਥੇ ਕਮਲ ਦਾ ਫੁੱਲ ਲਾ ਕੇ ਕਦੀ ਇੱਥੇ ਸੋਫੇ ਦੇ ਉੱਪਰ ਲੜਾਈ ਕਰ, ਕਦੀ ਉੱਥੇ ਸੋਫੇ ਤੇ ਲੜਾਈ ਕਰ। ਉਹ ਵਿਚਾਰੇ ਲੀਡਰ ਲੱਭਣੋਂ ਹੀ ਹਟ ਗਏ। ਤੁਸੀਂ ਇਹ ਦੇਖੋ ਕਿ 6 ਮਹੀਨੇ ਪ੍ਰਧਾਨ ਬਦਲ ਦਿੰਦੀ ਭਾਜਪਾ ਪੰਜਾਬ ਦਾ, ਉਹ ਵਿਚਾਰੇ ਬੰਦੇ ਜਿਹੜੇ ਮੋਟੀਆਂ ਗੋਗੜਾਂ ਵਾਲੇ ਤੇ ਨਵੇਂ ਚਿਰਕ ਕੀਤੇ ਕੁੜਤੇ ਪਜਾਮੇ ਵਾਲੇ, ਉਹ ਲੱਭਣੋਂ ਹਟ ਗਏ। ਕੀ ਗੱਲ, ਉਹ ਜਿਹੜੀ ਲੀਡਰਸ਼ਿਪ ਜਿਹਨੇ ਪੰਜਾਬ 'ਚ ਰਹਿਣਾ, ਜਾਂ ਜਿਹਨੇ ਪੰਜਾਬ 'ਚ ਕੰਮ ਕੀਤਾ, ਜਾਂ ਜਿਹਨੇ ਪੰਜਾਬ ਦੇ ਲਈ ਸੋਚਿਆ ਵੀ ਅਸੀਂ ਆਹ ਕਰਾਂਗੇ, ਉਹਨਾਂ ਦਾ ਨਾਂ ਹੀ ਕੋਈ ਨਹੀਂ ਲੈਂਦਾ। ਇੱਕ ਬੰਦਾ ਜਿਹੜਾ ਉਹ ਪੁਰੀ ਸਾਹਿਬ, ਉਹ ਅੰਮ੍ਰਿਤਸਰੋਂ ਫਿੱਟ ਕੀਤਾ ਜੀ, ਇੱਕ ਉਹ ਵੀ ਬਾਹਰਲਾ ਬੰਦਾ ਹੋ ਗਿਆ। ਦੂਸਰੇ ਪਾਸੇ ਜਿਹੜਾ ਬੰਦਾ ਮੰਤਰੀ ਬਣਿਆ ਸੀ ਹੁਸ਼ਿਆਰਪੁਰੋਂ, ਉਹਨੂੰ ਵੀ ਟਿਕਟ ਦਿੱਤੀ, ਨਾ ਉਹਦਾ ਵੀ ਕੋਈ ਨਹੀਂ ਲੈ ਰਿਹਾ। ਤੇ ਸਾਰੇ ਪਾਸੇ ਸਨੀ ਦਿਓਲ ਹੀ ਹੋਈ ਜਾਂਦੀ ਹੈ। ਭਾਜਪਾ ਕੀ ਸਨੀ ਦਿਓਲ ਦੇ ਸਿਰ ਦੇ ਉੱਪਰ ਹੀ ਸਾਰਾ ਕੰਮ ਕਰ ਲੂਗੀ? ਹੁਣ ਤਾਂ ਉਹ ਲੀਡਰ ਕਿਉਂ ਬਣਾਏ? ਫਿਰ ਹੁਣ ਇਦਾਂ ਹੋ ਗਈ ਆ ਕਿ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਵਿੱਚ BJP ਦੇ ਉਮੀਦਵਾਰ ਆ ਨਾ, ਜਦੋਂ ਕਿਸੇ ਪਿੰਡ ਦੇ ਵਿੱਚ ਹੁਣ ਪ੍ਰਚਾਰ ਕਰਨ ਜਾਂਦੇ ਆ, ਸਾਰੀਆਂ ਗੱਲਾਂ ਕਹਿ ਕੇ ਸਨੀ ਦਿਓਲ ਨੂੰ ਵੀ ਲਿਆਵਾਂਗੇ, ਫਲਾਣੇ ਦਿਨ ਨੂੰ ਸਨੀ ਦਿਓਲ ਨੇ ਆਉਣਾ, ਤੁਸੀਂ ਉੱਥੇ ਆਇਓ। ਕਹਿਣ ਦਾ ਭਾਵ ਹੈ ਕਿ ਹੁਣ ਉਹਨਾਂ ਦਾ ਜਿਹੜਾ ਚਰਮ ਸੁੱਖ ਪ੍ਰਾਪਤ ਉਹਨਾਂ ਨੂੰ ਹੁੰਦਾ ਨਾ, ਉਹ ਚਰਮ ਸੁੱਖ ਹੁਣ ਸਨੀ ਦਿਓਲ ਵੀ ਸਾਡੇ ਹਲਕੇ 'ਚ ਆਊਗਾ, ਇੱਥੋਂ ਪ੍ਰਾਪਤ ਹੁੰਦਾ। ਇਹਦਾ ਮਤਲਬ ਹੈ ਕਿ 10 ਸਾਲ ਪੰਜਾਬ ਤੇ ਰਾਜ ਕੀਤਾ,
5 ਸਾਲ ਕੇਂਦਰ 'ਚ ਰਾਜ ਕੀਤਾ, ਪ੍ਰਾਪਤੀ ਦੱਸਣ ਨੂੰ ਕੋਈ ਨਹੀਂ। ਹੁਣ ਦੇਖੋ ਤੁਸੀਂ ਵਿਜੇ ਸਾਂਪਲਾ ਸਾਹਿਬ ਦਾ ਜ਼ਿਕਰ ਕੀਤਾ, ਜਿਹੜੇ ਬੰਦੇ ਨੇ 5 ਸਾਲ MP ਪੁਣਾ ਹੰਡਾਇਆ, ਕੇਂਦਰ ਦੇ ਵਿੱਚ ਮੰਤਰੀ ਰਹੇ, ਭਾਜਪਾ ਦੇ ਪ੍ਰਧਾਨ ਰਹੇ, ਪਹਿਲਾਂ ਤੁਸੀਂ ਭਾਜਪਾ ਦੀ ਪ੍ਰਧਾਨਗੀ ਖੋਲੋ, ਫਿਰ ਤੁਸੀਂ ਉਹਨਾਂ ਤੋਂ MP ਦੀ ਟਿਕਟ ਵੀ ਖੋਲੋ, ਤੇ ਹੁਣ ਤੁਸੀਂ ਉਹਨਾਂ ਤੋਂ ਉਮੀਦ ਕਰੋ ਕਿ ਉਹ 39 ਡਿਗਰੀ ਟੈਂਪਰੇਚਰ ਦੇ ਵਿੱਚ ਤੁਹਾਡੇ ਨਾਲ ਟਰੱਕ ਤੇ ਚੜਿਆ ਫਿਰੇ। ਅਗਲਾ ਕਹਿੰਦਾ ਮੈਂ ਘਰ ਨਾ AC ਛੱਡ ਕੇ ਸੌਣਾ, ਪਤਾ ਤੁਹਾਨੂੰ ਵੀ ਲੱਗ ਜਾਣਾ ਜੋ ਮੇਰੇ ਨਾਲ ਹੋਇਆ ਸੀ ਉਹੀ ਕੁਝ ਤੁਹਾਡੇ ਨਾਲ ਹੋਣਾ। ਤੇ ਦੂਸਰੇ ਪਾਸੇ ਹਰਦੀਪ ਸਿੰਘ ਪੁਰੀ ਦੀ ਸੁਣ ਲਓ। ਹਰਦੀਪ ਸਿੰਘ ਪੁਰੀ ਦੇਖੋ ਸਾਰੀ ਉਮਰ ਅਫਸਰ ਰਹੇ ਨੇ, ਤੇ ਅਫਸਰ ਜਿਹੜੇ ਹੁੰਦੇ ਆ ਉਹਨਾਂ ਨੇ ਹੁਕਮ ਕੀਤਾ ਹੁੰਦਾ, ਹੁਕਮ ਸੁਣਿਆ ਘੱਟ ਥੋੜਾ ਜਿਹਾ ਹੁੰਦਾ। ਪਰ ਹੁਣ ਜਦੋਂ ਪਹਿਲੀ ਇਲੈਕਸ਼ਨ ਲੜ ਰਿਹਾ, ਪੱਤਰਕਾਰਾਂ ਨੇ ਪੁੱਛਿਆ ਜੀ ਅਸੀਂ ਤੁਹਾਨੂੰ ਕਈ ਵਾਰ ਟੈਲੀਫੋਨ ਕੀਤਾ, ਸਵਾਲ ਤੁਹਾਡੇ ਤੇ ਖੜਾ, ਜਵਾਬ ਚਾਹੀਦਾ। ਉਹ ਕਹਿੰਦਾ ਮੈਂ ਹੁਣ ਪ੍ਰਚਾਰ ਕਰਾਂਗੇ ਤੁਹਾਡੇ ਟੈਲੀਫੋਨ ਸੁਣਾ। ਔਖੇ ਹੋ ਕੇ ਪੈ ਗਿਆ ਮੋਹਰੇ। ਹੁਣ ਇਸ ਵੇਲੇ ਭਾਰਤੀ ਜਨਤਾ ਪਾਰਟੀ ਕੋਲ ਪੰਜਾਬ ਦੇ ਵਿੱਚ ਕੋਈ ਵੱਜਵੀਂ ਰਣਨੀਤੀ ਹੈ ਨਹੀਂ। ਉਹ ਕੇਵਲ ਤੇ ਕੇਵਲ ਇੱਕੋ ਗੱਲ ਦੇ ਉੱਤੇ, ਤੁਸੀਂ ਕਮਲ ਸ਼ਰਮੇ ਦਾ ਬਿਆਨ ਸੁਣ ਲਓ, ਤੁਸੀਂ ਸ਼ਵੇਤ ਮਲਿਕ ਦਾ ਬਿਆਨ ਸੁਣ ਲਓ, ਤੁਸੀਂ ਕੈਪਟਨ ਅਭਿਮਨਿਊ ਜਿਹੜੇ ਹੈਗੇ ਹਰਿਆਣੇ ਦੇ ਆ ਪੰਜਾਬ ਭਾਜਪਾ ਦੇ ਇੰਚਾਰਜ ਹੈ, ਕਿਸੇ ਦਾ ਵੀ ਬਿਆਨ ਸੁਣ ਲਓ, ਨਾ ਪੰਜਾਬ ਦੀ ਕਣਕ ਦੀ ਗੱਲ ਕਰਨਗੇ, ਨਾ GST ਦੀ ਗੱਲ ਕਰਨਗੇ, ਨਾ ਨੋਟਬੰਦੀ ਦੀ ਗੱਲ ਕਰਨਗੇ, ਨਾ ਪੰਜਾਬ ਦਾ ਬਾਜ਼ਾਰ, ਪੰਜਾਬ ਦੀ ਅਰਥ ਵਿਵਸਥਾ ਕਿੱਧਰਲੇ ਪਾਸੇ ਨੂੰ ਜਾ ਰਹੀ ਉਹਦੀ ਗੱਲ ਕਰਨਗੇ। ਇੱਕੋ ਹੀ ਗੱਲ ਕਰਨਗੇ, ਸਨੀ ਦਿਓਲ ਨੂੰ ਟਿਕਟ ਦਿੱਤੀ ਹੈ, ਪੰਜਾਬ ਦਾ ਬੰਦਾ ਧਰਮਿੰਦਰ ਤੋਂ ਵੀ ਵੱਧ ਪਪੂਲਰ ਹੈ, ਹੁਣ ਦੇਖਿਓ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚੋਂ ਜਿਤਾ ਦੇਣਾ। ਇੱਕ ਨਾ ਕੱਲ ਦੀ ਹੋਰ ਚਰਚਾ ਜਿਹੜੀ ਸੋਸ਼ਲ ਮੀਡੀਆ ਤੇ ਥੋੜੀ ਚੱਲੀ, ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਚੱਲ ਪੈਣੀ ਆ ਤੇ ਸ਼ਾਇਦ ਤੰਗ ਵੀ ਕਰੇ। ਜਿਹੜਾ ਸਨੀ ਦਿਓਲ ਨਲਕਾ ਫੜ ਕੇ ਤੁਰਿਆ ਫਿਰਦਾ ਨਾ, ਲੋਕ ਹੁਣ ਦੂਸਰੇ ਪਾਸੇ ਪੁੱਛਣ ਲੱਗ ਪਏ। ਉਹ ਕਹਿੰਦੇ ਵੀ ਨਲਕਾ ਤਾਂ ਇਹਨੇ ਪੁੱਟਿਆ ਸੀ, ਠੀਕ ਹੈ, ਇਹਨੂੰ ਇਹ ਪੁੱਛੋ ਵੀ ਪੰਜਾਬ 'ਚੋਂ ਲੋਕਾਂ ਨੇ ਆਪਣੇ ਘਰਾਂ 'ਚ ਲੱਗੇ ਨਲਕੇ ਕਿਉਂ ਪਟਾਏ। ਸਨੀ ਦਿਓਲ ਨੂੰ ਇਹ ਸਵਾਲ ਕੀਤਾ ਜਾਂਦਾ ਵੀ ਜੇ ਤੁਸੀਂ ਉਸ ਚੀਜ਼ ਦਾ ਜਵਾਬ ਦੇ ਦਿਓ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਵੀ ਉਹ ਕਿਹੜੀਆਂ ਸਰਕਾਰਾਂ ਸੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ, ਤੇ ਜਿਹਦਾ ਕਰਕੇ ਉਹੀ ਨਲਕੇ ਜਿਹੜੇ ਘਰ ਘਰ ਹੁੰਦੇ ਸੀ, ਈਵਨ ਸੱਥਾਂ 'ਚ ਜਿੱਥੋਂ ਮਰਜ਼ੀ ਆਪਾਂ ਆਮ ਹੀ ਹੁੰਦਾ ਨਾ, ਪਿੰਡ ਦੇ ਬਾਹਰ ਇੱਕ ਬੋਰਡ ਲੱਗਾ ਹੋਣਾ ਜਾਂ ਪਿੱਪਲ ਹੋਣਾ ਤੇ ਉਹਦੇ ਨਾਲ ਨਲਕਾ ਹੋਣਾ, ਜਿੰਨੇ ਵੀ ਗਰਮੀਆਂ 'ਚ ਧਿਆਏ ਆਉਣਾ, ਪਹਿਲਾਂ ਨਲਕੇ ਤੋਂ ਪਾਣੀ ਪੀਣਾ ਤੇ ਫਿਰ ਇੱਕ ਨਾ ਪਰਨੇ ਨਾਲ ਮੂੰਹ ਪੂੰਝ ਕੇ ਦੇਖਣਾ ਵੀ ਅੱਛਾ ਹੁਣ ਕਿਹੜੀ ਗਲੀਏ ਪੈਣਾ ਜੀ। ਉਹ ਨਲਕੇ ਪੰਜਾਬ 'ਚੋਂ ਪੱਟੇ ਗਏ ਤੇ ਉਹ ਬੰਦਾ ਵਜੇ ਫੇਰ ਨਲਕਾ ਪੱਟਣ ਨੂੰ ਫਿਰਦਾ। ਉਹ ਕਿਹੜਾ ਰਹਿ ਗਿਆ ਨਲਕਾ ਪੁੱਟਣ ਵਾਲਾ ਜੀ? ਸਨੀ ਦਿਓਲ ਹੋਰਾਂ ਨੂੰ ਚਾਹੀਦਾ ਕਿ ਨਲਕਾ ਛੱਡ ਦਿਓ, ਫਿਲਟਰ ਲੈ ਲਓ, ਕਿਉਂਕਿ ਜਦੋਂ ਤੁਸੀਂ ਕਿਸੇ ਦੇ ਘਰੇ ਨਲਕਾ ਲੈ ਕੇ ਜਾਂਦੇ ਉਹਨੂੰ ਪਤਾ ਕਿ ਭਾਈ ਇਹਦਾ ਕੋਈ ਫਾਇਦਾ ਨਹੀਂ। ਪਰ ਪੰਜਾਬ ਦਾ ਪਾਣੀ ਇੰਨਾ ਕੁ ਗੰਧਲਾ ਹੋ ਗਿਆ, ਸਾਰੀਆਂ ਸਰਕਾਰਾਂ ਜ਼ਿੰਮੇਵਾਰ, ਸਾਰੇ ਲੀਡਰਸ਼ਿਪ ਜ਼ਿੰਮੇਵਾਰ, ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਫਿਲਟਰ ਦੀ, ਵਾਟਰ ਪਿਊਰੀਫਾਇਰ ਦੀ ਲੋੜ ਹੈ, ਨਲਕਿਆਂ ਦੀ ਲੋੜ ਹੈ ਨਹੀਂ। ਹੁਣ ਸਨੀ ਦਿਓਲ ਸਾਹਿਬ ਤੁਸੀਂ ਨਲਕਾ ਤਾਂ ਲਾ ਦਿਓਗੇ, ਸਿੱਧਾ ਬੁੱਕ ਭਰ ਕੇ ਪਾਣੀ ਪੀ ਕੇ ਵਿਖਾਇਓ, ਨਾ 3 ਦਿਨ ਹਸਪਤਾਲ ਦੇ ਵਿੱਚ ਰਹੇ ਤਾਂ ਪਤਾ ਲੱਗ ਜੂ। ਅੱਛਾ, ਇੱਕ ਆਪਾਂ ਖਡੂਰ ਸਾਹਿਬ ਦੀ ਗੱਲ ਵੀ ਕਰਨੀ, ਜਿਹੜਾ ਇਹ ਸਟ੍ਰੈਟਜੀ ਚੱਲਦੀ ਹੁੰਦੀ ਨਾ ਵੀ ਰਲਦੇ ਮਿਲਦੇ ਨਾਲ ਵਾਲਾ ਬੰਦਾ ਜਿਹੜਾ ਉਹਨੂੰ ਤੁਸੀਂ ਕੈਂਡੀਡੇਟ ਬਣਾਉਣਾ। ਇਹ ਸਭ ਤੋਂ ਵੱਧ ਚਰਚਾ ਚੱਲੀ ਸੀ ਜਦੋਂ ਮਨਪ੍ਰੀਤ ਬਾਦਲ ਹੋਰਾਂ ਨੂੰ ਖੜਾ ਕੀਤਾ ਸੀ, ਤਾਂ ਉਦੋਂ ਇੱਕ ਮਨਪ੍ਰੀਤ ਸਿੰਘ ਬਾਦਲ ਆ ਗਿਆ ਸੀ ਤੇ ਲੋਕਾਂ ਨੂੰ ਸਮਝ ਲੱਗੇ ਵੀ ਮਨਪ੍ਰੀਤ ਸਿੰਘ ਬਾਦਲ ਦੇ ਅੱਗੇ ਮਨਪ੍ਰੀਤ ਸਿੰਘ ਬਾਦਲ ਕਿਵੇਂ ਆ। ਤੇ ਉਹ ਮੈਨੂੰ ਲੱਗਦਾ ਸਟ੍ਰੈਟਜੀ ਹੁਣ ਪੰਜਾਬ 'ਚ ਕਈ ਥਾਵਾਂ ਤੇ ਹੈ, ਤੇ ਜ਼ਿਆਦਾਤਰ ਜਿਹੜੀ ਚੀਜ਼ ਹੈ ਇਸ ਵਕਤ ਜਿਹੜੀ ਸੀਟ ਦੇ ਉੱਪਰ ਸਭ ਦੀ ਨਿਗਾਹ ਖਡੂਰ ਸਾਹਿਬ ਵਾਲੀ, ਉੱਥੇ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਇੱਕ ਪਰਮਜੀਤ ਕੌਰ ਖਾਂਬੜਾ ਜਿਹੜੀ ਹੈ ਉਹਨੂੰ ਖੜਾ ਕਰ ਦਿੱਤਾ ਗਿਆ। ਉੱਥੇ ਬੀਬੀ ਜਗੀਰ ਕੌਰ ਦੇ ਖਿਲਾਫ ਇੱਕ ਬੀਬੀ ਜਗੀਰ ਕੌਰ ਵੀ ਹੈਗੀ ਹੈ। ਉਹਦੇ ਲੋਕਾਂ ਦਾ ਧਿਆਨ ਘੱਟ ਹੈ, ਲੋਕਾਂ ਦਾ ਉਹ ਫਰਕ ਨਹੀਂ ਪੈਂਦਾ, ਪਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਖਾਂਬੜਾ ਵੀ ਦੇਖੋ ਐਜ਼ ਇਟ ਇਜ਼ ਫਿੱਟ ਕੀਤਾ। ਦੇਖੋ ਇਹ ਚਾਹੇ ਉੱਥੇ ਤਸਵੀਰ ਵੀ ਲੱਗੀ ਹੋਣੀ ਹੈ, ਭਾਵੇਂ ਉੱਥੇ ਚੋਣ ਨਿਸ਼ਾਨ ਵੀ EVM ਮਸ਼ੀਨ ਤੇ ਲਗਾਓ, ਪਰ ਉਹ ਬਹੁਤ ਛੋਟਾ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਪੈ ਸਕਦਾ ਜਦੋਂ ਸਾਜ਼ਿਸ਼ਨ ਇਦਾਂ ਬੰਦੇ ਖੜੇ ਕੀਤੇ ਜਾਂਦੇ ਆ, ਕਿਉਂਕਿ ਸਾਰੀਆਂ ਪਾਰਟੀਆਂ ਕੁਝ ਕਰਨ ਲੱਗ ਪਈਆਂ, ਤਾਂ ਇਹਦਾ ਮਤਲਬ ਹੈ ਕਿ 500-700 ਹਜ਼ਾਰ ਵੋਟ ਦਾ ਤੁਹਾਨੂੰ ਸਹੀ ਜੇ ਨੁਕਸਾਨ ਹੋ ਸਕਦਾ। ਤੇ ਜਦੋਂ ਖਡੂਰ ਸਾਹਿਬ ਵਰਗਾ ਹਲਕਾ ਜਿੱਥੇ ਤਕੋਣਾ ਮੁਕਾਬਲਾ, ਇੱਕ ਵੋਟ ਦੇ ਉੱਤੇ ਜ਼ੋਰ ਲੱਗਿਆ ਹੋਇਆ, ਕਿਸੇ ਪਾਸੇ ਲਹਿਰ ਚੱਲਦੀ ਹੈ ਤੇ ਕਿਸੇ ਪਾਸੇ ਕਾਡਰ ਚੱਲਦਾ ਤੇ ਕਿਸੇ ਪਾਸੇ ਸਾਧਨ ਬੜੇ ਨੇ, ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਤੇ ਉੱਥੇ ਜੇ 500-700 ਵੋਟ ਵੀ ਬੀਬੀ ਜਗੀਰ ਕੌਰ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਇਸ ਭੁਲੇਖੇ ਦੇ ਵਿੱਚ ਖਰਾਬ ਹੋ ਗਈ ਨਾ, ਤਾਂ ਕੰਮ ਔਖਾ ਹੋ ਜੂ। ਦੇਖੋ ਅੱਜ ਵੀ ਪੰਜਾਬ ਦੇ ਸਾਰੇ ਲੋਕਾਂ ਨੂੰ EVM ਆਪਰੇਟ ਕਰਨੀ ਚੰਗੇ ਤਰੀਕੇ ਆਉਂਦੀ ਨਹੀਂ। ਅੱਜ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਵੋਟ ਪਾਉਣ ਲੱਗਿਆਂ ਇੰਨੀ ਜਾਗਰੂਕਤਾ ਨਹੀਂ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਉਮੀਦਵਾਰਾਂ ਦੇ ਨਾਂ ਪੜੇ ਤੇ ਫਿਰ ਉਹਨੂੰ ਬਿਲਕੁਲ ਕਲੀਅਰ ਕਰਕੇ ਵੋਟ ਪਾਵੇ। ਕਈ ਵਾਰੀ ਬੰਦਾ ਉੱਪਰ ਦੇ ਅੱਛਾ ਪਰਮਜੀਤ ਕੌਰ, ਉਹ ਖਾਂਬੜਾ ਖਾਲੜਾ ਵੀ ਕਈ ਵਾਰੀ ਚੰਗੇ ਤਰੀਕੇ ਨਹੀਂ ਪੜੂ, ਉੱਥੇ ਨੱਪ ਵੀ ਸਕਦਾ, ਬੀਬੀ ਜਗੀਰ ਕੌਰ ਨੂੰ ਵੀ ਨੁਕਸਾਨ ਹੋ ਸਕਦਾ। ਪਰ ਨਾਲ ਦੀ ਨਾਲ ਇੱਕ ਗੱਲ ਜਿਹੜੀ ਚੇਤੇ ਰੱਖਣ ਵਾਲੀ ਹੈ, ਖਡੂਰ ਸਾਹਿਬ ਦੇ ਵਿੱਚ ਮੁਕਾਬਲਾ ਬੜਾ ਸਖਤ ਹੋਣਾ। ਸੁਖਬੀਰ ਸਿੰਘ ਬਾਦਲ ਹੋਰੀ ਆਪਣਾ ਫਿਰੋਜ਼ਪੁਰ ਹਲਕਾ ਛੱਡ ਕੇ 1.5 ਦਿਨ ਉੱਥੇ ਪ੍ਰਚਾਰ ਕਰਨਗੇ ਬੀਬੀ ਜਗੀਰ ਕੌਰ ਦੇ ਹੱਕ 'ਚ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵੀ 2 ਦਿਨ ਦਾ ਪ੍ਰੋਗਰਾਮ ਖਡੂਰ ਸਾਹਿਬ ਦੇ ਵਿੱਚ ਪਤਾ ਲੱਗਾ ਕਿ ਬਣਾ ਲਿਆ। ਇਸ ਕਰਕੇ ਨਹੀਂ ਕਿ ਬੀਬੀ ਜਗੀਰ ਕੌਰ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ, ਇਸ ਕਰਕੇ ਕਿ ਉਹ ਰਣਜੀਤ ਸਿੰਘ ਬ੍ਰਹਮਪੁਰਾ ਤੇ ਨਾਲ ਦੀ ਨਾਲ ਡਾਕਟਰ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੂੰ ਇਹ ਦਿਖਾਉਣਾ ਵੀ ਚਾਹੁੰਦੇ ਆ ਕਿ ਭਾਈ ਤੁਸੀਂ ਨਾਲ ਹੋਵੋ ਨਾ ਹੋਵੋ, ਇਹ ਹਲਕਾ ਪੰਥਕ ਹੈ ਤੇ ਅਕਾਲੀਆਂ ਦੇ ਨਾਲ ਹੀ ਰਹਿਣਾ। ਪਰ ਮੈਨੂੰ ਲੱਗਦਾ ਵੀ ਉੱਥੇ ਜਿਹੜਾ ਦਾਅ ਆ ਉਹ ਜ਼ਿਆਦਾ ਰੌਲਾ ਕਿ ਡਿੰਪਾ ਸਾਹਿਬ ਦਾ ਸ਼ਾਇਦ ਲੱਗ ਜੇ। ਦੇਖੋ ਕਿਉਂਕਿ ਲੜਾਈ ਇਹਨਾਂ ਦੀ ਆਪਸੀ ਚੱਲੀ ਜਾਣੀ ਹੈ ਤੇ ਦਾਅ ਉਹਨੂੰ ਲੱਗ ਜਾਣਾ। ਦੇਖੋ ਇਸ ਵੇਲੇ ਜਿਹੜੇ ਹਾਲਾਤ ਆ ਨਾ,
ਭਾਈ ਮੋਹਕਮ ਸਿੰਘ ਵੀ ਪਹਿਲਾਂ ਇੱਥੋਂ ਖੜੇ ਸੀ, ਉਹਨਾਂ ਨੇ ਵੀ ਅਕਾਲੀਆਂ ਦੀਆਂ ਵੋਟਾਂ ਪੰਥਕ ਧਿਰਾਂ ਦੀਆਂ ਤੋੜਨੀਆਂ ਸੀ। ਜੇ ਸਿੰਘ ਹੋਰੀ ਵੀ ਖੜੇ ਸੀ, ਪਰ ਜਦੋਂ ਭਾਈ ਮੋਹਕਮ ਸਿੰਘ ਵੀ ਸੱਜੇ ਖੱਬੇ ਹੋ ਗਏ, ਜੇ ਸਿੰਘ ਹੋਰੀ ਵੀ ਖੱਬੇ ਸੱਜੇ ਹੋ ਗਏ, ਉਧਰ ਜਿਹੜੇ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਦੀ ਮੁਹਿੰਮ ਨਹੀਂ ਤੁਰੀ। ਇਸ ਕਰਕੇ ਹੁਣ ਲੱਗਦਾ ਕਿ ਜਸਵੀਰ ਸਿੰਘ ਡਿੰਪਾ ਦਾ ਜਿੰਨਾ ਰਾਹ ਪਹਿਲਾਂ ਸੁਖਾਲਾ ਲੱਗਦਾ ਸੀ ਉਹਨਾਂ ਸੁਖਾਲਾ ਨਹੀਂ। ਹਾਂ, ਇੰਨੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਕੋਲ ਇਸ ਵੇਲੇ ਸਰਕਾਰ ਹੈ, ਕਾਂਗਰਸ ਪਾਰਟੀ ਦੇ ਕੋਲ ਉੱਥੇ ਇੱਕ ਵੱਜਮਾ ਜਿਹੜਾ ਕਾਡਰ ਹੈਗਾ, ਚੋਣ ਮੁਹਿੰਮ ਉਹਨਾਂ ਦੀ ਬੜੀ ਤੇਜ਼ ਹੈ, ਪਰ ਉੱਥੋਂ ਪਤਾ ਨਹੀਂ ਕਿਹਦਾ ਦਾਗ ਕਿਹੜੇ ਵੇਲੇ ਕਿੱਧਰਲੇ ਪਾਸੇ ਨੂੰ ਲੱਗ ਜਾਣਾ, ਕੁਝ ਨਹੀਂ ਸਮਝ ਆਉਂਦੀ। ਸੋ ਇਹ ਹੈ ਜੀ ਵੇਲਾ। ਬਾਕੀ ਆਉਣ ਵਾਲੇ ਸਮੇਂ 'ਚ ਆਪਾਂ ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ। ਕੁਝ ਚੀਜ਼ਾਂ ਦੇ ਉੱਪਰ ਪਹਿਲਾਂ ਟੀਕਾ ਟਿੱਪਣੀ ਆਪਾਂ ਨਹੀਂ ਕਰ ਸਕਦੇ, ਉਹਦੇ ਪਿੱਛੇ ਕਾਰਨ ਹੈ ਕਿ ਜਦੋਂ ਆਪਾਂ ਆਦਰਸ਼ ਚੋਣ ਜ਼ਾਬਤੇ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਰਹਿਣਾ ਪੈਂਦਾ। ਉਹ ਗੱਲ ਵੱਖਰੀ ਵੀ ਵੱਡੇ ਲੀਡਰ ਨਹੀਂ ਰਹਿੰਦੇ। ਹੁਣ ਮੈਂ ਇੱਕ ਗੱਲ ਹੋਰ ਦੱਸ ਦਿੰਦਾ, ਚੇਤਾ ਹੀ ਭੁੱਲ ਗਈ ਸੀ, ਹੁਣ ਉਮਰ ਹੋ ਗਈ ਨਾ, ਨਹੀਂ ਗੱਲਾਂ ਚੇਤੇ ਰਹਿੰਦੀਆਂ। ਨਹੀਂ, ਉਹ ਅਸਲੀ ਤਾਂ ਤੁਹਾਨੂੰ ਕੁਕੜੀ ਦਾ ਦੁੱਖ ਲੱਗਾ ਜਿਹੜੀ ਮਗਰੋਂ ਚੋਰੀ ਹੋ ਗਈ। ਮੈਂ ਦੱਸਦਾ, ਅਫਸੋਸ ਤੁਸੀਂ ਜ਼ਰੂਰ ਕਰਿਓ। ਬਾਟ ਸਾਹਿਬ ਦੀ ਕੁਕੜੀ ਜਦੋਂ ਆਸਟ੍ਰੇਲੀਆ ਦੌਰੇ ਦੌਰਾਨ ਕੋਈ ਲੈ ਗਿਆ ਚੱਕ ਕੇ, ਤੇ ਜਿਹੜੇ ਵੀਰ ਭਾਈ ਨੇ ਖੜੀ ਹੋਵੇ ਜੇ ਨਹੀਂ ਮਾਰੀ ਤਾਂ ਫਿਰ ਜ਼ਰੂਰ ਮੋੜ ਜਾਣਾ। ਉਹ ਇੱਕ ਪੰਜਾਬੀ ਕੁਕੜੀ ਦੀ ਪਛਾਣ ਵੀ ਦੱਸੋ, ਕੋਈ ਖੰਭ ਕਿੱਦਾਂ ਦੇ ਤੇ ਤੋਰ ਕਿਸ ਤਰ੍ਹਾਂ ਦੀ? ਨਹੀਂ, ਮੈਨੂੰ ਤੁਹਾਡੇ ਮਨ ਦੇ ਵਿੱਚ ਨਾ ਖੋਟ ਲੱਗਦੀ ਹੈ। ਇੱਕ ਵਾਰੀ ਪੰਜਾਬੀ ਨਾਟਕ ਆਉਂਦਾ, ਕਿਸੇ ਦੀ ਗਵਾਚੀ ਹੋਵੇ ਕੁਕੜੀ, ਉਹ ਜਿਹੜਾ ਸਾਰਾ ਕੁਕੜੀ ਹੌਲੀ ਜਿਹੜੀ ਕਹਿ ਦੇਣਾ। ਤੁਸੀਂ ਵੀ ਹੁਣ ਜਿਹੜਾ ਪ੍ਰਚਾਰ ਤਾਂ ਕੀਤਾ, ਤੁਸੀਂ ਸਾਰਿਆਂ ਨੂੰ ਦੱਸਿਆ ਤਾਂ ਹੈਗਾ, ਪਰ ਇਦਾਂ ਨਹੀਂ ਕਿਹਾ ਕਿ ਜੇ ਕਿਸੇ ਨੂੰ ਲੱਭ ਪਵੇ ਤਾਂ ਇਹਨੂੰ ਮੋੜਿਓ ਕਿ ਮੈਨੂੰ ਮੋੜਿਓ। ਤੁਸੀਂ ਮੈਨੂੰ ਰਾਜ ਹੀ ਸੌਦਾ ਮਾਰ ਲਿਆ। ਗੱਲ ਨਹੀਂ ਸਮਝਿਆ ਨਾ, ਮੈਨੂੰ ਤਾਂ ਫਾਇਦਾ ਹੀ ਕੋਈ ਨਹੀਂ ਨਾ। ਮੇਰਾ ਤਾਂ ਕਲੀਅਰ ਹੀ ਕੰਮ, ਨਾ ਮੈਂ ਖਾਣੀ ਨਾ ਮੈਂ ਆਂਡੇ ਵਾਲਾ। ਤੁਹਾਡਾ ਕੰਮ ਸੈੱਟ ਹੈ, ਮੈਨੂੰ ਲੱਗਦਾ ਸਿਹਤ ਦੇ ਲਈ ਲੋੜ ਹੈ। ਦੇਖੋ ਇੱਥੇ ਨਾ ਮੈਨੂੰ ਤੁਹਾਡੇ ਹਾਲਾਤ ਦੂਜੇ ਪਾਸੇ ਵਾਲੇ ਲੱਗਦੇ ਆ। ਤੁਹਾਨੂੰ ਕੀ ਲੱਗਦਾ ਮੈਂ ਹੋਰ ਕੁਝ ਨਹੀਂ ਵੇਚੂ ਸਹੀ? ਮੈਨੂੰ ਤਾਂ ਇਹ ਲੱਗਦਾ 4 ਪੈਸੇ ਕਮਾ ਲੈਣੇ ਤੁਸੀਂ। ਮੈਨੂੰ ਇਹ ਵੀ ਲੱਗਦਾ ਨਾ ਤੁਸੀਂ ਇਹ ਦਾਣਾ ਫੱਕਾ ਲੈਣਾ ਤੇ ਤੁਸੀਂ ਆਰਗੈਨਿਕ ਜੇ ਕਣਕ ਲੈਣੀ ਹੋਈ ਤਾਂ ਮਹਿੰਗੀ ਮਿਲਦੀ ਆ, ਤੁਸੀਂ ਇਹਦੇ ਕੁਕੜੀਆਂ ਕੜੀਆਂ ਚੱਕ ਕੇ ਪੂਰੀ ਕਰਨੀ ਆ। ਹੁਣ ਦੇਖੋ ਤੁਹਾਡੇ ਹਾਲਾਤ ਮੈਨੂੰ ਕਿਵੇਂ ਦੇ ਲੱਗਦੇ ਆ। ਕਈ ਵਾਰੀ ਨਾ ਜਦੋਂ ਚੋਣਾਂ ਹੋਣ ਤਾਂ ਉਹ ਬੰਦਾ ਕਹਿੰਦਾ ਮੇਰੇ ਮਗਰ ਨਾ ਪਿੰਡ ਦੇ ਸਾਰੇ ਵੋਟਰ ਹੈਗੇ, ਦੱਸੋ ਕੀ ਦਿੰਨੇ ਆ। ਇਹਦੇ ਨਾਲ ਆ ਮੇਰੇ ਮਗਰ ਨਾ ਸਾਡੀ ਬਰਾਦਰੀ ਦਾ 10,000 ਵੋਟਰ ਆ, ਦੱਸੋ ਵੀ ਕੀ ਕਰਦੇ ਹੋ। ਹੁਣ ਮੈਨੂੰ ਇਦਾਂ ਹੀ ਲੱਗਦਾ ਤੁਸੀਂ ਵੀ ਕਹੋਗੇ ਕੁਕੜੀ ਹੈਗੀ ਆ ਇਹਦੀ, ਕੁਕੜੀ ਤੂੰ ਚੱਕ ਲੈ ਜਾ, ਦੱਸ ਮੈਨੂੰ ਕੀ ਦੇਣਾ ਵਿੱਚੋਂ। ਹੁਣ ਇੱਕ ਗੱਲ ਹੋਰ ਵੀ ਆ, ਸਨੀ ਦਿਓਲ ਦੀ ਮੈਂ ਗੱਲ ਕਰ ਲਓ। ਆਪਾਂ ਕੱਲ ਕਿਹਾ ਸੀ ਕਿ ਸਨੀ ਦਿਓਲ ਦਾ ਨਾਮ ਜਿਹੜਾ EVM ਮਸ਼ੀਨ ਦੇ ਉੱਤੇ ਲਿਖਿਆ ਹੋਏਗਾ ਅਜੇ ਸਿੰਘ ਧਰਮਿੰਦਰ ਦਿਓਲ, ਤੇ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਪਊ। BJP ਵਾਲੇ ਲੱਗੇ ਹੋ ਸੀ ਕਿ ਭਾਈ ਆਪਾਂ ਉਹਨੂੰ ਤਬਦੀਲ ਕਰਾ ਲਈਏ, ਤੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਗੱਲ ਮੰਨ ਲਈ ਹੈ। ਹੁਣ ਉੱਥੇ ਭਾਈ ਸਨੀ ਦਿਓਲ ਲਿਖਿਆ ਆਊਗਾ, ਮੂਹਰੇ ਚੋਣ ਨਿਸ਼ਾਨ ਕਮਲ ਦਾ ਫੁੱਲ ਹੋਏਗਾ, ਉਹਦੀ ਤਸਵੀਰ ਵੀ ਹੋਏਗੀ। ਹੁਣ ਸਾਨੂੰ ਇਹ ਨਹੀਂ ਪਤਾ ਕਿ ਤਸਵੀਰ ਗਦਰ ਫਿਲਮ ਵਾਲੀ ਹੋਏਗੀ ਜਾਂ ਹੁਣ ਉਹਨਾਂ ਨੇ ਅੱਜ ਕੱਲ੍ਹ ਦਾੜੀ ਥੋੜੀ ਜਿਹੀ ਰੱਖੀ ਹੈ ਉਹ ਹੋਏਗੀ। ਇਸ ਕਰਕੇ ਇਧਰਲੇ ਪਾਸਿਓਂ ਸਨੀ ਦਿਓਲ ਦਾ ਥੋੜਾ ਜਿਹਾ ਬਚਾਅ ਹੋ ਗਿਆ। ਨਹੀਂ ਪਰ ਦੇਖ ਲਓ, ਮਤਲਬ ਕਿਤੇ ਨਾ ਕਿਤੇ ਤਾਂ ਚੱਲਦੀ ਹੈ, ਪਰ ਆਪਣੇ ਹਿਸਾਬ ਨਾਲ ਅਗਲੇ ਬੰਦੇ ਸੈਟਿੰਗ ਵੀ ਕਰਾ ਲੈਂਦੇ ਵੀ ਫਾਰਮਾਂ 'ਚ ਨਾ ਹੋ ਰਿਹਾ, ਲੋਕਾਂ ਦੇ ਮੂੰਹ 'ਚ ਹੋ ਰਿਹਾ, ਤੇ EVM ਮਸ਼ੀਨ ਦੇ ਉੱਪਰ ਨਾ ਕੁਝ ਹੋ ਰਿਹਾ। ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਕਿਉਂ ਜੀ? ਤਾਂ ਕੀ ਹੋਇਆ ਜੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਅਦਾਲਤ ਦੇ ਵਿੱਚ ਜਾ ਕੇ ਫੈਸਲਾ ਪਲਟਾਉਣਾ ਪਿਆ? ਤਾਂ ਕੀ ਹੋਇਆ ਜੇ ਸੁਖਪਾਲ ਸਿੰਘ ਖਹਿਰਾ ਨੂੰ ਚਾਬੀ ਚੋਣ ਨਿਸ਼ਾਨ ਅਦਾਲਤ ਦੇ ਵਿੱਚ ਜਾ ਕੇ ਲੈਣਾ ਪਿਆ? ਤਾਂ ਕੀ ਹੋਇਆ ਜੇ ਕਾਂਗਰਸ ਪਾਰਟੀ ਦੇ ਇੱਕ MP ਨੂੰ ਜਾ ਕੇ ਸੁਪਰੀਮ ਕੋਰਟ 'ਚ ਕਹਿਣਾ ਪਿਆ ਕਿ ਭਾਈ 11 ਸ਼ਿਕਾਇਤਾਂ ਕੀਤੀਆਂ ਸੀ, 9 ਅਜੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੇ ਖਿਲਾਫ ਪੈਂਡਿੰਗ ਨੇ? ਇਦਾਂ ਦੀ ਬਹੁਤ ਨਾ ਤੁਸੀਂ ਇਤਰਾਜ਼ ਕਰਿਆ ਕਰੋ। ਨਹੀਂ, ਮੈਨੂੰ ਕੀ ਇਤਰਾਜ਼? ਨਾਲੇ ਆਪਾਂ ਗੱਲ ਕਰਨੀ ਕਾਹਤੋਂ ਕਿ EVM ਮਸ਼ੀਨਾਂ ਦਾ ਕੋਈ ਰੌਲਾ ਨਾ, ਆਪਾਂ ਬਿਲਕੁਲ ਨਹੀਂ ਗੱਲ ਕਰਨੀ ਕਿ ਕਈ ਥਾਵਾਂ ਦੇ ਉੱਤੇ ਸੋਚੇ ਇੱਕ ਨੱਪੋ ਤੇ ਵੋਟ ਕਿਸੇ ਹੋਰ ਪਾਸੇ ਨੂੰ ਜਾਂਦੀ ਹੈ। ਕੱਲ ਦਾ ਤਾਂ ਲੋਕ ਡਰੇ ਵੀ ਪਏ ਨੇ, ਉਹ ਕਹਿੰਦੇ ਆਪਾਂ ਨੋਟਾ ਕਰੀ ਜਾਂਦੇ, ਇਹ ਨਾ ਹੋਏ ਕਿਤੇ ਜੇ ਬਾਕੀਆਂ ਦੀ ਵੋਟ ਉਧਰ ਨੂੰ ਜਾਂਦੀ ਤੇ ਨੋਟਾਂ ਵਾਲੇ ਦੀ ਵੀ ਕਿਤੇ ਉਧਰ ਨੂੰ ਜਾਂਦੀ ਹੈ ਨਾ। ਬਾਕੀ ਚਲੋ ਇਹ ਤਾਂ ਸਮਾਂ ਦੱਸੂਗਾ, ਪਰ ਆਪਾਂ ਜਿਹੜੀ ਅਗਲੀ ਗੱਲ ਕਰਨੀ ਹੈ ਸਰਦਾਰ ਸਾਹਿਬ, ਉਹ ਬਹੁਤ ਜ਼ਰੂਰੀ ਹੈ ਵੀ ਸੁਖਪਾਲ ਖਹਿਰਾ ਸਾਹਿਬ ਬੀਬੀ ਬਲਜਿੰਦਰ ਕੌਰ ਦੇ ਪਿੰਡ ਚੱਲ ਗਏ ਕੱਲ। ਦੇਖੋ ਕਿਉਂ? ਪੇਕਾ ਪਿੰਡ। ਅੱਛਾ, ਹਾਂਜੀ, ਜਗ੍ਹਾ ਰਾਮ ਤੀਰਥ ਸ਼ਾਇਦ ਇਹੀ ਨਾਮ ਹੈ। ਦੇਖੋ ਬੀਬੀ ਬਲਜਿੰਦਰ ਕੌਰ ਦਾ ਪਿੰਡ ਹੈ। ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਵੀਡੀਓ ਸਾਹਮਣੇ ਆਉਂਦੀ ਹੈ, ਉਹ ਕਹਿੰਦੇ ਦੇਖੋ ਜੀ ਇਸ ਪਿੰਡ ਉਹ ਬੈਠੇ ਨੇ ਦਰੀ ਤੇ ਲੋਕਾਂ ਦੇ ਵਿਚਾਲੇ। ਮੈਨੂੰ ਪਹਿਲੀ ਵਾਰ ਐਂ ਲੱਗਾ ਕਿ ਕਿਸੇ ਨਾ ਕਿਸੇ ਦੀ ਨੌਕਰੀ ਗਈ, ਕਿਉਂਕਿ ਕੱਲ ਉਹਨਾਂ ਨੇ ਮਾਈਕ ਫੜ ਕੇ ਨਾ ਇੱਕ ਐਂਕਰ ਦੀ ਭੂਮਿਕਾ ਆਪ ਨਿਭਾਈ ਕਿ ਭਾਈ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ, ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ, ਵਿੱਚ ਇੱਕ ਤੋਂ ਦਬ ਕੇ ਮਾਰਤੇ ਉਹ ਯਾਰ ਤੂੰ ਕੈਮਰਾ ਲਾਗੇ ਲੈ ਕੇ ਆ। ਹੁਣ ਉਹ ਕਹਿੰਦੇ ਕਿ ਦੇਖੋ ਜੀ ਇਸ ਹਲਕੇ ਤੋਂ ਬੀਬੀ ਬਲਜਿੰਦਰ ਕੌਰ ਉਮੀਦਵਾਰ ਸਨ, ਜਿੱਤੇ ਐਸੇ ਪਿੰਡ ਦੇ ਉਹ ਰਹਿਣ ਵਾਲੇ ਨੇ, MLA ਨੇ। ਆਪਾਂ ਉਹਨਾਂ ਦੀ ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਤੁਸੀਂ ਦੱਸੋ। ਲੋਕ ਫਿਰ ਲਾਪਾ ਜੀ ਮਨਰੇਗਾ ਦੇ ਵਿੱਚ ਸਾਡੇ ਤੋਂ ਇੰਨੇ ਦਿਨ ਕੰਮ ਕਰਾਇਆ, ਪੈਸੇ ਥੋੜੇ ਦਿੱਤੇ। ਹਾਂ ਤੂੰ ਦੱਸ ਬਈ ਨੌਜਵਾਨਾਂ, ਤੂੰ ਕੁਝ ਦੱਸਣਾ ਚਾਹੁੰਦਾ? ਉਹ ਕਹਿੰਦਾ ਜੀ ਦੇਖੋ ਗੱਲ ਕੀ ਕਰਨੀ ਆ, ਸਾਡੇ ਪਿੰਡ ਦੇ ਛੱਪੜ ਦੇ ਵਿੱਚ ਪੈਸੇ ਕਈ ਆਏ ਸੀ ਪਰ ਛੱਪੜ ਸਾਫ਼ ਨਹੀਂ ਹੋਇਆ, ਆ ਜੀ ਪੈਸੇ ਫਲਾਣੇ। ਕਹਿਣ ਦਾ ਭਾਵ ਹੈ ਕਿ ਕੱਲ ਇਹ ਗੱਲ ਸਾਫ਼ ਰੂਪ ਦੇ ਵਿੱਚ ਹੁਣ ਸਾਹਮਣੇ ਆ ਗਈ ਕਿ ਇਸ ਵੇਲੇ ਬੀਬੀ ਬਲਜਿੰਦਰ ਕੌਰ ਦਾ ਭਾਸ਼ਣ ਸੁਣ ਲਓ, ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਘੱਟ ਕਰਦੇ ਆ, ਬੀਬੀ ਹਰਸਿਮਰਤ ਕੌਰ ਬਾਦਲ ਦੀ ਘੱਟ ਕਰਦੇ ਆ, ਸੁਖਪਾਲ ਸਿੰਘ ਖਹਿਰਾ ਦੇ ਉੱਤੇ ਨਿਸ਼ਾਨੇ ਵੱਧ ਲਾਉਂਦੇ ਆ। ਤੇ ਜਿਸ ਤਰੀਕੇ ਜਗ੍ਹਾ ਰਾਮ ਤੀਰਥ ਪਿੰਡ ਦੇ ਵਿੱਚ ਪਹੁੰਚ ਕੇ ਸੁਖਪਾਲ ਸਿੰਘ ਖਹਿਰਾ ਨੇ ਸਾਰੀ ਵੀਡੀਓ ਜਿਹੜੀ ਲਾਈਵ ਕੀਤੀ ਹੈ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੌੜ ਜਿਹੜੀ ਅੱਜ ਸੁਖਪਾਲ ਸਿੰਘ ਖਹਿਰਾ ਦੇ ਮਨ ਦੇ ਵਿੱਚ ਵੀ ਨਹੀਂ ਗਈ। ਨਤੀਜਾ ਕੀ ਆਉਂਦਾ ਆਉਣ ਵਾਲਾ ਸਮਾਂ ਦੱਸੂ। ਪਰ ਦੇਖੋ ਭਾਈ ਬਠਿੰਡੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਨੇ, ਬਠਿੰਡੇ ਦੇ ਮਸਲੇ ਤੇ ਮੁੱਦੇ ਕੁਝ ਹੋਰ ਨੇ। ਇਹ ਨਾ ਹੋਵੇ ਕਿ ਤੁਸੀਂ MP ਬਣਨ ਦੀ ਲੜਾਈ ਛੱਡ ਕੇ ਤੀਸਰੇ ਤੇ ਕਿਹੜਾ ਆਉਂਦਾ ਤੇ ਚੌਥੇ ਤੇ ਕਿਹੜਾ ਆਉਂਦਾ
ਉਸੇ ਲੜਾਈ ਚੁੱਲ ਜਾਓ। ਚਲੋ ਇਹ ਤਾਂ ਦੱਬੀ ਹੋਣੀ ਕਿੱਲੀ, ਆਪਾਂ ਨੂੰ ਕੁਝ ਨਹੀਂ ਕਰ ਸਕਦੇ। ਇੱਕ ਆਪਾਂ ਬਹਾਦਰ ਇਨਸਾਨ ਦੀ ਗੱਲ ਕਰਨੀ, ਉੱਤੇ ਪਰਚਾ ਹੋ ਗਿਆ। ਉਹ ਬਹਾਦਰ ਮੈਨੂੰ ਸਮਝ ਨਹੀਂ ਆਉਂਦੀ ਕਿ ਬਹਾਦਰੀ ਆਪਣੀ ਕਿਸੇ ਹੋਰ ਪਾਸੇ ਵਿਖਾਏ। ਹੁਣ ਬਹਾਦਰ ਇਨਸਾਨ ਕੌਣ ਹੈ? ਸੰਗਰੂਰ ਦਾ ਰਹਿਣ ਵਾਲਾ, ਤੇ ਉਹਨੇ ਪਿਛਲੇ ਦਿਨੀ ਇੱਕ ਵੀਡੀਓ ਪਾਤੀ ਸੀ ਜਿਹਦੇ ਵਿੱਚ ਉਹ ਕਹਿੰਦਾ ਸੀ ਇੱਕ ਸਾਹਿਬਜ਼ਾਦੇ ਦਾ ਨਾਂ ਲੈ ਕੇ ਕਿ ਭਾਈ ਹਨੀਪ੍ਰੀਤ ਇਨਸਾਨ ਦੀ ਤੁਲਨਾ ਉਹਦੇ ਨਾਲ ਕਰਤੀ। ਦਸਮ ਜਿਹੜੇ ਗੁਰੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਉਹਨਾਂ ਦੀ ਤੁਲਨਾ ਜਿਹੜੀ ਆ ਗੁਰਮੀਤ ਰਾਮ ਰਹੀਮ ਨਾਲ ਕਰਤੀ। ਚਾਰੇ ਪਾਸੇ ਰੌਲਾ ਪੈ ਗਿਆ। ਫੋਟੋ ਨੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਪੋਚ ਵੀ ਲਵਾਈ ਹੈ, ਪੋਚ ਵੀ ਲਵਾਈ ਹੈ। ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ SGPC ਨੂੰ ਕਿਹਾ ਕਿ ਭਾਈ ਇਸ ਬੰਦੇ ਤੇ ਕਾਰਵਾਈ ਕਰਾਓ। SGPC ਨੇ ਅੱਗੋਂ ਚਿੱਠੀਆਂ ਲਿਖੀਆਂ, ਪੰਜਾਬ ਸਰਕਾਰ ਨੂੰ ਲਿਖੀਆਂ, ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਲਿਖੀਆਂ ਕਿ ਬੰਦੇ ਦੇ ਉੱਤੇ ਪਰਚਾ ਹੋਵੇ। ਤੇ ਬਹਾਦਰ ਇਨਸਾਨ ਦੇ ਉੱਤੇ ਆਖਿਰਕਾਰ ਹੁਣ ਪਰਚਾ ਹੋ ਗਿਆ ਸੰਗਰੂਰ ਦੇ ਵਿੱਚ। ਤੇ ਨਾਲ ਦੀ ਨਾਲ ਉਹਦੇ ਘਰੇ ਪਹੁੰਚ ਗਏ ਲੋਕ, ਸਤਕਾਰ ਕਮੇਟੀ ਵਾਲੇ ਵੀ, ਹੋਰ ਵੀ। ਤੇ ਜਦੋਂ ਪਹੁੰਚ ਕੇ ਪੁੱਛਿਆ, ਉਹ ਕਹਿੰਦੇ ਜੀ ਅਸੀਂ ਤਾਂ ਉਹ ਬੰਦਾ ਬੇਦਖਲ ਕਰਤਾ। ਜਦੋਂ ਦੀ ਪੰਚਕੂਲਾ 'ਚ ਹਿੰਸਾ ਹੋਈ ਹੈ, ਜਦੋਂ ਦਾ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਨੱਪਿਆ, ਉਦੋਂ ਦਾ ਉਹ ਬੰਦਾ ਘਰ ਹੀ ਨਹੀਂ ਆਇਆ। ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਤੁਸੀਂ ਜਿੱਥੋਂ ਜਾ ਕੇ ਲੱਭਦਾ ਲਾ ਦਿਓ, ਲੱਭ ਲਓ। ਤੇ ਸਾਨੂੰ ਪਤਾ ਹੀ ਲੱਗਿਆ ਕਿ ਉਦੋਂ ਦਾ ਉਹ ਡੇਰੇ 'ਚ ਹੀ ਰਹਿੰਦਾ, ਡੇਰੇ ਸਿਰਸੇ ਦੇ ਵਿੱਚ ਹੀ। ਦੇਖੋ ਕਿਤੇ ਨਾ ਕਿਤੇ ਮਸਲਾ ਬਹਾਦਰ ਇਨਸਾਨ ਦਾ ਨਹੀਂ, ਮਸਲਾ ਉਹਨਾਂ ਨੂੰ ਪਾਣ ਕੌਣ ਚਾੜਦਾ। ਜਦੋਂ ਪਤਾ ਕਿ ਡੇਰੇ ਦਾ ਮੁਖੀ ਅੰਦਰ, ਬਲਾਤਕਾਰ ਦੇ ਕੇਸ ਉਹਦੇ ਤੇ ਸਾਬਿਤ ਹੋ ਗਏ, ਕਤਲ ਦਾ ਕੇਸ ਉਹਦੇ ਤੇ ਸਾਬਿਤ ਹੋ ਗਿਆ, ਇਹਦੇ ਬਾਵਜੂਦ ਵੀ ਜੇ ਕੋਈ ਬੰਦਾ ਇਸ ਤਰੀਕੇ ਦੀ ਹਰਕਤ ਕਰਦਾ ਤੇ ਇਹਦਾ ਮਤਲਬ ਹੈ ਕਿ ਪਿੱਛੋਂ ਜਿਹੜੀ ਉਹਨਾਂ ਦਾ ਬ੍ਰੇਨ ਵਾਸ਼ ਕਰਨ ਵਾਲੀ ਪਾਵਰ ਹੈ ਨਾ, ਸਾਨੂੰ ਉਹ ਵੀ ਲੱਭਣੀ ਪਏਗੀ। ਨਹੀਂ ਤਾਂ ਇੱਕ ਬਹਾਦਰ ਇਨਸਾਨ ਕੱਲ ਨੂੰ ਨਾ ਬਦਲਿਆ ਜਾ ਸਕਦਾ। ਗੱਲਾਂ ਇਦਾਂ ਦੀਆਂ ਹੁੰਦੀਆਂ ਰਹਿਣਗੀਆਂ। ਇਹ ਤਾਂ ਗੱਲ ਹੈਗੀ ਜੀ। ਪਤਾ ਨਹੀਂ ਕਿਉਂ ਜਿਹੜੀ ਸਮਝਦਾਰੀ ਹੈ ਲੋਕਾਂ ਦੀ ਅਜੇ ਵੀ ਉਹ ਕੰਮ ਨਹੀਂ ਕਰ ਰਹੀ। ਵੀ ਇੱਕ ਪਾਸੇ ਚਰਚਾ ਕੀ ਚੱਲ ਰਹੀ ਹੈ, ਦੁਨੀਆ 'ਚ ਕੀ ਵਿਚਾਰ ਚੱਲ ਆ ਰਹੇ ਨੇ, ਤੇ ਜਿਹੜੀ ਉਹ ਜਾਂ ਤਾਂ ਕਹ ਲਓ ਕਿ ਸ਼ਰਧਾ ਜਾਂ ਉਹ ਅੰਨੀ ਸ਼ਰਧਾ, ਜਾਂ ਫਿਰ ਜਿਹੜੀ ਗੱਲ ਤੁਸੀਂ ਕਹੀ ਵੀ ਪਿੱਛੋਂ ਕੋਈ ਬੰਦਾ ਤਿਆਰ ਕਰ ਰਿਹਾ, ਉਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਬਾਕੀ ਵਾਰ ਸਾਹਿਬ ਇਸ਼ਾਰਾ ਹੋ ਗਿਆ ਆਪਣੇ ਜਾਣ ਦਾ, ਆਪਾਂ ਹੁਣ ਚੱਲੀਏ ਇਸ ਦਾ ਜੀ। ਦੇਖੋ ਸਲਾਹ ਆਪਾਂ ਦੇ ਦੇਣੀ ਆ ਕਿ ਭਾਈ ਜਿਨ੍ਹਾਂ ਨੇ ਦਾਣਾ ਫੱਕਾ ਸਾਂਭ ਲਿਆ, ਡਰਮ ਦੇ ਵਿੱਚ ਪਾ ਲਓ। ਕਈ ਬੀਬੀਆਂ ਕਹਿੰਦੀਆਂ ਹੁੰਦੀਆਂ ਕਣਕ ਜੇ ਤੱਤੀ ਆ, ਇਹਨੂੰ ਹਵਾ ਲਵਾ ਕੇ ਠੰਡੀ ਕਰਕੇ ਪਾਉਣੀ ਹੈ। ਪਰ ਫਿਰ ਵੀ ਕੀਟ ਪਤੰਗੇ ਬਹੁਤ ਨੇ। ਜਦੋਂ ਡਰਮ ਦਾ ਢੱਕਣ ਲਾਤਾ ਤੇ ਉਹਨੂੰ ਮਿੱਟੀ ਦੇ ਨਾਲ ਚੰਗੇ ਤਰੀਕੇ ਗਿੱਲੀ ਕਰਕੇ ਬੰਦ ਕਰ ਦੇਣਾ, ਨਹੀਂ ਤਾਂ ਫਿਰ ਕੰਮ ਔਖਾ ਹੋ ਜਾਊਗਾ। ਆਪਾਂ ਤਾਂ ਹੱਥੀਂ ਕੀਤੇ ਆ ਨਾ ਕੰਮ। ਨਹੀਂ ਤੇ ਤੁਸੀਂ ਅਸਲੀ ਗੱਲ ਤਾਂ ਭੁੱਲ ਹੀ ਗਏ ਵੀ ਦਵਾਈ ਜ਼ਰੂਰ ਰੱਖ ਲਿਓ, ਪਤਾ ਲੱਗੇਗਾ ਬਰਸਾਤਾਂ ਮੁੜ ਕੇ ਡਰਮ 'ਚੋਂ ਨਿਕਲ ਸੂਸਰੀ ਘਰ ਨੂੰ ਤੁਰੀ ਜਾਵੇ। ਪਰ ਦਵਾਈ ਜਦੋਂ ਰੱਖਣੀ ਆ ਤਾਂ ਕੱਪੜੇ 'ਚ ਬੰਨ੍ਹ ਕੇ ਰੱਖਣੀ ਆ, ਤੇ ਜਦੋਂ ਪੀਣ ਕਰਾਉਣਾ ਤੇ ਇਸ ਗੱਲ ਦਾ ਖਿਆਲ ਰੱਖਣਾ ਕਿ ਦਵਾਈ ਵਿੱਚ ਨਾ ਚਲੇ ਜਾਏ। ਹਾਂ, ਇਹ ਬੜਾ ਖਿਆਲ ਰੱਖਣਾ। ਵੈਸੇ ਇੱਕ ਨਿੰਮ ਦੇ ਪੱਤੇ ਤੇ ਸ਼ਾਇਦ ਜਿਹੜੀਆਂ ਤੀਲਾਂ ਵਾਲੀਆਂ ਡੱਬੀਆਂ, ਉਹਨਾਂ ਦਾ ਤਜਰਬਾ ਵੀ ਕਰ ਦਿੰਦੇ। ਅਸੀਂ ਹਾਈਟੈਕ ਆ, ਅੱਛਾ, ਅਸੀਂ ਡਿਜੀਟਲ ਹੋ ਗਏ ਆ, ਅਸੀਂ ਸਲਫਾਜ਼ ਹੀ ਰੱਖਣੀ ਆ ਕਿਉਂਕਿ ਕੰਮ ਸਾਡਾ ਚੱਲਦਾ ਹੀ ਉਹਦੇ ਨਾਲ ਆ। ਚਲੋ ਠੀਕ ਆ WhatsApp 'ਤੇ ਚੱਲੀਏ ਜੀ। ਹਾਂਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਇਸ ਦੇ ਨਾਲ ਹੀ ਫਿਰ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੇ ਆਸ ਕਰਦੇ ਹਾਂ ਕਿ ਸਾਡੀਆਂ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਕੁਛ ਨਾ ਕੁਛ ਤਸਵੀਰ ਤੁਸੀਂ ਪੰਜਾਬ ਦੀ ਲੱਭਦੇ ਹੋਵੋਗੇ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।